गाटा मारू मासूम दी आवाज है गाटा मारू विकरे दा राग है कौमा गाटा मारू सुलगदा एहसास है कौमा गाटा मारू एक जख्मी परवाज है कौमा गाटा मारू मासूम दी आवाज है कौमा गाटा मारू उत्ते नाटक लिखण ने मैनू याद कीता। हाँ बाबा जी, मैं कौमा गाटा मारू के इतिहास नू लोकाई तक पहुंचाना चाहना। चलो इसे बहाने तुसा सानू याद तां कीता। पंजाबियां ने इतिहास तां बनाया पर लिखिया नहीं। जे लिखिया तां मुड़ उसनू याद नहीं कीता। बच दा साका भी तां भुलिया विसरे ही रहा हुण तक। बाबा जी, जुल्मी कथा लिखण बारे किवें सोचिया? बच घाट दी त्रासदी पिछों हिंद सरकार ने 21 अक्तूबर 1914 ਨੂੰ ਤਫਤੀਸ਼ ਲਈ ਇੱਕ ਕਮੇਟੀ ਬਣਾਈ। ਇਸ ਕਮੇਟੀ ਨੇ 3 ਦਸੰਬਰ 1914 ਨੂੰ ਆਪਣੀ ਰਿਪੋਰਟ ਪੇਸ਼ ਕੀਤੀ। ਰਿਪੋਰਟ ਕੀ ਸੀ? ਬਸ ਇੱਕ ਝੂਠ ਦਾ ਪੁਲੰਦਾ ਸੀ। ਇਸ ਝੂਠ ਦੇ ਪੁਲੰਦੇ ਨੇ ਮੈਨੂੰ ਕੌਮਾ ਗਾਟਾ ਮਾਰੂ ਦੇ ਸੱਚ ਨੂੰ ਵਰਤਮਾਨ ਤੇ ਭਵਿੱਖ ਦੇ ਰੂਬਰੂ ਕਰਨ ਲਈ ਮਜਬੂਰ ਕੀਤਾ। ਬਾਬਾ ਜੀ, ਮਲਾਇਆ ਵਿੱਚ ਤੁਸੀਂ ਇੰਨਾ ਵਧੀਆ ਵਪਾਰ ਕਰ ਰਹੇ ਸੀ, ਫਿਰ ਅਚਾਨਕ ਕੈਨੇਡਾ ਨੂੰ ਜਹਾਜ਼ ਲੈ ਕੇ ਜਾਣ ਦੀ ਯੋਜਨਾ ਕਿਵੇਂ ਬਣੀ? दिसंबर 1913 की गल है। मेरा एक भागीदार मुड़ा सिंह कारोबार में $1200 की हेरा फेरी करके हांगकांग भज गया सी। उस खिलाफ अदालत में केस करके पैसा वसूली ने मैं कुछ दिन मलाया तो हांगकांग गया था। इत्थे मैं हर रोज गुरुद्वारे जाता था जो पंजाबियों की मिलनी का मुख्य केंद्र सी। 3 जनवरी 1914 ਨੂੰ गुरु गोबिंद सिंह जी का जन्म दिहाड़ा सी। दूरों नेड़ियों बहुत सारे श्रद्धालु आए हुए सन पर उस दिन एक भी पंजाबी सिख फौजी गुरुद्वारे ना आया। देश बैन तक परदेस कोई ना, देश बैन तक परदेस कोई ना, साडा परदेसियां दा देश कोई ना, साडा परदेसियां दा देश कोई ना। संगतो मैनू इत्थे पहुंच के पहली गल ये पता लगी है कि बहुत सारी संगत इत्थों अमेरिका कनेडा जाना चाहती है। यह भी पता लग्या है कि हिंदुस्तानियों को कोई जहाज कंपनी टिकट नहीं दे रही, जबकि अंग्रेज सानू कहते ने तुसी साडे लिए लड़ते हो ते तुहानू साडे राज विच हर देश विच जाण दा हक है। जे ये गल है तां सानू कनेडा जाण दी टिकट क्यों नहीं दी जा रही? सानू इस बारे विचार करने की लोड़ है। ते दूजी गल जो मैं नोट कीती वो ये है कि साडे फौजी सिख भरावां नू अफसरां ने गुरुद्वारे नहीं आउण दित्ता। ਅਸੀਂ ਗੁਲਾਮ ਜ਼ਰੂਰ ਹਾਂ ਪਰ ਇਹ ਸਾਡਾ ਧਾਰਮਿਕ ਹੱਕ ਹੈ। ਪਿਆਰਿਓ, ਗੁਰੂ ਗੋਬਿੰਦ ਸਿੰਘ ਨੇ ਧਰਮ ਤੇ ਕੌਮ ਦੀ ਰਾਖੀ ਲਈ ਆਪਣਾ ਸਰਵਨ ਸਵਾਰਿਆ ਹੈ। ਤੁਹਾਨੂੰ ਇਸ ਪਾਬੰਦੀ ਦਾ ਵਿਰੋਧ ਕਰਕੇ ਜਨਮ ਦਿਹਾੜੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋ, ਕੀ ਗੱਲ ਇੰਨੇ ਉਦਾਸ ਚਿਹਰੇ? ਭਾਸ਼ਣ ਦਿੰਦੇ ਵਕਤ ਵੀ ਮੈਂ ਦੇਖ ਰਿਹਾ ਸਾਂ ਤੁਸੀਂ ਸਾਰੇ ਚੁੱਪਚਾਪ ਲਾ ਕੇ ਕਨੁੱਕਰ ਵਿੱਚ ਬੈਠੇ ਸੀ। ਕੀ ਦੱਸੀਏ ਬਾਬਾ ਜੀ, ਅਸੀਂ ਪਿਛਲੇ 2 ਸਾਲਾਂ ਤੋਂ ਇੱਥੇ ਹਾਂਗਕਾਂਗ ਵਿੱਚ ਫਸੇ ਹੋਏ ਹਾਂ। ਮੈਨੂੰ ਪਤਾ ਇਸ ਵਾਰੀ ਕਰਦਿਆਂ ਬੁੱਢਾਪਨ ਬਹੁਤ ਜ਼ੋਰ ਲਾਇਆ ਜੀ ਜਾਣ ਵਾਸਤੇ ਪਰ ਕੋਈ ਬੰਦੋਬਸਤ ਨਹੀਂ ਹੋਇਆ, ਇਸ ਲਈ ਇੱਥੇ ਗੁਰਦੁਆਰੇ ਵਿੱਚ ਮੂਲ ਕੋਈ ਬੈਠੇ ਆ। ਕੌਣ ਲੋਕ ਕੈਨੇਡਾ ਜਾਣਾ ਚਾਹੁੰਦੇ ਆ? ਬਾਬਾ ਜੀ ਦੇ ਵਿਹਲੇ ਬੈਠੇ ਰਹਿੰਦੇ ਆ, ਅੱਗੇ ਜਾ ਨਹੀਂ ਹੁੰਦਾ, ਪਿੱਛੇ ਜਾਈਏ ਤਾਂ ਕਿਹੜਾ ਮੂੰਹ ਲੈ ਕੇ। ਬਾਬਾ ਜੀ, ਜ਼ਿਆਦਾਤਰ ਤਾਂ ਅਸੀਂ ਬਰਤਾਨਵੀ ਸਰਕਾਰ ਦੇ ਪੈਨਸ਼ਨੀਏ ਫੌਜੀ ਹਾਂ। ਕੁਝ ਕੁ ਨਾਮ ਕੱਟੇ ਫੌਜੀ ਨੇ, ਕਈ ਵੀਰ ਜ਼ਮੀਨਾਂ ਘਰ ਗਹਿਣੇ ਤੱਕ ਕੈਨੇਡਾ ਜਾਣ ਲਈ ਨਿਕਲੇ ਸੀ। ਹੁਣ ਸਾਰੇ ਇੱਥੇ ਫਸੇ ਹੋਏ ਆ। ਇੱਥੇ ਕੋਈ ਸਾਨੂੰ ਕੈਨੇਡਾ ਜਾਣ ਦੀ ਟਿਕਟ ਨਹੀਂ ਦਿੰਦੇ, ਸਾਨੂੰ ਠੱਗ ਲੈਂਦੇ। ਹੁਣ ਤੱਕ ਸੈਂਕੜੇ ਰੁਪਏ ਲੁਟਾ ਚੁੱਕੇ ਆ। ਬਾਬਾ ਜੀ, ਤੁਸੀਂ ਅੱਜ ਜਦੋਂ ਸੰਗਤ ਵਿੱਚ ਖੜੇ ਭਾਸ਼ਣ ਦੇ ਰਹੇ ਸੀ ਤਾਂ ਉਮੀਦ ਸੀ ਇੱਕ ਦਿਨ ਕਰਦੀ ਹੈ। ਕੋਈ ਗੱਲ ਨਹੀਂ, ਹੌਸਲਾ ਰੱਖੋ, ਮੈਨੂੰ ਥੋੜਾ ਪਤਾ ਕਰਨ ਦਿਓ। ਨਾਲੇ ਅੱਜ ਤੋਂ ਬਾਅਦ ਤੁਸੀਂ ਕਿਸੇ ਏਜੰਟ ਨੂੰ ਪੈਸਾ ਨਹੀਂ ਦੇਣਾ। ਇਹ ਸਭ ਠੱਗ ਨੇ ਤੇ ਕਿਸੇ ਵੀ ਤਰ੍ਹਾਂ ਤੁਹਾਡੀ ਮਦਦ ਨਹੀਂ ਕਰ ਸਕਦੀ। ਜਹਾਜ਼ਾਂ ਦੀਆਂ ਕੰਪਨੀਆਂ ਵੀ ਅੰਗਰੇਜ਼ਾਂ ਦੇ ਪ੍ਰਭਾਵ ਹੇਠ ਨੇ ਤੇ ਉਹਨਾਂ ਤੋਂ ਡਰਦੀਆਂ ਕਿਸੇ ਵੀ ਹਿੰਦੁਸਤਾਨੀ ਨੂੰ ਟਿਕਟ ਨਹੀਂ ਦਿੰਦੀਆਂ। ਇਹਦਾ ਮਤਲਬ ਅਸੀਂ ਕਦੇ ਵੀ ਕੈਨੇਡਾ ਦੀ ਧਰਤੀ ਤੇ ਪੈਰ ਨਹੀਂ ਪਾ ਸਕਦੇ। ਪਹਿਲਾਂ
ਬਾਬਾ ਜੀ ਦੀ ਗੱਲ ਤਾਂ ਪੂਰੀ ਹੋ ਲੈਣ ਦੇ ਵਿੱਚੇ ਬਲਾ ਸੁੱਟਾ ਮਾਰਦਾ ਹੈ। ਤੂੰ ਤਾਂ ਹਵੇਲੇ ਐਵੇਂ ਖਾਨ ਵੀ ਪੈਂਦਾ ਰਹਿਣਾ ਯਾਰ। ਮੈਂ ਤਾਂ ਭਾਈ ਕੇ ਪੁੱਛਿਆ ਸੀ, ਦੇਖੋ ਜੇ ਅਸੀਂ ਕੈਨੇਡੀਅਨ ਇਮੀਗ੍ਰੇਸ਼ਨ ਦੀਆਂ ਸ਼ਰਤਾਂ ਪੂਰੀਆਂ ਕਰ ਲਈਏ ਤਾਂ ਕੈਨੇਡਾ ਜਾਣ ਤੋਂ ਸਾਨੂੰ ਕੋਈ ਤੱਕ ਰੋਕ ਨਹੀਂ ਸਕਦੀ। ਸੱਚੀ ਬਾਬਾ ਜੀ? ਹਾਂ, ਜੇ ਕਿਸੇ ਤਰ੍ਹਾਂ 500 ਮੁਸਾਫਰ ਕੈਨੇਡਾ ਜਾਣ ਲਈ ਤਿਆਰ ਹੋ ਜਾਣ ਤਾਂ ਮੈਂ ਖੁਦ ਕਿਸੇ ਜਹਾਜ਼ ਦਾ ਪ੍ਰਬੰਧ ਕਰ ਲਵਾਂਗਾ। ਬਾਬਾ ਜੀ ਪ੍ਰਬੰਧ ਹੋ ਜਾਏਗਾ। ਕਾਕਾ ਤੁਸੀਂ ਵੀ ਕੈਨੇਡਾ ਜਾਣਾ ਚਾਹੁੰਦੇ ਹੋ? ਨਹੀਂ ਬਾਬਾ ਜੀ, ਮੈਂ ਤੇ ਮੇਰਾ ਇੱਕ ਸਾਥੀ ਵੀਰ ਸਿੰਘ ਤਾਂ ਪੜ੍ਹਾਈ ਵਾਸਤੇ ਅਮਰੀਕਾ ਜਾ ਰਹੇ ਸੀ। ਹਾਂਗਕਾਂਗ ਗੁਰਦੁਆਰੇ ਵਿੱਚ ਥਕੇਵਾਂ ਲਾਉਣ ਲਈ ਕੁਝ ਦਿਨ ਰੁਕੇ ਹੋਏ ਸੀ, ਪਰ ਇੱਥੇ ਬਸ ਇਹਨਾਂ ਭਰਾਵਾਂ ਦੀ ਤਰਸਯੋਗ ਹੱਥ ਦੇਖ ਕੇ ਤੇ ਤੁਹਾਡੇ ਵਿਚਾਰ ਸੁਣ ਕੇ ਸਾਡਾ ਮਨ ਬਦਲ ਗਿਆ ਏ। ਇਹਨਾਂ ਦੀ ਕੁਝ ਕਰਨ ਵਿੱਚ ਤੁਹਾਡਾ ਸਾਥ ਦੇ ਸਕੀਏ ਤਾਂ ਚੰਗਾ ਹੈ, ਪੜ੍ਹਾਈ ਤਾਂ ਅਸੀਂ ਬਾਅਦ ਚ ਵੀ ਕਰ ਲਾਂਗੇ। ਸ਼ਾਬਾਸ਼ ਪੁੱਤਰਾ, ਜੇ ਇਹੀ ਜਜ਼ਬਾ ਹਰ ਹਿੰਦੁਸਤਾਨੀ ਦੇ ਮਨ ਵਿੱਚ ਪੈਦਾ ਹੋ ਜਾਏ ਤਾਂ ਗੁਲਾਮੀ ਦੀਆਂ ਬੇੜੀਆਂ ਤਾਂ ਝਟਕੇ ਵਿੱਚ ਹੀ ਟੁੱਟ ਜਾਣ। ਮੇਰਾ ਨਾਮ ਕੀ ਹੈ? ਜੀ ਦਲਜੀਤ ਸਿੰਘ। ਠੀਕ ਹੈ, ਤੁਸੀਂ ਦੋਵੇਂ ਮੇਰੇ ਨਾਲ ਜਹਾਜ਼ ਉੱਤੇ ਲਿਖਤ ਪੜਤ ਦੇ ਕੰਮ ਨੂੰ ਸੰਭਾਲੋਗੇ। ਜੋ ਹੁਕਮ ਬਾਬਾ ਜੀ। ਮੈਂ ਵਾਪਸ ਜਾ ਕੇ ਜਹਾਜ਼ ਦਾ ਇੰਤਜ਼ਾਮ ਕਰਦਾ। ਕਾਕਾ ਦਲਜੀਤ, ਤੂੰ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਨਾਲ ਰਾਬਤਾ ਕਾਇਮ ਕਰ ਤੇ ਸਾਡੀ ਇਸ ਯੋਜਨਾ ਬਾਰੇ ਉਹਨਾਂ ਨੂੰ ਦੱਸ। ਬਾਕੀ ਜਿਹੜੇ ਮੁਸਾਫਰ ਜਾਣ ਦੇ ਚਾਹਵਾਨ ਹੋਣ ਉਹਨਾਂ ਤੋਂ $20 ਦੇ ਹਿਸਾਬ ਨਾਲ ਪੈਸੇ ਲੈ ਕੇ ਬੈਂਕ ਵਿੱਚ ਜਮ੍ਹਾਂ ਕਰਵਾ ਦੇ। ਠੀਕ ਹੈ ਸੰਗਤੋ, ਮਿਲਦੇ ਆਂ। ਤੁਰਦੀ ਸਾਨੂੰ ਟਿਕਟ ਮਿਲੀ ਨਾ, ਕਰਿਆ ਸੀ ਉਜਰ ਬਥੇਰਾ ਬਈ। ਤੁਰਦੀ ਸਾਨੂੰ ਟਿਕਟ ਮਿਲੀ ਨਾ, ਕਰਿਆ ਸੀ ਉਜਰ ਬਥੇਰਾ। ਬੈਠੇ ਸਾਂ ਤੱਕ ਹਾਰ ਕੇ ਜ਼ਿੰਦਗੀ ਸੀ ਗੁੱਪ ਹਨੇਰਾ ਬਈ। ਬੈਠੇ ਸਾਂ ਹੱਕ ਹਾਰ ਕੇ ਜ਼ਿੰਦਗੀ ਸੀ ਗੁੱਪ ਹਨੇਰਾ। ਬਾਬਾ ਜੀ ਨੇ ਦਿੱਤਾ ਹੌਸਲਾ, ਬਾਬਾ ਜੀ ਨੇ ਦਿੱਤਾ ਹੌਸਲਾ। ਫਿਕਰਾਂ ਕਰ ਕੋਈ ਨਾ, ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ, ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ। ਇਹਨਾਂ ਲੋਕਾਂ ਦੀ ਮਦਦ ਕਰਨ ਵਾਸਤੇ ਮੈਂ ਸਿੱਧਾ ਕਲਕੱਤੇ ਗਿਆ। ਗੁਰੂ ਨਾਨਕ ਸਟੀਮਸ਼ਿਪ ਕੰਪਨੀ ਦੇ ਨਾਮ ਹੈ ਕਲਕੱਤੇ ਤੋਂ ਸਿੱਧਾ ਕੈਨੇਡਾ ਨੂੰ ਜਹਾਜ਼ ਚਲਾਉਣ ਲਈ 13 ਤੇ 27 ਫਰਵਰੀ 1914 ਨੂੰ ਦੋ ਇਸ਼ਤਿਹਾਰ ਦਿੱਤੇ। ਇੱਥੇ ਮੈਂ ਜਹਾਜ਼ ਲੱਭਣ ਦੀ ਬੜੀ ਕੋਸ਼ਿਸ਼ ਕੀਤੀ, ਪਰ ਕਲਕੱਤੇ ਵਿੱਚ ਨਾ ਤਾਂ ਮੈਨੂੰ ਕੋਈ ਜਹਾਜ਼ ਮਿਲਿਆ ਤੇ ਨਾ ਹੀ ਕੋਈ ਮੁਸਾਫਰ। ਵਾਪਸ ਸਿੰਗਾਪੁਰ ਮੁੜਿਆ, ਇੱਥੇ ਵੀ ਗੱਲ ਨਾ ਬਣੀ। ਆਖਿਰ ਮੈਂ ਹਾਂਗਕਾਂਗ ਪਰਤਿਆ। ਇੱਥੇ ਇੱਕ ਜਾਪਾਨੀ ਕੰਪਨੀ ਕੋਲੋਂ ਕੋਮਾਗਾਟਾਮਾਰੂ ਨਾਮਕ ਜਹਾਜ਼ 6 ਮਹੀਨਿਆਂ ਲਈ $11,000 ਪ੍ਰਤੀ ਮਾਹ ਕਿਰਾਏ ਤੇ ਲੈ ਲਿਆ। ਉਧਰ ਦੂਜੇ ਪਾਸੇ ਖਾਲਸਾ ਦੀਵਾਨ ਸੁਸਾਇਟੀ ਕੈਨੇਡਾ ਨੇ ਉਹਨਾਂ ਨੂੰ ਇੱਕ ਚਿੱਠੀ ਰਾਹੀਂ ਦੱਸਿਆ ਕਿ ਕੈਨੇਡਾ ਸਰਕਾਰ ਵੱਲੋਂ ਲਗਾਈਆਂ ਗਈਆਂ ਬੰਦਸ਼ਾਂ ਖਤਮ ਹੋ ਗਈਆਂ ਹਨ। ਇਸ ਲਈ ਉਹਨਾਂ ਨੂੰ ਜਹਾਜ਼ ਦਾ ਪ੍ਰਬੰਧ ਕਰਕੇ ਹਰ ਹਾਲਤ ਵਿੱਚ 31 ਮਾਰਚ 1914 ਤੋਂ ਪਹਿਲਾਂ ਹਾਂਗਕਾਂਗ ਤੋਂ ਚੱਲ ਪੈਣਾ ਚਾਹੀਦਾ ਹੈ। ਪਰ ਹਾਂਗਕਾਂਗ ਪੁਲਿਸ ਨੇ 25 ਮਾਰਚ 1914 ਨੂੰ ਅਚਾਨਕ ਗੁਰਦੇਵ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਜਹਾਜ਼ ਸੰਬੰਧੀ ਪੁੱਛਗਿੱਛ ਕੀਤੀ, ਕਾਗਜ਼ਾਤ ਚੈੱਕ ਕੀਤੇ, ਪਰ ਮਿਲਿਆ ਕੁਛ ਨਾ। ਜਹਾਜ਼ ਰਵਾਨਗੀ ਦੀ ਤਿਆਰ ਸੀ, ਪਰ ਹਾਂਗਕਾਂਗ ਦਾ ਗਵਰਨਰ ਰਵਾਨਗੀ ਪੱਤਰ ਨਹੀਂ ਸੀ ਦੇ ਰਿਹਾ। ਇੱਕ ਸ਼ਾਮ ਗੁਰਦੇਵ ਸਿੰਘ ਨੂੰ ਉਸਦਾ ਮਲਾਇਆ ਦਾ ਅੰਗਰੇਜ਼ ਮਿੱਤਰ ਮਿਸਟਰ ਸੇਵਰ ਮਿਲੇ, ਜੋ ਉਸ ਵੇਲੇ ਹਾਂਗਕਾਂਗ ਦਾ ਟੀ ਗਵਰਨਰ ਸੀ। ਉਸਨੇ ਗੁਰਦੇਵ ਸਿੰਘ ਨੂੰ ਮਿਲਣ ਲਈ ਅਗਲੇ ਦਿਨ ਆਪਣੇ ਦਫ਼ਤਰ ਬੁਲਾਇਆ। ਮਿਸਟਰ ਸੇਵਕ, ਮਾਫ करना, कल मैं तुम्हें पहचान नहीं सका। हर बात नहीं गुरदेव सिंह, कभी कभी ऐसा हो जाता है। हाँ, मैं तो हड्डी कुछ लेके आया। खर्चे, तुम मेरे दोस्त हो और अच्छी तरह जानते हो मैं किसी से खाली लेना तो दूर उसको देखना भी पसंद नहीं करता। दरअसल मिस्टर सेवक, मैं कुछ बार हिंदुस्तान ला गया, इस करके इसको आइडिया न्यू रिवाज बन गया। ये तो हमें बुरा लग गया, तो मैं दिलों माफी मांगता। नो, इसमें माफी का कोई बात नहीं। मिस्टर सेवक, सरकार ने कोमागाटा मरुदा रवानगी पत्र इतना लेट क्यों कर देता? मैंने कैनेडियन और इंडियन गवर्नमेंट को टेलीग्राम से जानकारी भेजी थी कि कोमागाटामारू पंजाब के लेकर कनाडा जा रहा है। इस सिलसिले में उनकी राय मांगी थी, इसी कारण मुझे परमिशन लेटर रोकना पड़ा। लेकिन आज एक वीक हो गया है, उन्होंने कोई जवाब नहीं दिया। अब मैंने तुम्हारा परमिशन लेटर साइन कर दिया है। सर बहुत बहुत शुक्रिया, थैंक यू सो मच। जी, तुम मुझे एक बात बता सकता है? हाँ हाँ, क्यों नहीं। तुम अपना जहाज कनाडा क्यों ले जाना चाहता है? साहब, साडे देश की माली इकलाकी ते विदेश दशा बहुत खराब है। हिंद सरकार ने भी विद्या ते खेती की तरक्की वास्ते कोई उपराला नहीं किया। ਸਰ ਹੋਰ ਵੀ ਕਈ ਕਾਰਨ ਨੇ ਜਿਨ੍ਹਾਂ ਕਰਕੇ ਸਾਨੂੰ ਸੁਤੰਤਰ ਦੇਸ਼ਾਂ ਵਿੱਚ ਜਾ ਕੇ ਹੁਨਰ ਸਿੱਖਣ ਤੇ ਪੈਸਾ ਕਮਾਉਣ ਦੀ ਭਾਰੀ ਲੋੜ ਹੈ। इस वेले चीनी कौम भी अपने देश की तरक्की लिए यत्न कर रही है। साडा भी फर्ज बनता है कि हिम्मत करिए ते पैसा कमा के देश का मुंह मत्ता सवारिए। इस काम के लिए तुम कितने हिंदुस्तानी तैयार हो? साहब, कुल मिला के 25,000 तो होंगे। मेरा ये पहला फेरा है कश्मीर के तौर पे। वापस आके मैं और जहाज तैयार करके कलकत्ते तो कनाडा ते मुंबई तो ब्राजील ही जाऊंगा। अगर कनाडा में तुम्हें उतरने न दिया गया तो क्या करोगे? ਸਰ ਪਿਛਲੇ ਸਾਲ ਨਵੰਬਰ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ 39 ਸਿੱਖਾਂ ਨੂੰ ਉੱਥੋਂ ਬਾਹਰ ਕੱਢਣ ਲਈ ਵਿਕਟੋਰੀਆ ਦੀ ਅਦਾਲਤ ਵਿੱਚ ਕੇਸ ਕੀਤਾ ਸੀ, ਪਰ ਚੀਫ ਜਸਟਿਸ ਹੰਟਰ ਨੇ ਸਿੱਖਾਂ ਦੇ ਹੱਕ ਵਿੱਚ ਫੈਸਲਾ ਸੁਣਾਉਂਦਿਆਂ ਇਸ ਪੁਰਾਣੇ ਕਾਨੂੰਨ ਨੂੰ ਗੈਰ ਸੰਵਿਧਾਨਿਕ ਕਰਾਰ ਦਿੱਤਾ ਹੈ। ਸੁਣ ਹਿੰਦੁਸਤਾਨੀਆਂ ਦੇ ਕੈਨੇਡਾ ਜਾਣ ਤੇ ਕੋਈ ਰੋਕ ਨਹੀਂ। ਤੇ ਦੂਜਾ ਅਸੀਂ ਬਰਤਾਨਵੀ ਪਰਦਾ ਹੋਣ ਦੇ ਨਾਤੇ ਕੈਨੇਡਾ ਉਤਰਨ ਦੇ ਹੱਕਦਾਰ ਹਾਂ। ਜੇ ਫਿਰ ਵੀ ਕੈਨੇਡੀਅਨ ਸਰਕਾਰ ਨਾ ਮੰਨੀ ਤਾਂ ਅਸੀਂ ਜਹਾਜ਼ ਬ੍ਰਾਜ਼ੀਲ ਲੈ ਜਾਵਾਂਗੇ। ਸਰ ਉਹ ਇੱਕ ਆਜ਼ਾਦ ਮੁਲਕ ਹੈ, ਇਹ ਨਵੀਂ ਆਬਾਦੀ ਦੀ ਲੋੜ ਵੀ ਹੈ। मैं भी
आ जाए। गुड लक। थैंक यू सो मच। पिंडा चों विच ज़मीनां ओटा चों ना कटवा के भाई पिंडा चों विच ज़मीनां ओटा चों ना कटवा के जाना है असीं कनेडा आवांगे नोट कमा के भाई जाना है असीं कनेडा आवांगे नोट कमा के मत्थे विच जो है लिखिया मत्थे विच जो है लिखिया मिट सके कोई ना साडा परदेसियां दा देश कोई ना साडा परदेसियां दा देश कोई ना। आख्या पत्र मिलन की खबर जो ही हांगकांग के गुरुद्वारे में सुनाई गई तो चारे पासे बोले सो निहाल दे जयकारे गूंजन लगे। गुरु ग्रंथ साहिब जी की हजूरी में संत नाव कमल सिंह ने अरदासा सोधिया कि जहाज का नाम गुरु नानक जहाज रख के उस विच श्री गुरु ग्रंथ साहिब जी को सुशोभित किया गया। मुसलमानों को नमाज अदा करन ते हिंदुओं को पूजा करने वास्ते एक कमरा दिता गया। जहाज के डेक ऊपर केसरी निशान साहब लगाउण तो बाद तीनों कौमां दे सम्मान लई तीन होर झंडे लगा के एक ऊपर सत श्री अकाल दूजे ऊपर वंदे मातरम ते तीजे ऊपर अल्लाह अकबर लिखा गया। जहाज रानी के नियमां मुताबक जहाज विच डॉक्टर रघुनाथ सिंह भी नियुक्त किया गया। 4 अप्रैल 1914 ਨੂੰ जहाज हांगकांग तो कनेडा ਲਈ रवाना होया सी। जहाज चलने को कुछ दिन बाद कनाडा सरकार ने हांगकांग के गवर्नर को खिताब भेजा कि जब तक नवा कानून नहीं बनता इस जहाज में चलने की आज्ञा ना दी जाए। पर जहाज तो रवाना हो चुका है। जहाज में कुल 376 मुसाफिर सन जिन्हां विच 340 सिख 24 मुसलमान ते 12 हिंदू। 8 अप्रैल ਨੂੰ जहाज चीन के शहर शंघाई और 19 अप्रैल ਨੂੰ जापान की बंदरगाह मोची पहुंचे। मोची के होटल में उन्होंने बड़ी अजीब घटना वापरी जो गुरदेव सिंह ਨੂੰ देश आजाद होने तक कदे ना भुल सके। बाबा जी मैं तो ये भी सुनिया भई इत्थे होटलां 'च औरतां खुला नाच करदियां ने। कल्ला नाच ही नहीं करदियां प्यार सियां और भी बहुत कुछ करदियां ने। भई जो भी करदियां ने पर है तां गलत ऐ तां सारी दुनिया ही करदी तू फिर। मैनेजर साहब एक मिनट गल सुनियो। क्या बात है? एक गल दसो भाई थोड़े देश विच खुला विचार क्या होता? कौन सा ऐसा देश है जहाँ विचार नहीं होता? देखो जी साडे देश च तीवियां ਨੂੰ ਇੰਨੀ ਖੁੱਲਦੀ जो भी हो पर विचार तो जरूर होता होगा। ਉਹ ਨਾਨਾ ਮੈਨੇਜਰ ਸਾਹਿਬ ਕਮਾਲ ਕਰੀ ਜਾਂਦੇ ਹੋ ਤੁਸੀਂ ਸਾਡੇ ਮੁਲਕ ਚ ਭੋਰਾ ਵੀ ਇਸ ਤਰ੍ਹਾਂ ਨਹੀਂ ਹੁੰਦਾ। देखो ये अपना अपना देश का किंग है। जो काम तुम लुक छुप के करता है वो हमारे देश में खुलेआम होता है। और तो केवल ढंग का ही है ना तो पानी लोग कोई भी काम चोरी से नहीं करता। पर मैनेजर साहब ਇਹਦੇ ਨਾਲ ਬਾਹਰੋਂ ਆਉਣ ਵਾਲਿਆਂ ਉੱਤੇ ਤਾਂ ਬੁਰਾ ਅਸਰ ਪੈਂਦਾ ਹੈਗਾ। इससे हमें कोई फर्क नहीं पड़ता। हमारा लोग इसको बुरा नहीं मानता और साथ में इससे हमें फायदा भी तो होता है। इससे हमारे देश में बाहर से पैसा आता है और आबादी की जरूरत पूरी होती है। ਆਬਾਦੀ ਕੀ मतलब? आप लोग नहीं समझ सकते। बात दरअसल ये है कि हमारा देश बहुत ही छोटा है। रूस के साथ युद्ध में हमारा लाखों शहीद हो गया। बहुत सा नौजवान युद्ध की भेंट चढ़ गया। इसीलिए हम चाहता है कि ज्यादा से ज्यादा बच्चा पैदा किया जाए जिससे आबादी बढ़ाई जा सके। क्योंकि ਇਹੋ ਤੁਹਾਡਾ ਕੌਮੀ ਆਚਰਣ ਹੈ कि हराम दे बच्चे जन के आबादी ਵਿੱਚ वाधा किया जाए। तुम हिंदुस्तानी हमको कौमी आचरण सिखाएगा? ये हमारा अपना देश है। हम जो चाहे कर सकता है। और तुम जरा अपना हाल तो देखो। 30 करोड़ की आबादी है तुम्हारी और एक छोटी सी कौम ने आगे लगा रखा है तुमको। ना कोई घर पूछता है न बाहर हर तरफ धक्का ही धक्का। गुलामी से बढ़कर कोई विचार नहीं होता। आई बात समझ में? ओ मैनेजर तू बाबा जी में बोल रहा है। ओ अगर कुछ गलत बोला गया हो तो माफ करना सरदार जी लेकिन सच तो यही है। चलो दलजीत बिल दिओ ते चलिए। मैनेजर ने जो कहा वही सच है। एक कोड़ा सच। हुंदी है की गुलामी दसिया सी उस जवानी भाई हुंदी है की गुलामी दसिया सी उस जवानी भाई अनका ते गैरत बाजों कक्का दी है जिंदगानी भाई अनका ते गैरत बाजों कक्का दी है जिंदगानी उधर दर भरिया ना कर दे दर दर भरिया ना कर दे सुनता पर कोई ना साडा परदेसियां दा देश कोई ना साडा परदेसियां दा देश कोई ना। बाबा जी ਇਹਨੇ ਬਦਲੀ ਕਰੀ ਭਗਵਾਨ ਸਿੰਘ ਜੀ ਜੋ ਚੇਤੇ ਤੌਰ ਤੇ ਸਾਨੂੰ ਮਿਲਣ ਆਏ ਨੇ। सत श्री अकाल बाबा जी। सत श्री अकाल। की होया बाबा जी हाथ नहीं बनाया तुसी? मैं पत्ते दे नाल हाथ नहीं ला सकता। गुरु दा सिंह हो के सारी केस खत्म कराए हुए ने। बाबा जी ਤੁਹਾਡਾ ਰੋਸ ਸਿਰ ਮੱਥੇ ਤੇ ਪਰ ਮੇਰੀ ਮਜਬੂਰੀ ਸੀ। ਇਮੀਗ੍ਰੇਸ਼ਨ ਵਾਲਿਆਂ ਨੇ ਮੈਨੂੰ ਜ਼ਬਰਦਸਤੀ ਕੈਨੇਡਾ ਤੋਂ ਜਹਾਜ਼ ਚੜਾ ਕੇ ਵਾਪਸ ਭੇਜ ਦਿੱਤਾ।
ਜਾਪਾਨ ਆ ਕੇ ਮੈਂ ਕਿਸੇ ਢੰਗ ਨਾਲ ਉਹਨਾਂ ਦੇ ਜੰਗਲ ਵਿੱਚੋਂ ਬਾਹਰ ਨਿਕਲਿਆ ਤੇ ਆਪਣਾ ਭੇਸ ਵਟਾਉਣ ਖਾਤਰ ਮੈਨੂੰ ਦਾੜੀ ਕੇਸ ਕਤਲ ਕਰਾਉਣੇ ਪਏ। ਮੇਰਾ ਤਾਂ ਆਪ ਦਿਲ ਕਰਦਾ ਕਿ ਮੈਂ ਕੇਸ ਰੱਖਾਂ, ਪਰ ਹਾਲਾਤਾਂ ਹੱਥੋਂ ਮਜਬੂਰ ਹਾਂ ਬਾਬਾ ਜੀ। ਦਲਜੀਤ, ਇਹ ਭਾਈ ਸਾਹਿਬ ਕੌਣ ਨੇ? ਇਹ ਬਰਕਤੁੱਲਾ ਜੀ ਨੇ। ਇੱਥੇ ਟੋਕੀਓ ਯੂਨੀਵਰਸਿਟੀ ਵਿੱਚ ਫਾਰਸੀ ਪੜ੍ਹਾਉਂਦੇ ਨੇ ਤੇ ਬਦਰ ਪਾਰਟੀ ਦੇ ਸਰਗਰਮ ਨੇਤਾ ਨੇ। ਇਹ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ। ਸ਼ੁਕਰੀਆ ਬਾਬਾ ਜੀ। ਅਸੀਂ ਤੁਹਾਨੂੰ ਕੈਨੇਡਾ ਦੇ ਪ੍ਰੈਸਟੀਜੀਅਸ ਵਿਭਾਗ ਬਾਰੇ ਇਤਲਾਹ ਦੇਣਾ ਹੈ। ਇਮੀਗ੍ਰੇਸ਼ਨ ਅਫਸਰ ਰੀਡ ਤੇ ਵਿਲੀਅਮ ਹੌਕਿਨਸਨ ਤੋਂ ਬਚਣਾ ਬਹੁਤ ਮੁਸ਼ਕਿਲ ਹੈ। ਰੀਡ ਹਿੰਦੁਸਤਾਨੀਆਂ ਨੂੰ ਉੱਕੇ ਪਸੰਦ ਨਹੀਂ ਕਰਦਾ। ਉਹ ਕਦੇ ਵੀ ਨਹੀਂ ਚਾਹੂ ਕਿ ਤੁਸੀਂ ਕੈਨੇਡਾ ਦੀ ਧਰਤੀ ਤੇ ਪੈਰ ਪਾਓ। ਸਾਨੂੰ ਉਹਨਾਂ ਤੋਂ ਡਰਨ ਦੀ ਕੀ ਲੋੜ ਹੈ? ਅਸੀਂ ਉਹਨਾਂ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਾਂ। ਬਾਬਾ ਜੀ, ਕੈਨੇਡਾ ਸਰਕਾਰ ਤੇ ਹਿੰਦ ਸਰਕਾਰ ਲੜ ਕੇ ਜਾਂਦੀਆਂ ਨੇ। ਕੈਨੇਡਾ ਸਰਕਾਰ ਆਪਣੀ ਨੀਤੀ ਤੇ ਡਟੀ ਹੋਈ ਹੈ। ਉਸਨੇ ਇੱਕ ਵੀ ਹਿੰਦੁਸਤਾਨੀ ਨੂੰ ਆਪਣੇ ਦੇਸ਼ ਵਿੱਚ ਨਾ ਵੜਨ ਦੀ ਕਸਮ ਖਾਧੀ ਹੋਈ ਹੈ। ਕੌਮਾਂ ਘੰਟਾ ਮਾਰ ਦੇ ਮੁਸਾਫਰਾਂ ਦਾ ਬੈਂਕ ਤੋਂ ਉਤਰਨਾ ਕਾਫੀ ਔਖਾ ਹੈ। ਤੂੰ ਚੰਗਾ ਬੰਦਾ ਪੁੱਤਰਾ, ਐਵੇਂ ਸਾਨੂੰ ਡਰਾਈ ਜਾਂਦਾ। ਡਰਾ ਨਹੀਂ ਰਿਹਾ, ਬਲਕਿ ਆਪਣੇ ਭੈਣ ਭਾਈ ਸਮਝ ਕੇ ਕੈਨੇਡਾ ਸਰਕਾਰ ਦਾ ਅਸਲੀ ਚਿਹਰਾ ਤੁਹਾਨੂੰ ਦਿਖਾ ਰਹੇ ਹਾਂ ਤਾਂ ਕਿ ਤੁਸੀਂ ਹੁਸ਼ਿਆਰ ਰਹੋ। ਵੇ ਭਾਈ, ਅਸੀਂ ਉਹਨਾਂ ਦਾ ਕੀ ਮਾੜਾ ਕੀਤਾ ਜਿਹੜਾ ਸਾਨੂੰ ਉੱਤਰ ਨਹੀਂ ਦੇਣਗੇ? ਅਸੀਂ ਕੋਈ ਚੋਰ ਚੱਕੇ ਘੋੜਾ ਕਿਸੀ ਕਿਸਾਨਾ ਕੰਮ ਬੈਠੇ ਕਰਦੇ ਸੀ, ਕੰਮ ਹੀ ਉੱਥੇ ਕਰਾਂਗੇ। ਦੇਖੋ, ਤੁਸੀਂ ਕੋਈ ਇੱਕ ਦੋ ਬੰਦੇ ਤਾਂ ਹੈ ਨਹੀਂ ਜੋ ਵੱਡੀ ਲੈ ਕੇ ਉਤਰ ਜਾਓਗੇ। ਇਸ ਲਈ ਤੁਰਨ ਤੋਂ ਪਹਿਲਾਂ ਮਸ਼ਵਰਾ ਕਰ ਲਿਓ ਤਾਂ ਕਿ ਤੁਹਾਨੂੰ ਕੋਈ ਮੁਸ਼ਕਲ ਨਾ ਆਵੇ। ਅਸੀਂ ਤੁਹਾਡੇ ਖੈਰ ਹਾਂ, ਕੋਈ ਪਰਾਏ ਨਹੀਂ। ਕੈਨੇਡਾ ਸਰਕਾਰ ਬਹੁਤ ਵਧੀਆ ਹੈ। ਸਰ, ਇਸ ਬਾਰੇ ਹਾਂਗਕਾਂਗ ਵਿੱਚ ਅਸੀਂ ਇੱਕ ਅੰਗਰੇਜ਼ ਵਕੀਲ ਮਿਸਟਰ ਹੈਰਿਸ ਦੀ ਵੀ ਸਲਾਹ ਲਈ ਹੈ। ਉਸਨੇ ਵੀ ਇਹੀ ਕਿਹਾ ਹੈ ਕਿ ਤੁਹਾਡਾ ਇਹ ਸਫ਼ਰ ਕੈਨੇਡਾ ਦੇ ਕਾਨੂੰਨ ਅਨੁਸਾਰ ਹੈ, ਤੁਹਾਨੂੰ ਕੋਈ ਦਿੱਕਤ ਨਹੀਂ ਆਵੇਗੀ। ਮੈਨੂੰ ਤਾਂ ਕੋਈ ਆਸ ਨਹੀਂ। ਦੇਖੋ ਭਾਈ ਸਾਹਿਬ, ਤੁਹਾਨੂੰ ਕੋਈ ਆਸ ਹੋਏ ਜਾਂ ਨਾ, ਪਰ ਸਾਨੂੰ ਬਾਬਾ ਜੀ ਤੇ ਪੂਰਾ ਭਰੋਸਾ। ਦੇਖੋ, ਜੇ ਕੈਨੇਡਾ ਸਰਕਾਰ ਨੇ ਕੌਮਾਂ ਘਾਟਾ ਮੋੜ ਦੇ ਮੁਸਾਫਰਾਂ ਨੂੰ ਨਾ ਉਤਰ ਦਿੱਤਾ ਤਾਂ ਅਸੀਂ ਕੈਨੇਡਾ ਦੀ ਰਾਹ ਦਾ ਕੁੰਡਾ ਕਟਾਵਾਂਗੇ। ਤਾਂ ਤੁਸੀਂ ਸਭ ਤੋਂ ਸਿਆਣੇ ਹੋ ਬਾਬਾ ਜੀ। ਚਲੋ ਠੀਕ ਹੈ, ਇਸੇ ਬਹਾਨੇ ਇਹ ਵੀ ਪਤਾ ਲੱਗ ਜਾਊ ਕਿ ਹਿੰਦ ਸਰਕਾਰ ਸਾਡੀ ਕਿੰਨੀ ਹਮਦਰਦ ਹੈ। ਬਾਬਾ ਜੀ, ਮੇਰੇ ਕੋਲ ਕੁਝ ਗਲਤੀ ਸਾਹਿਤ ਹੈ, ਇਹ ਮੈਂ ਮੁਸਾਫਰਾਂ ਵਿੱਚ ਮੰਨਣਾ ਚਾਹੁੰਦਾ ਤਾਂ ਜੋ ਇਹਨਾਂ ਨੂੰ ਆਜ਼ਾਦੀ ਦਾ ਮਤਲਬ ਸਮਝੇ। ਦੇਖੋ ਵਰਤੋਲਾ ਜੀ, ਬੁਰਾ ਨਾ ਮੰਨਿਓ। ਮੈਨੂੰ ਲੱਗਦਾ ਪਿਸਤਾ ਜੜ ਵਿੱਚ ਨਾ ਹੀ ਪਈਏ ਤਾਂ ਚੱਲੇ। ਤੁਹਾਨੂੰ ਤਾਂ ਪਤਾ ਹੀ ਹੈ ਕਿ ਗਦਰ ਖਵਾ ਹਿੰਦ ਸਰਕਾਰ ਨੇ ਬੈਨ ਕੀਤਾ ਹੋਇਆ। ਅੱਗੇ ਐਵੇਂ ਨੂੰ ਪੰਗਾ ਖੜਾਓ, ਬਾਕੀ ਮੁਸਾਫਰਾਂ ਦੀ ਆਪਣੀ ਮਰਜ਼ੀ ਹੈ, ਮੇਰੀ ਕੋਈ ਜ਼ਿੰਮੇਵਾਰੀ ਨਹੀਂ। ਠੀਕ ਹੈ ਬਾਬਾ ਜੀ, ਚੱਲਦੇ ਹਾਂ। ਭਗਵਾਨ ਸਿੰਘ ਜੀ, ਇੱਕ ਬੇਨਤੀ ਕਰਨੀ ਸੀ। ਬੈਂਕ ਨਹੀਂ ਹੁਕਮ ਕਰੋ। ਮੈਂ ਤੁਹਾਡੀਆਂ ਕਈ ਕਵਿਤਾਵਾਂ ਪੜ੍ਹੀਆਂ ਨੇ, ਜੇ ਅੱਜ ਸਬੱਬੀ ਮੇਲ ਹੋਈ ਨੇ ਤਾਂ ਆਪਣੀ ਇੱਕ ਕਵਿਤਾ ਸੁਣਾ ਦਿਓ। ਹਾਂ ਹਾਂ, ਕਿਉਂ ਨਹੀਂ। ਸਾਰੀ ਖੱਕ ਖੁਦਾਏ ਬੇਦਾਰ ਬੈਠੀ, ਸੁੱਤਾ ਜਾਗਦਾ ਤੂੰ ਹਿੰਦੁਸਤਾਨ ਕਿਉਂ ਨਹੀਂ। ਕੁਲੀ ਕੁਲੀ ਪੁਕਾਰਦਾ ਜੱਗ ਸਾਨੂੰ, ਸਾਡਾ ਝੂੜ ਦਾ ਕਿਤੇ ਨਿਸ਼ਾਨ ਕਿਉਂ ਨਹੀਂ। ਜਿੱਧਰ ਜਾਵਦੇ ਮਾਰ ਦੁਰਕਾਰ ਪੈਂਦੀ, ਜਿੱਧਰ ਜਾਵਦੇ ਮਾਰ ਦੁਰਕਾਰ ਪੈਂਦੀ, ਕੋਈ ਅਸਾਂ ਉੱਤੇ ਮਿਹਰਬਾਨ ਕਿਉਂ ਨਹੀਂ। ਭਾਈ ਟੋਟ ਰੁਖਾ ਗਏ ਖੇਤ ਸਾਡਾ, ਹਿੰਦੁਸਤਾਨ ਦਾ ਕੋਈ ਕਿਸਾਨ ਕਿਉਂ ਨਹੀਂ। ਲੱਗੀ ਅੱਗ ਤੇ ਜਲੇ ਘਰ ਬਾਰ ਸਾਡਾ, ਉੱਠਦੇ ਉਸ ਨੂੰ ਅਸੀਂ ਬੁਝਾਣ ਕਿਉਂ ਨਹੀਂ। ਜਬ ਬਾਣ ਲੱਗੇ ਤਬ ਰੋਜ਼ ਜਾਗੇ, ਜਬ ਬਾਣ ਲੱਗੇ ਤਬ ਰੋਜ਼ ਜਾਗੇ, ਸੀਨੇ ਵੱਜਾ ਅਸਾਂ ਦੇ ਬਾਣ ਕਿਉਂ ਨਹੀਂ। ਸੀਨੇ ਵੱਜਾ ਅਸਾਂ ਦੇ ਬਾਣ ਕਿਉਂ ਨਹੀਂ। ਦੁਆ ਕਰਾਂਗੇ ਤੁਹਾਡੀ ਯਾਤਰਾ ਸਫਲ ਹੋਵੇ। ਵੰਦੇ ਮਾਤਰਮ, ਵੰਦੇ ਮਾਤਰਮ, ਵੰਦੇ ਮਾਤਰਮ, ਵੰਦੇ ਮਾਤਰਮ। ਚੰਗਾ ਬਾਬਾ ਜੀ, ਚੱਲਦੇ ਹਾਂ। ਹਿੰਦ ਸਰਕਾਰ ਦੀ ਪੜਤਾਲ ਕਮੇਟੀ ਨੇ ਮੁੱਖ ਇਲਜ਼ਾਮ ਹੀ ਇਹ ਲਗਾਇਆ ਸੀ ਕਿ ਯੋਕੋਹਾਮਾ ਵਿੱਚ ਭਗਵਾਨ ਸਿੰਘ ਤੇ ਬਰਕਤੁੱਲਾ ਜਹਾਜ਼ ਤੇ ਆਏ ਤੇ ਮੁਸਾਫਰਾਂ ਵਿੱਚ ਗਦਰੀ ਸਾਹਿਬ ਵੰਡ ਕੇ ਗਏ। ਇਹ ਦੋਵੇਂ ਹਿੰਦ ਸਰਕਾਰ ਵੱਲੋਂ ਬਾਕੀ ਕਰਾਰ ਦਿੱਤੇ ਹੋਏ ਸਨ, ਪਰ ਮੈਨੂੰ ਇਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਦੇਸੀ ਭਰਾ ਹੋਣ ਦੇ ਨਾਤੇ ਜੇ ਕੋਈ ਮੈਨੂੰ ਮਿਲਣ ਆਇਆ ਤਾਂ ਉਸ ਨੂੰ ਇੱਜ਼ਤ ਨਾਲ ਮਿਲਣਾ ਮੇਰਾ ਫਰਜ਼ ਸੀ। ਮੈਨੂੰ ਕੈਨੇਡਾ ਜਾਣ ਦਾ ਆਪਣਾ ਮਨੋਰਥ ਚੰਗੀ ਤਰ੍ਹਾਂ ਪਤਾ ਸੀ। ਨਾਲੇ ਦੂਜੀ ਗੱਲ ਇਹ ਵੀ ਹੈ ਕਿ ਪੌਣੇ 400 ਮੁਸਾਫਰਾਂ ਦੇ ਬਿਸਤਰਿਆਂ ਵਿੱਚ ਕੀ ਹੈ ਤੇ ਕੀ ਨਹੀਂ ਮੈਂ ਕਿਹੜਾ ਦੇਖਦਾ ਫਿਰਦਾ ਸੀ। ਕਿਸੇ ਕੋਲ ਗਦਰ ਅਖਬਾਰ ਹੋਣਗੇ ਵੀ, ਪਰ ਇਹ ਸਭ ਦੀ ਮੇਰੀ ਜ਼ਿੰਮੇਵਾਰੀ ਥੋੜਾ ਸੀ। ਖੈਰ, ਯੋਕੋਹਾਮਾ ਤੋਂ ਅਸੀਂ 2 ਮਈ ਨੂੰ ਚੱਲ ਪਏ। ਪ੍ਰਸ਼ਾਂਤ ਮਹਾਸਾਗਰ ਨੂੰ ਚੀਰਦੇ ਹੋਏ 21 ਮਈ 1914 ਦੀ ਸ਼ਾਮ ਕੈਨੇਡਾ ਦੀ ਵਿਕਟੋਰੀਆ ਬੰਦਰਗਾਹ ਦੀ ਹੱਦ ਤੇ ਪਹੁੰਚ ਗਏ। ਅਰੇ ਤਾਂ ਮਰ ਜਾ। ਉਹ ਵੇਖੋ ਕਿਵੇਂ ਜਗਮਗ ਹੋ ਰਹੀ ਹੈ। ਜਮਾਈ ਦਿਲ ਚੜਿਆ ਪਿਆ, ਲੱਗਦਾ ਸੂਰਜ ਤਾਂ ਹੀ ਸਾਂਭੀ ਬੈਠੇ ਨੇ। ਬਾਬਾ ਜੀ, ਇਹ ਵੈਨਕੂਵਰ। ਨਾ ਨਾ ਭਾਈ, ਵੈਨਕੂਵਰ ਤਾਂ ਹਲੇ ਆਉਣਾ ਹੈ। ਇਹ ਤਾਂ ਵਿਕਟੋਰੀਆ ਸ਼ਹਿਰ ਹੈ। ਬਾਬਾ ਜੀ, ਉਹ ਕਿਸ਼ਤੀ ਇੱਧਰ ਨੂੰ ਕਿਉਂ ਆ ਰਹੀ ਆ? ਮੈਨੂੰ ਲੱਗਦਾ ਇਮੀਗ੍ਰੇਸ਼ਨ ਵਾਲੇ ਆਏ ਨੇ। ਤੁਸੀਂ ਰੁਕੋ ਇੱਥੇ, ਮੈਂ ਆਇਆ ਉਹਨਾਂ ਨੂੰ ਮਿਲ ਕੇ। ਇਹ ਤਾਂ ਜੀ ਗੋਰੇ ਅੰਗਰੇਜ਼ ਨੇ। ਬੇਬੇ ਗੋਰੇ ਆਪਣੇ ਘਰ ਨਾਲ ਚੰਗੇ ਹੋਣਗੇ। ਹਾਂ ਪੁੱਤ, ਉਹਨਾਂ ਨਾਲ ਤਾਂ 100 ਦਰਜੇ ਚੰਗੇ ਹੋਣਗੇ। ਬੇਬੇ ਮੁੱਖ ਵੀ ਆਪਣੇ ਮੁੱਖ ਨਾਲ ਸੋਹਣਾ ਹੋਊਗਾ। ਹਾਏ ਹਾਏ ਮੇਰਾ ਅੰਗਰੇਜ਼ ਪੁੱਤ, ਇਸ ਮੁਲਕ ਦਾ ਕੀ ਕਹਿਣਾ। ਜਗਮਗ ਜਗਮਗ
ਕੀ ਕਰਨਾ ਹੈ ਅੱਧੀ ਰਾਤ ਨੂੰ ਇੱਥੇ? ਕਾਗਜ਼ੀ ਕਾਰਵਾਈ ਲਈ ਆਏ ਹੋਣਗੇ। ਹੁਣ ਦੱਸਿਆ ਇਹ ਬਾਕੀ ਦੇ ਕਿਸ਼ਤੀਆਂ ਨੂੰ ਕੋਲ ਕਿਉਂ ਲੱਗਦੇ ਨੇ ਵਾਪਸ ਕਿਉਂ ਭੇਜ ਰਹੇ ਉਹ ਦੋ ਕੋਰੇ ਅਫਸਰ ਜਹਾਜ਼ ਦੇ ਕੈਪਟਨ ਜਾਮਾ ਮੋਟੋ ਦੇ ਬਾਬਾ ਜੀ ਦਾ ਪਤਾ ਨਹੀਂ ਕੀ ਗੱਲ ਕਰ ਰਹੇ ਨੇ। ਨਾ ਤੁਸੀਂ ਕਹਾਂ ਜਾ ਕੇ ਨਹੀਂ ਦੇਖ ਸਕਦੇ, ਇੱਥੇ ਖੜੇ ਪੈਰ ਵਾਲੀ ਜਾਂਦੇ ਹੋ। ਉਹ ਬਾਬਾ ਜੀ ਕਹਿ ਕੇ ਗਏ ਨੇ ਤੁਸੀਂ ਆਪਣੀ ਰੁਕੋ। ਉਹ ਤੂੰ ਵੀ ਨਹੀਂ ਜਾ ਕੇ ਦੇਖੋ ਉਹ ਕਿਹਦੀ ਬਣੀ ਆ ਹੁਣ। ਓਹੋ ਨਾ ਤੁਸੀਂ ਕੀ ਰੌਲਾ ਪਾਇਆ ਹੋਇਆ ਹੈ? ਆਓ ਜਾ ਕੇ ਦੇਖੀਏ ਕੀ ਮਾਮਲਾ ਹੈ। ਪਹਿਲਾ ਝਟਕਾ ਤਾਂ ਉਹਨੂੰ ਵਿਕਟੋਰੀਆ ਪਹੁੰਚਣ ਤੇ ਹੀ ਲੱਗ ਗਿਆ ਸੀ। ਜਹਾਜ਼ ਦਾ ਰਵਾਨਗੀ ਪੱਤਰ ਕੈਪਟਨ ਯਾਮਾ ਮੋਟੋ ਤੋਂ ਇੱਧਰ ਉੱਧਰ ਹੋ ਜਾਣ ਕਾਰਨ ਇਮੀਗ੍ਰੇਸ਼ਨ ਵਾਲੇ ਨੇ ਰੇੜਕਾ ਪਾਇਆ। ਹਾਲਾਂਕਿ ਐਨ ਮੌਕੇ ਤੇ ਦਲਜੀਤ ਯਾਮਾ ਮੋਟੋ ਦੇ ਕੈਬਨ ਵਿੱਚੋਂ ਰਵਾਨਗੀ ਪੱਤਰ ਲੱਭ ਲਿਆ ਸੀ, ਪਰ ਫਿਰ ਵੀ ਉਹਨਾਂ ਨੂੰ ਵਿਕਟੋਰੀਆ ਵਿਖੇ ਰੁਕਣ ਨਾ ਦਿੱਤਾ ਗਿਆ। 22 ਮਈ ਨੂੰ ਤੜਕੇ ਚੱਲ ਗਏ ਤੇ 23 ਮਈ 1914 ਨੂੰ ਵੈਨਕੂਵਰ ਦੀ ਬੰਦਰਗਾਹ ਤੇ ਪਹੁੰਚੇ। ਉਹਨਾਂ ਨੂੰ ਪੂਰੀ ਉਮੀਦ ਸੀ ਕਿ ਉੱਥੇ ਉਤਰਨ ਵਿੱਚ ਕੋਈ ਸਮੱਸਿਆ ਨਹੀਂ ਆਵੇਗੀ, ਪਰ ਹੋਇਆ ਇਸ ਤੇ ਬਿਲਕੁਲ ਉਲਟ। ਬੰਦਰਗਾਹ ਤੋਂ ਅੱਧਾ ਮੀਲ ਦੂਰ ਕੋਮਾਗਾਟਾ ਮਾਰੂ ਨੂੰ ਰੋਕ ਦਿੱਤਾ ਗਿਆ। ਚਾਰੇ ਪਾਸੇ ਕੈਨੇਡਾ ਪੁਲਿਸ ਦੀਆਂ ਕਿਸ਼ਤੀਆਂ ਪਹਿਲੇ ਉੱਤੇ ਲਗਾ ਦਿੱਤੀਆਂ ਗਈਆਂ। ਨਵੀਂ ਧਰਤੀ ਪਰ ਨਵੇਂ ਜੀਵਨ ਦੀ ਦੇਖੇ ਸੁਪਨੇ ਇੱਕ ਪਲ ਵਿੱਚ ਚਕਨਾਚੂਰ ਹੋ ਗਏ ਸਨ। ਗੁਰਦੇਵ ਸਿੰਘ ਨੇ ਉਸੇ ਦਿਨ ਮੈਲਕਮ ਰੀਡ ਨੂੰ ਖਿਤਾਬ ਪੇਸ਼ ਕੀਤਾ, ਪਰ ਉਹਦਾ ਵੀ ਕੋਈ ਜਵਾਬ ਨਾ। ਸਾਰੇ ਮੁਸਾਫਿਰ ਜਹਾਜ਼ ਵਿੱਚ ਕੈਦੀਆਂ ਵਾਂਗ ਬੈਠੇ ਸਨ। ਅੱਖਾਂ ਵਿੱਚ ਸੁਪਨੇ ਭਰ ਕੇ ਪਹੁੰਚੇ ਸੀ ਜਦੋਂ ਕੈਨੇਡਾ ਬਈ, ਅੱਖਾਂ ਵਿੱਚ ਸੁਪਨੇ ਭਰ ਕੇ ਪਹੁੰਚੇ ਸੀ ਜਦੋਂ ਕੈਨੇਡਾ। ਟੱਕੇ ਉਹਨਾਂ ਵਿੱਚ ਪਾਣੀਆਂ ਗੋਰੇ ਪੈ ਕਰ ਵਿੱਚ ਹੇਠਾਂ ਬਈ, ਟੱਕੇ ਉਹਨਾਂ ਵਿੱਚ ਪਾਣੀਆਂ ਗੋਰੇ ਪੈ ਕਰ ਵਿੱਚ ਹੇਠਾਂ। ਪਰ ਤੂੰ ਤੁਸੀਂ ਆਪਣੇ ਘਰ ਨੂੰ, ਪਰ ਤੂੰ ਤੁਸੀਂ ਆਪਣੇ ਘਰ ਨੂੰ, ਇੱਥੇ ਤਾਂ ਕੋਈ ਨਾ ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ, ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ। I am विलियम हॉपकिंसन। मेरा बर्थ इंडिया में हुआ था। मेरे फादर वहाँ पुलिस ऑफिसर थे और मेरी मदर, सॉरी बताना पड़ रहा है कि वो एक इंडियन लेडी थी। That's why I hate Indians। मैंने पंजाब में काफी टाइम पुलिस में जॉब किया। मुझे पंजाबी थोड़ा बहुत बोलना और समझना था, इसीलिए मुझे यह नौकरी मिली हुई है। मैं कैनेडियन इमिग्रेशन डिपार्टमेंट में एक मामूली ऑफिसर हूँ। ऐसा कह लीजिए कि इंडिया से आने वाले मुसाफिरों के लिए ट्रांसलेटर हूँ। वैसे राज की बात यह है कि मैं कनाडा में ब्रिटिश सरकार का जासूस हूँ और यहाँ से इंडियन की सभी एक्टिविटीज की रिपोर्ट भेजता हूँ। मुझे कोमागाटा मारू की पल पल की जानकारी मिल रही है। इस काम के लिए मैंने कुछ प्याले रखे हुए हैं जो मेरे लिए जासूसी करते हैं। आओ आपको अपने सबसे वफादार प्याले से मिलाओ। हेलो मिस्टर ब्राज़िल। हाजिर है जी। कलाम मत बुला कर, यू आर ए फ्रेंड। बोलो क्या खबर है? साहब खबर ते ਤੁਹਾਨੂੰ ਪਤਾ ਹੀ ਹੈ। वो तो मुझे पहले दिन से ही पता है। और साहब ਮੈਨੂੰ डर बड़ा लग रहा है। किससे? गुरदेव सिंह तो जी ਮੈਨੂੰ पता लग गया ਉਹਨਾਂ ਸਿੱਧਾ नहीं जिन्ना दिखाई देता है वो बड़ा चालाक व्यापारी है। चालाक मछली के शिकार मैं तो असली मजा मेरा सिंह। साहब आज ਜਿਹੜੀ ਡਾਕਟਰ ਰਘੁਨਾਥ ਸਿੰਘ ਨੂੰ ਜਹਾਜ਼ ਤੋਂ ਉਤਰਨ ਦੀ ਪਰਮਿਸ਼ਨ ਦਿੱਤੀ ਹੈ ਨਾ, ਉਸ ਦੇ ਨਾਲ ਤਾਂ ਸਾਰਾ ਮਸਲਾ ਹੀ ਹੱਲ ਹੋ ਗਿਆ ਹੈ। मेरा सिंह हॉपकिंसन हमेशा झूठ की सोचता। साहब एक अंदर दी गल दसा आ डॉक्टर रघुनाथ पिछे हिंद सरकार दी सीआईडी करता रहा है। मतलब हमारा ही भाई है। क्या बात है मेरा सिंह? बस साहब हुन तुसी देखी जाओ अगे की करता है बेला सिंह। हाँ एक काम तुमने बहुत ही शायद से करना। हुक्म करो साहब। तुम वैंकूवर के सिख कमरे के लोगों पर भी नजर रखोगे। वो जो भी प्लानिंग करते हैं मुझे उसकी पल पल की जानकारी चाहिए। ओते साहब मैं लेके भी आया हां। जल्दी बताओ। साहब हुसैन हिंद ते भाग से हुन तक पप्पा पर होए फिरदे ने। हर रोज गुरुद्वारे विच कई घंटे मीटिंगां चलदियां ने। उन्होंने तो मुसाफिरां नूं उतारन लई शोर कमेटी भी बना ली है जी। वेरी गुड मेरा सिंह। कैरी ऑन। ये लो तुम्हारा आज का इनाम। थैंक यू साहब थैंक यू। ये तो कुछ भी नहीं मेरा सिंह, तुम्हारे लिए हम कुछ भी कर सकते हैं। साहब ये तो पक्का ना जहाज वापस भेजोगे। 100% मेरा सिंह। मेरे साथ वैंकूवर का मेयर, इमिग्रेशन डिपार्टमेंट का इंस्पेक्टर मिस्टर रेड और सबसे ऊपर ब्रिटिश कोलंबिया का एम्बेसडर होना है। साथ है सरकार तो जिसको मर्जी मार। ओ तो ठीक है साहब पर हिंदुस्तानी दी अख विच मैं गाल वांगू रखदा देखो किते कोई मेरा ही कंडा ना कर जे। यार मैं रहते हुए किसके मजाल है कि बेला सिंह को हाथ भी लगाए। साहब जी मैं तो तुहाडी काली गऊ हां। बेला सिंह तुम मुझे जहाज और शोर कमेटी की फल फल की इंफॉर्मेशन देते रहो, बाकी सब मुझे छोड़ दो। ठीक है साहब मैं चलता। कोमागाटा मारू के मुसाफिरों को वैंकूवर में ना उतारने की जो साजिश रची गई है उसका सूत्रधार मैं ही हूँ। ब्रिटिश सरकार ये चाहती नहीं कि कोमागाटा मारू के मुसाफिर कनाडा की जमीन पर उतरे, क्योंकि अगर एक बार ऐसा हो गया तो सारा इंडिया मुंह उठा के कनाडा पहुंच जाएगा और
उधर इंडिया में भी तो ब्रिटिश सरकार को काम के लिए मजदूर और गुलाम चाहिए, इसीलिए कनाडा और ब्रिटिश सरकार की पहले से ये प्लानिंग थी कि खामा बाटामारी को वापस भेजा जाएगा। हम हर काम से पहले सोचते हैं और तुम बाद में। मैं ते मेरे मुसाफिर दिन रात मंदरगाह तक दे रहे थे कि शायद हुण भी कोई लैण आया, हुण भी आया, पर अपने कोई ना। मैं रीढ़ में अनेका तारा बैठियां, पर एक दा भी जवाब ना आया। मेरी सिर्फ एक ही मंग सी कि मुसाफिरां नूं इमीग्रेशन डिपार्टमेंट दे शर्त थले रखा जावे। चलो मैं कहना ये भी रहन दे। कनेडा के कानून मुताबक व्यापारी, प्रचारक, सैलानी, विद्यार्थी ते सरकारी गिरदियां नूं तो उत्तर दिया गया सी। फिर मैनूं क्यों नहीं उत्तर दिता जा रहा? घट्टो घट्ट अपने कानून की पालना तो करो। मैं रीढ़ के खिलाफ गवर्नर जनरल की तारा भेजिया कि उसने मेरे उत्तरों उत्ते भी पाबंदी लगा दी है, पर तारा का जवाब या तो आता ही ना, जे आता ते ना दे विच ही आता, ते मैं थक हार के बह गया। मेरे जहाज विच हज़ारों डॉलरां दा कोला भरिया होया सी, जिसनूं बेच के मैं इत्थों होर समान लद के ले जाना सी। मैं रीढ़ नूं इंज लिखिया कि मेरे इस हजाने का जिम्मेवार इमीग्रेशन डिपार्टमेंट होऊ, पर उन्होंने तो जिमें सब कुछ छिपे ही कर दिता सी। रघुनाथ जी आप उधर क्यों नहीं रहे थे? ये हो की रहा है? मैं तो पहले ही कहा भी गड़बड़ है कुछ ना कुछ। गड़बड़ भाई, गड़बड़ बारे ਸਾਨੂੰ ਵੀ ਤਾਂ ਪਤਾ ਲੱਗੇ, ਕੋਈ ਗੱਲ ਨਹੀਂ ਕਰਦਾ। ਭਗਵਾਨ ਸਿੰਘ ਨੇ ਯੋਕੋਹਾਮਾ ਵਿੱਚ ਆਪਾਂ ਨੂੰ ਕੀ ਕਿਹਾ ਸੀ ਵੀ ਤੁਹਾਡਾ ਕੈਨੇਡਾ ਉਤਰਨਾ ਬੜਾ ਮੁਸ਼ਕਿਲ ਹੈ, ਐਵੇਂ ਧੱਕੇ ਖਾ ਕੇ ਵਾਪਸ ਆਉਂਗੇ। ਪਰ ਬਾਬਾ ਜੀ ਤਾਂ ਕਹਿੰਦੇ ਸੀ ਮੈਂ ਕੈਨੇਡਾ ਸਰਕਾਰ ਦੇ ਖਿਲਾਫ ਕੇਸ ਲੜਾਂਗਾ। ਕੇਸ ਤਾਂ ਹੀ ਲੜਿਆ ਜਾਊ ਜੇ ਕਿ ਉਤਰਨ ਦੇ ਅੱਗੇ ਕੀ ਬਣੂ। ਇਹ ਤਾਂ ਹੁਣ ਗੁਰਦਿੱਤ ਸਿੰਘ ਹੀ ਜਾਣਦਾ। ਉਹ ਨਾ ਤਾਂ ਕਿਸੇ ਨੂੰ ਕੁਝ ਦੱਸਦਾ ਤੇ ਨਾ ਹੀ ਪੁੱਛਦਾ, ਆ ਬਸ ਚੁੱਪ ਚਪੀਤਾ ਖਿਚੜੀ ਪਕਾਉਂਦਾ ਰਹਿੰਦਾ। ਉਹ ਇੱਥੇ ਤੁਹਾਡਾ ਕੁਝ ਨਹੀਂ ਹੋਣ ਲੱਗਿਆ। ਐ ਤੇ ਫਿਰ ਆਪ ਮਹਾਰੇ ਹੋ ਕੇ ਕੰਮ ਨਹੀਂ ਚੱਲਣਾ। ਜਹਾਜ਼ ਚੱਲਣ ਤੋਂ ਪਹਿਲਾਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਗਈਆਂ ਸੀ, ਇਹ ਆ ਕਰਾਂਗੇ ਉਹ ਕਰਾਂਗੇ, ਹੁਣ ਪਤਾ ਨਹੀਂ ਕੀ ਸੱਪ ਸੁੱਕ ਗਿਆ। ਬੋਲੋ ਰਾਮ ਜੀ, ਕਥਨੀ ਤੇ ਕਹਿਣੀ 'ਚ ਬੜਾ ਫਰਕ ਹੁੰਦਾ। ਮੈਂ ਤਾਂ ਡਰਦਾ ਮਾਰਾ ਨਹੀਂ ਬੋਲਦਾ ਵੀ ਐਵੇਂ ਇੱਥੇ ਕੋਈ ਨਵਾਂ ਸਿਆਪਾ ਖੜਾ ਹੋ ਜੂ। ਪਰ ਮੁੱਖ ਦੀ ਗੱਲ ਹੈ ਵੀ ਆਪਾਂ ਨੂੰ ਇੱਥੇ ਕਿਸੇ ਨੇ ਨਹੀਂ ਉਤਰਨ ਦੇਣਾ, ਵਾਪਸ ਭੇਜਿਆ ਜਾਊ। ਉਹ ਕਹੋ ਬਾਬਾ ਜੀ ਆ ਗਏ। ਬਾਬਾ ਜੀ ਸਾਡਾ ਉਤਰਨ ਦਾ ਕੋਈ ਹੀਲਾ ਬਣੂਗੇ ਨਹੀਂ? ਦੇਖੋ ਗਨੂਕੋ, ਮੈਂ ਆਪਣੇ ਵੱਲੋਂ ਪੂਰੀ ਬਾਤ ਆ ਰਿਹਾ, ਪਰ ਇੱਥੇ ਕੋਈ ਸੁਣਨ ਨੂੰ ਤਿਆਰ ਹੀ ਨਹੀਂ। ਸ਼ੋਰ ਕਮੇਟੀ ਦਿਨ ਰਾਤ ਲੱਗੀ ਹੋਈ ਹੈ, ਪਰ ਰੀਡ ਹੈ ਟਸ ਤੋਂ ਮੁੱਕ ਨਹੀਂ ਹੁੰਦਾ, ਕਿਸੇ ਨੂੰ ਮਿਲਣ ਦੀ ਆਗਿਆ ਨਹੀਂ ਦਿੰਦਾ। ਤੁਸੀਂ ਹੌਸਲਾ ਨਾ ਛੱਡੋ, ਵਾਹਿਗੁਰੂ ਜੋ ਕਰੂ ਚੰਗਾ ਹੀ ਕਰੂ। I am William Wilkinson. हेलो सर। मैं यहाँ इमिग्रेशन डिपार्टमेंट में ऑफिसर हूँ। Only a translator. ਸਰ ਮੈਨੂੰ ਪਤਾ ਤੁਹਾਡੇ ਬਾਰੇ। Oh, I see. तो तुम्हें सब पता है। ਸਰ ਅਸੀਂ ਕਈ ਦਿਨਾਂ ਤੋਂ ਜਹਾਜ਼ ਵਿੱਚ ਕੈਦੀਆਂ ਵਾਂਗ ਰਹਿ ਰਹੇ ਹਾਂ, ਸਾਨੂੰ उतरन की आज्ञा क्यों नहीं दी जा रही? मैं तो खुद यही चाहता हूँ कि तुम लोग इज्जत से यहाँ उतर सको। इसी सिलसिले में तो मैं तुमसे यहाँ मिलने आया हूँ। क्या हम आराम से एक साथ बैठकर बात कर सकते हैं? हाँ हाँ, क्यों नहीं सर, आओ इधर। आप बोलो मुझे खोटे सिंह। सर बोलना की है जी, ਅਸੀਂ ਬਰਤਾਨਵੀ ਪਾਜਾ ਹਾਂ, ਸਾਨੂੰ ਉਤਰਨ क्यों नहीं ਦਿੱਤਾ जा रहा? क्योंकि तुम लोग कनाडा के कानून की शर्तें पूरी नहीं करते। ਕਿਹੜੀਆਂ ਸ਼ਰਤਾਂ ਸਰ? कनाडा में उतरने के लिए हर मुसाफिर के पास कम से कम $200 होना चाहिए। सर सबके पास है और सारे मुसाफिर अपनी जमानत भरने को भी तैयार हैं। दूसरी शर्त यह है कि जहाज सीधा उसी देश से आना चाहिए जहाँ के उसमें मुसाफिर हो। सर ये तो सरासर बहाना बनाया जा रहा है, सबको पता है कि हिंदुस्तान तो कोई भी जहाज सीधा कनाडा नहीं आ सकता। देखो ये तो कनाडा सरकार का फैसला है, मैं इसमें क्या कर सकता हूँ? मैंने एक बार उतरन दिता जाए, मैं सुप्रीम कोर्ट में इस बारे केस करूंगा। हो ऐसी तो तुम केस लड़ोगे? जी सर। देखो दिमाग से काम लो, केस करने से कुछ आदमी नहीं आएगा। मैं तुम्हारी हेल्प के लिए आया हूँ। यहाँ के इमिग्रेशन डिपार्टमेंट में तुम्हारी एक नहीं सुनी जाएगी। मुझे इंस्पेक्टर रीड ने भेजा कि मैं तुमसे बात करूँ और कि रास्ता निकालो। इधर लिए की करना होगा? रीड ने कहा कि अगर तुम हमारा साथ देने को तैयार हो तो तुम लोग वैंकूवर शहर में उतरने में कामयाब हो सकते हो। इसके लिए तुमको भारी टिकट देनी पड़ेगी, इसके बिना कोई रास्ता नहीं है मिस्टर होटल सिंह। मैंने सीधी तरह दसो सर, अपने मुसाफिरों को उतारने में कुछ भी करने को तैयार हूं। ये हुई ना बात, इस काम के लिए तुम्हें कम से कम $2000 देने पड़ेंगे। $2000? अभी तक तुमने कहा था कि मुसाफिरों के लिए कुछ भी कर सकता हूँ। यानी कि रिश्वत? नो नो मिस्टर गुरदेव, दिस इज अ डील। बिजनेसमैन होकर इतना भी नहीं समझते कि कुछ पाने के लिए कुछ देना भी पड़ता है। मैं सोचता सी कि लैंड देन का रिवाज साडे देश विच ही है, अजे पर भी दूर हो गया। मुसाफिरों के उतारे लिए मैं ये हक चबल भी तैयार हूं। मेरे को फिलहाल $1000 है जो मैं हुणे दे देवां, बाकी 1000 जो मेरे सारे मुसाफिर उतर जाएंगे फिर देवांगा। सुनो मिस्टर गुरदेव, इस चिट का शिकार किसी की बात मत करना। ये मेरी जुबान है सर, ये भेद मेरे ते तुहाडे विचकार ही रहेगा। बस मेरे मुसाफिर जितना उतर जान। देखो
और मुझे विश्वास दिलाने के लिए तुमको गुरु ग्रंथ साहिब के हजूरी में कसम खानी पड़ेगी। और किशन तन्नू पता है तू की कह रहे हैं? मैं आज तक अपने इष्ट दे हुजूर खलो के कदे कसम नहीं खादी ते ना ही आज खावांगा। देख लो गुरदेव सिंह, तुम बहुत बड़ी मुसीबत में फंस सकता हो। वो तो मैं देख ही रहा। देखो सर, ये $2000 श्री गुरु नानक स्टीमशिप कंपनी के खजाने ਵਿੱਚੋਂ ਨਿਕਲਣਾ ਹੈ। ਇਸ ਨੂੰ ਮੈਂ ਕਿਸੇ ਵੀ ਤਰ੍ਹਾਂ ਆਪਣੀ ਕੌਮ ਪਾਸੋਂ ਗੁੱਜਾ ਨਹੀਂ ਰੱਖ ਸਕਦਾ। सो ਤੁਹਾਡੀ कसम ਦੀ ਸ਼ਰਤ ਮੈਨੂੰ ਹਰगिज मंजूर नहीं। मेरे साथ क्या बगैर तुम्हारे मुस्ताफिर वैंकूवर की जमीन पर कभी कदम नहीं रख सकते। सोच लो। सोच लिया है, ਅਸੀਂ ਕਾਨੂੰਨ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। तुम्हें पता है तुम किससे पकड़ रहे हो? हाँ, एक नीच रिश्वतखोर ਦਾ ਜੋ ਸਿਰਫ ਮਜ਼ਲੂਮਾਂ ਦਾ ਖੂਨ ਚੂਸਣਾ ਜਾਣਦਾ ਹੈ ਤੇ ਉਸ ਦੀ ਕੌਮ ਚੋਕ ਬਣ ਕੇ ਸਾਰੀ ਦੁਨੀਆ ਦਾ ਖੂਨ ਚੂਸ ਰਹੀ ਹੈ। I will see you। हाँ जी, एक मिनट रुको तो सही। मैंने कोई बात नहीं की। जी तुझे गुस्से में हो पापा, आराम ना बैठ के गल करते हैं। अब कोई बात नहीं हो सकती। मैं तुम्हारा फायदा सोचता था और एक होता मुझको नहीं खाता है, कहता है ठोट में जाएगा। ਸਰ ਸਾਰੇ ਮੁਸਾਫਰਾਂ ਨੂੰ ਰਹਿਣ ਦਿਓ, ਅਸੀਂ ਪੈਸੇ ਦੇਣ ਨੂੰ ਤਿਆਰ ਹਾਂ। ਤੁਸੀਂ ਸਾਨੂੰ ਉਤਾਰ ਦਾ ਬੰਦ ਕਰੋ। ਦੱਸੋ ਕਿੰਨੇ ਪੈਸੇ ਚਾਹੀਦੇ ਨੇ, ਹੁਣੀ ਲੈ ਲਓ। तुम हमको क्या समझा? नहीं सर जी, नहीं इस तरह की कोई गल नहीं। ਅਸੀਂ ਤਾਂ ਉਤਰਨਾ ਚਾਹੁੰਦੇ ਹਾਂ। ਆਪਾਂ ਬਾਬਾ ਜੀ ਨਾਲ ਫੇਰ ਗੱਲ ਕਰ ਲੈਨੇ ਆ। सर दूसरी काम गुस्से होकर ना जाओ जी, सारी खेल खराब हो जाएगी। ये बात अपने लीडर कोटेल सिंह को समझा जाएगा। लग गया सियापा। बाबा जी ने जब फट के रह गए, जेदी बात मानते ने की फर्क पै लगा सी। बोलो राम जी, कमाल करी ਜਾਂਦੇ ਹੋ। ਐ ਕਿਵੇਂ ਬਚਦੇ? ਗੁਰੂ ਗ੍ਰੰਥ ਸਾਹਿਬ ਦੀ ਸੌਂ ਖਾਣੇ ਕਹਿ ਰਹੇ ਸੀ। ਇਹਦਾ ਮਤਲਬ ਸਮਝਦੇ ਹੋ? बाबा जी ने वही किया जो एक सच्चे सिख ਨੂੰ करना चाहिए ਸੀ। ਨਾ ਤੁਹਾਨੂੰ ਕੀ ਲੱਗਦਾ ਕਿ $2000 ਲਾ ਕੇ ਆ ਸਾਰੇ ਮੁਸਾਫਰਾਂ ਨੂੰ ਉਤਾਰ ਦਿੰਦਾ? ਕਦੇ ਵੀ ਨਹੀਂ। ਉਲਟਾ ਨੇ ਜਾ ਕੇ ਸਾਡੀ ਬਦਨਾਮੀ ਕਰੀ ਦੀ। ਕਦੀ ਰਿਸ਼ਵਤ ਦੇ ਕੇ ਤੁਰਨਾ ਚਾਹੁੰਦੇ ਆ। ਇਹ ਬੰਦਾ ਖੈਰ ਨਹੀਂ ਲੱਗਦਾ ਮੈਨੂੰ, ਕੋਈ ਨਾ ਕੋਈ ਸਿਆਪਾ ਖੜਾ ਕਰੂ। I am एडवोकेट बॉब। मैं एक लॉयर हूँ। सिख टेंपल की शोर कमेटी ने कोमा घाटा मारू के मुसाफिरों का केस लड़ने के लिए मुझसे संपर्क किया है। मैंने अपनी जिंदगी में बहुत से केस लड़े हैं, लेकिन कोमा घाटा मारू के केस को कभी नहीं बोल सकता, क्योंकि ये पहला ऐसा केस है जिसमें मुझे अपने क्लाइंट को ही नहीं मिलने दिया जा रहा। मैं गुरदेव सिंह को जहाज पर मिलने गया था, लेकिन इमिग्रेशन डिपार्टमेंट ने जहाज में जाने की परमिशन नहीं दी। अब मैं परमिशन लेने इंस्पेक्टर रेड के पास जा रहा हूँ। हेलो मिस्टर रेड। Hello, Mr. Park. मिस्टर रेड, I am गुरदेव सिंह, लॉयर। I know. So what? मैं गुरदेव सिंह को जहाज पर मिलने गया था। इमिग्रेशन ऑफिसर ने रोक दिया, कहता है पहले आपसे परमिशन लेना जरूरी है। Mr. Park, you know वहाँ पे इमिग्रेशन के ऑफिसर्स के बिना किसी को जाने की परमिशन नहीं है। ये कानून की कौन सी किताब में लिखा है? मैं नहीं चाहता कि हिंदुस्तानी का कोई भी हमदर्द तुमसे मिले, चाहे वो कोई लॉयर क्यों ना हो। कौन को क्या बचा सकता है? Are you mad? परमिशन ना देने का ऐसा स्टूपिड एक्सक्यूज दोगे? आपसे ये उम्मीद नहीं थी मिस्टर रेड। ये एक्सक्यूज नहीं, ऐसा हो सकता है। देखो, मैं अपने क्लाइंट गुरदेव सिंह से मिलना चाहता हूँ, पर कैनेडियन लॉ के मुताबिक एक लॉयर अपने क्लाइंट को मिल सकता है, बात भी कर सकता है। आप कैनेडियन लॉ से ऊपर नहीं हो सकते मिस्टर रेड। मिस्टर पाल, दिस इज अ स्पेशल केस और हम कोई रिस्क नहीं ले सकते। ये इंडियन से दिलाने के लिए कुछ भी कर सकते हैं। तुम हिंदुस्तानियों से इतनी नफरत क्यों करते हो? You know, they can speak anywhere, piss anywhere, they live like animals, carry people. That's why I hate them. मिस्टर रेड, लगता है आजकल आप न्यूज़पेपर ध्यान से नहीं पढ़ते, शायद बहुत बिजी हो। 23rd में डेली न्यूज एडवर्टाइजर में लिखा है वो सभी हेल्दी दिखते हैं, क्लीन और हैंडसम हैं। कुछ ज्यादा उम्र के लोग तो और भी सुंदर नजर आते हैं। और इसी दिन के विक्टोरिया टाइम्स में लिखा है ज्यादातर आदमियों ने ब्रिटिश सरकार की फौज में नौकरी की है और वो सभी लंबे आदमी हैं। वह उन हिंदुओं से ज्यादा अच्छे दिखाई देते हैं जो पहले से कनाडा में हुए हैं। वो बिल्कुल सीधे खड़े हो सकते हैं और तेज चलते हैं। सभी ने प्रेस किए हुए सूट पहने और किसी की पगड़ी पर कोई भी दाग नहीं है। उनमें से ज्यादातर लोग थोड़ी बहुत इंग्लिश भी बोल सकते हैं और कुछ तो पूरी तरह ही इंग्लिश में बात कर सकते हैं। क्या न्यूज़पेपर वाले झूठ बोल रहे हैं मिस्टर रेड? मैं इसके बारे में कोई बात नहीं करना चाहता। तुम्हें तो अपनी की भी परमिशन नहीं दी जा सकती। मैं इसके बारे में का बोलूंगा कि कैसे तुम कानून को गलत ढंग से इस्तेमाल कर रहे हो। अगर उसने भी नहीं सुना तो हाई कोर्ट में अपील करूंगा। तुम लोग उन लोगों के साथ इनजस्टिस नहीं कर सकते। I will do everything for those innocent people. You do whatever you want to do. But now, get out! I will
सी। I said get out! हिंदुस्तानियों से हमदर्दी never read nature एक बार सोच लिया उसको कोई नहीं बदल सकता। इन bloody idiots को अगर भूखे तड़पा कर न मारा तो मेरा नाम भी रीना। पुत भाटिया सो जा बेबे नींद नहीं आती। ले मैं तेनू लोरी सुनाती हां। बेबे भूख लगी है। हाय मैं मर जा। बेबे ਆਪਾਂ ਜਹਾਜ਼ ਤੋਂ ਕਦੋਂ ਉਤਰਾਂਗੇ? कालू उतरांगे पुत बस आज रात दी गल है। ਝੂਠ ਬੋਲਦੀ ਬੇਬੇ ਯਾਰੀ ਇਹ ਗੱਡੀ ਕੱਲ ਨੂੰ ਉਤਰਾਂਗੇ ਉਤਰਨਾ ਹੈ ਨਹੀਂ। ना ना पुत कालू आपा पक्का उतरांगे। रब्बा शहर भी जावांगे। उधर जो जी करो ओए खान मेरा सोना पुत। बेबे भूख ਨਾਲ ਲੱਗੀ ਹੈ। एक बेनती है ਦੱਸੋ खाना तो आने का इंतजार भी मेरे बच्चे ने ढूंढ नहीं गया। ਫਿਰ ਮੈਂ ਕੀ ਕਰਾਂ? जे कोई खान को है तो भला दे दे। जो अपनी भूखे ढिੱਡ नींद नहीं आ रही। ਨਾ ਮੇਰੇ ਕੋਲ ਕਿੱਥੋਂ ਆ ਗਿਆ ਖਾਣਾ? भैने तेरे घर वाले तो जहाज तो पहले जाती आ गया है ना। तुम्हारे मैं तो जाते ही मैं कुछ तो ले आओ। जे मेरा खान को देने लगी तो की कर दूं। ਦੇਖ ਕੀ ਖੇਕਣੀਆਂ ਕਰਦੀ ਹੈ। ਖਾਣੇ ਵਾਸਤੇ ਮੇਰਾ ਘਰ ਵਾਲਾ ਚੰਗਾ। ਵੈਸੇ ਤੁਸੀਂ ਲੋਕ 24 ਘੰਟੇ ਸੁੱਤੇ ਪਹਿਰਾ ਲਾਈ ਰੱਖਦੇ ਹੋ। ਆਖੇ ਜਾਸੂਸੀ ਕਰਦਾ ਹੈ। ਨਾ ਕੀ ਕੀਤੀ ਹੈ ਤੁਹਾਡੀ ਜਾਸੂਸੀ? ਦੱਸੀ भैने मैं तो कुछ नहीं किया। ਨਾ ਜੇ ਕੁਝ ਕਿਹਾ ਨਹੀਂ ਤਾਂ ਕਿਉਂ ਸਾਡੇ ਉੱਤੇ ਦਿਨ ਰਾਤ ਪਹਿਰਾ ਲਾਈ ਰੱਖਦੇ ਹੋ? ਤਾਂ ਮੇਰਾ ਘਰ ਵਾਲਾ ਤੁਹਾਡਾ ਇਲਾਜ ਕਰੇ, ਤੁਹਾਨੂੰ ਦਵਾਈਆਂ ਲਿਆ ਕੇ ਦੇਵੇ ਤੇ ਤੁਸੀਂ ਸਾਰੇ ਨੂੰ ਸੂਈ ਕਿਸਰੀ ਵਾਂਗੂ ਖਾਣ ਨੂੰ ਬੈਠੋ। ਓਕੇ ਮੈਂ ਜੀ ਕੁਝ ਕਿਹਾ ਨਹੀਂ। देख ये मैं हम काली बेबी है। ਬੇਬੇ ਢਿੱਡ ਦੁਖਦਾ ਭੁੱਖ ਨਾਲ। हौसला रख मत। मैं कुछ कर रही ना। आग लग जाए मुझे कनेडा नु। जिन्ने फोना पाछवा अन दे जाने भी नहीं मारते। ऐसा लगा पिंडी बरासी। अगर तो मेरा जवाब भूख नाल मिल गया है। कुछ करो बे। ਬੱਚਿਆਂ ਨੂੰ ਵੇਖਦੇ ਵੇਖਿਆ ਨਹੀਂ ਜਾਂਦਾ। ਕੁਝ ਤਾਂ ਕਰੋ ਬਾਬਾ ਜੀ। ਮੈਂ ਕੀ ਕਰਾਂ ਮਨਜੀਤ, ਮੇਰੇ ਲਈ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ 4 ਜੂਨ ਤੱਕ ਜਹਾਜ਼ ਦੀ ਕਿਸ਼ਤ ਹਰ ਹਾਲ 'ਚ ਦੇਣੀ ਹੈ, ਨਹੀਂ ਤਾਂ ਜਹਾਜ਼ ਤੇ ਮੇਰਾ ਕੋਈ ਹੱਕ ਨਹੀਂ ਰਹਿਣਾ ਤੇ ਕੰਪਨੀ ਨੇ ਜਹਾਜ਼ ਉਸੇ ਦਿਨ ਵਾਪਸ ਬੁਲਾ ਲੈਣਾ ਹੈ। ਆਖਿਰ ਰੀੜ ਦੇ ਦਿਮਾਗ 'ਚ ਹੈ ਕੀ ਬਾਬਾ ਜੀ? ਰੀੜ ਨੂੰ ਇਸ ਗੱਲ ਦਾ ਇਲਮ ਹੈ ਕਿ ਮੈਂ ਕੋਲਾ ਵੇਚ ਕੇ ਜਹਾਜ਼ ਦੀ ਕਿਸ਼ਤ ਚੁਕਾਉਣੀ ਹੈ, ਇਸ ਲਈ ਤਾਂ ਉਸਨੇ ਮੇਰੇ ਉਤਰਨ ਉੱਤੇ ਪਾਬੰਦੀ ਲਾ ਰੱਖੀ ਹੈ। ਰੀੜ ਇਹ ਕੈਪਟਨ ਯਾਮਾਮੋਟੋ ਸਾਡੀ ਚਿੱਠੀ ਪਹੁੰਚਾ ਸਕਦਾ ਹੈ। ਤੂੰ ਠੀਕ ਕਹਿ ਰਿਹਾ ਦਲਜੀਤ, ਅੱਜ ਹੀ ਲਿਖ। ਬਾਬਾ ਜੀ ਆਪਾਂ ਕੀ ਸੋਚਿਆ ਸੀ ਤੇ ਕੀ ਹੋ ਗਿਆ? ਦਲਜੀਤ, ਅੱਜ ਮੇਰਾ ਉਹ ਭਰਮ ਟੁੱਟ ਗਿਆ ਜਿਸ ਨੂੰ ਮੈਂ ਕਈ ਸਾਲਾਂ ਤੋਂ ਪਾਲ ਰੱਖਿਆ ਸੀ। ਮੈਂ ਸੋਚਦਾ ਸੀ ਕਿ ਅੰਗਰੇਜ਼ ਕਿਸੇ ਨਾਲ ਭੇਦਭਾਵ ਨਹੀਂ ਕਰਦੇ। ਮੈਨੂੰ ਮੇਰਾ ਅੰਨਾ ਵਿਸ਼ਵਾਸ ਲੈ ਡੁੱਬਿਆ। ਤੁਸੀਂ ਸਹੀ ਕਿਹਾ ਹੈ ਬਾਬਾ ਜੀ। ਅਸੀਂ ਸ਼ਾਤਿਰ ਲੋਕਾਂ ਤੇ ਭਰੋਸਾ ਕਰ ਬੈਠੇ ਹਾਂ। ਸਾਡੀ ਬੇਇੱਜ਼ਤੀ ਕੀਤੀ ਗਈ ਹੈ। ਦੁਨੀਆ ਦੇ ਹਰ ਹਿੱਸੇ ਵਿੱਚ ਸਾਨੂੰ ਨਿਮਾਣੇ ਕੀਤਾ ਗਿਆ ਹੈ। ਇਸ ਲਈ ਕਿ ਸਾਡੀ ਕੋਈ ਆਪਣੀ ਸਰਕਾਰ ਨਹੀਂ ਜਿਹੜੀ ਸਾਡੀ ਹੱਕ ਨੂੰ ਮਹਿਸੂਸ ਕਰੇ। ਜੇ ਮਹਾਰਾਜਾ ਰਣਜੀਤ ਸਿੰਘ ਜਾਂ ਵਿਕਰਮਾਜੀਤ ਵਰਗਾ ਅੱਜ ਵੀ ਸਾਡਾ ਕੋਈ ਰਾਜਾ ਹੁੰਦਾ ਤਾਂ ਬੇਗਾਨੇ ਦੇਸ਼ 'ਚ ਜਿੰਨਾ ਖਸਮੇ ਨਾ ਹੋਏ ਹੁੰਦੇ। ਬਾਬਾ ਜੀ ਇਹ ਸਭ ਰੀੜ ਤੇ ਹੌਕਿੰਸਨ ਦੇ ਕੰਡੇ ਬੀਜੇ ਹੋਏ ਨੇ। ਦੁੱਖ ਨੌਕਰਸ਼ਾਹੀ ਦਾ ਵੀ ਨਹੀਂ, ਉਹ ਤਾਂ ਸਾਨੂੰ ਮਾਰਨਾ ਹੀ ਚਾਹੁੰਦੀ ਹੈ। ਦੁੱਖ ਤਾਂ ਇਸ ਗੱਲ ਦਾ ਕਿ ਇੰਗਲੈਂਡ ਦਾ ਰਾਜਾ ਜਾਰਜ, ਜਿਸ ਨੂੰ ਮਨੁੱਖ ਹੁੰਦੇ ਹੋਏ ਵੀ ਅਸੀਂ ਦੇਵਤਾ ਬਣਾ ਕੇ ਪੂਜਦੇ ਰਹੇ, ਉਹਦੇ ਕੋਲ ਸਾਡੀਆਂ ਤਾਰਾਂ ਦਾ ਜਵਾਬ ਦੇਣ ਦਾ ਵੀ ਵਕਤ ਨਹੀਂ ਹੈ। ਦੁਨੀਆ ਦੇ ਵੱਡੇ ਤੋਂ ਵੱਡੇ ਕਸੂਰਵਾਰ ਨੂੰ ਵੀ ਅੱਜ ਤੱਕ ਭੁੱਖ ਤੇ ਪਿਆਸ ਨਾਲ ਮੌਤ ਦੀ ਸਜ਼ਾ ਨਹੀਂ ਦਿੱਤੀ ਹੋਣੀ ਜਿਹੜੀ ਸਾਨੂੰ ਤੇ ਸਾਡੇ ਮਾਸੂਮ ਬੱਚਿਆਂ ਨੂੰ ਦਿੱਤੀ ਜਾ ਰਹੀ ਹੈ। ਸਾਡੀ ਸਿੱਖ ਕੌਮ ਨੇ ਇਹਨਾਂ ਗੋਰਿਆਂ ਵਾਸਤੇ ਕਿੱਥੇ ਲੜਾਈਆਂ ਨਹੀਂ ਲੜੀਆਂ। ਉਦੋਂ ਤੇ ਹੀ ਗੋਰੇ ਕਹਿੰਦੇ ਸੀ ਤੁਸੀਂ ਸਾਡੀ ਰਿਆਇਆ ਹੋ, ਤੁਹਾਡੇ ਬਰਾਬਰ ਦੇ ਹੱਕ ਨੇ। ਕਿੱਥੇ ਨੇ ਹੱਕ? ਬਾਬਾ ਜੀ ਇਹ ਅੰਗਰੇਜ਼ ਕੌਮ ਹੈ। ਹਾਥੀ ਦੇ ਦੰਦ ਦਿਖਾਉਣ ਨੂੰ ਹੋਰ ਤੇ ਖਾਣ ਨੂੰ ਹੋਰ। ਚਲੋ ਇਸ ਬਹਾਨੇ ਸਾਨੂੰ ਸਿੱਖਾਂ ਨੂੰ ਆਪਣੀ ਹੈਸੀਅਤ ਦੀ ਸਮਝ ਆਈ। ਇਹ ਕਿਹੜਾ ਛੋਟਾ ਮੋਟਾ ਸਬਕ ਹੈ ਬਾਬਾ ਜੀ। ਰੀੜ ਦੇਖੋ ਜਦੋਂ ਕਿਸੇ ਵੀ ਕਾਰ ਦਾ ਜਵਾਬ ਨਾ ਆਇਆ ਤਾਂ ਗੁਰਦੇਵ ਸਿੰਘ ਨੇ ਮਜਬੂਰ ਹੋ ਕੇ ਕੈਨੇਡਾ ਸਰਕਾਰ ਨੂੰ ਖਿਤਾਬ ਭੇਜੀ ਕਿ ਜੇ ਸਾਨੂੰ ਕੈਨੇਡਾ ਤੋਂ ਨਹੀਂ ਉੱਤਰ ਦੇਣਾ ਤਾਂ ਘੱਟੋ ਘੱਟ ਬ੍ਰਾਜ਼ੀਲ ਦੀ ਰਾਹਦਾਰੀ ਦੇ ਦਿੱਤੀ ਜਾਵੇ। ਪਰ ਸਰਕਾਰ ਨੇ ਇਹ ਕਹਿ ਕੇ ਰਾਹਦਾਰੀ ਦੇਣ ਤੋਂ ਮਨਾ ਕਰ ਦਿੱਤਾ ਕਿ ਜਹਾਜ਼ ਵਿੱਚ ਵਾਇਰਲੈਸ ਨਹੀਂ ਲੱਗੀ ਹੋਈ। ਫਿਰ ਉਹਨਾਂ ਨੇ ਇਹ ਵੀ ਮੰਗ ਕੀਤੀ ਕਿ ਜੇ ਸਾਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਨਹੀਂ
ਬੰਜਰ ਜ਼ਮੀਨ ਨੂੰ ਉਪਜਾਊ ਬਣਾ ਸਕਦੇ ਸੀ, ਪਰ ਸਭ ਕੁਝ ਵਿਅਰਥ ਸਾਬਿਤ ਹੋਇਆ। ਨਾ ਕੋਈ ਦਲੀਲ, ਨਾ ਅਪੀਲ ਸੁਣੀ। मैं हुसैन रहीम गुजरात का रहने वाला एक हिंदू हाँ ते मेरा असल नाम शाकिर कैलाश वर्मा है। 1910 ਵਿੱਚ ਕੈਨੇਡਾ ਆਉਣ ਸਮੇਂ ਮੈਂ ਆਪਣਾ ਨਾਮ ਹੁਸੈਨ ਰਹੀਮ ਰੱਖ ਲਿਆ ਸੀ। ਪੜ੍ਹਿਆ ਲਿਖਿਆ ਹੋਣ ਕਾਰਨ ਮੈਂ ਬਹੁਤ ਸਾਰੇ ਕੇਸ ਲੜੇ, ਜਿਨ੍ਹਾਂ ਰਾਹੀਂ ਕਈ ਪੰਜਾਬੀ ਮੁਸਾਫਰਾਂ ਨੂੰ ਉਤਰਨ ਦੀ ਆਗਿਆ ਮਿਲੀ ਸੀ। ਮੇਰੇ ਜੀਵਨ ਦਾ ਉਦੇਸ਼ ਜਾਤ-ਪਾਤ ਅਤੇ ਧਰਮਾਂ ਦੇ ਬਖਰੇਵੇਂ ਤੋਂ ਉੱਪਰ ਉੱਠ ਮਾਨਵਤਾ ਦੀ ਨਿਰਸਵਾਰਥ ਸੇਵਾ ਕਰਨਾ ਹੈ। ਕੋਮਾ ਗਾਟਾ ਮਾਰੂ ਦੀ ਵਿਸ਼ੇਸ਼ ਮਦਦ ਲਈ ਯੂਨਾਈਟਿਡ ਇੰਡੀਆ ਲੀਗ ਤੇ ਖਾਲਸਾ ਦੀਵਾਨ ਸੁਸਾਇਟੀ ਨੇ ਰਲ ਕੇ ਇੱਕ ਸ਼ੋਰ ਕਮੇਟੀ ਬਣਾਈ ਹੈ। ਮੈਂ ਤੇ ਭਾਈ ਭਾਗ ਸਿੰਘ ਇਸ ਦੇ ਮੁਖੀ, ਬਲਵੰਤ ਸਿੰਘ, ਸੋਹਣ ਲਾਲ, ਅਮਰਾਓ ਸਿੰਘ ਤੇ ਹੋਰ ਕਈ ਮੈਂਬਰ ਹਨ। ਕਮੇਟੀ ਮੁਸਾਫਰਾਂ ਦੇ ਕੈਨੇਡਾ ਵਿੱਚ ਦਾਖਲੇ ਲਈ ਕੋਈ ਵੀ ਕੁਰਬਾਨੀ ਕਰਨ ਵਾਸਤੇ ਤਿਆਰ ਹੈ। ਵੈਨਕੂਵਰ ਦਾ ਗੁਰਦੁਆਰਾ ਸਾਡੀ ਮਿਲਣੀ ਦਾ ਮੁੱਖ ਕੇਂਦਰ ਹੈ। ਇਹ ਘੜੀ ਅਸਾਂ ਹਿੰਦੁਸਤਾਨੀਆਂ ਨੇ ਇਮਤਿਹਾਨ ਦੀ ਘੜੀ ਹੈ। ਸਾਡੇ ਭੈਣ ਭਰਾ ਜਹਾਜ਼ ਕੇ ਕੈਦੀ ਬਣਾਏ ਹੋਏ ਨੇ, ਅਸੀਂ ਕੁਝ ਵੀ ਨਹੀਂ ਕਰ ਸਕਦੇ। ਹੋਰ ਦਾ ਹੋਰ ਉਹਨਾਂ ਨੇ ਤਾਂ ਸਾਡੇ ਵਕੀਲ ਬਣ ਨੂੰ ਮਿਲ ਨਹੀਂ ਦਿੱਤਾ। ਉਹ ਏਦਾਂ ਤਾਨਾਸ਼ਾਹੀ ਹੈ। ਭਾਗ ਸਿੰਘ ਜੀ, ਸਾਡੇ ਹੱਥ ਵੱਸ ਜਿੰਨਾ ਕੁ ਹੈ ਉਹ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਤੇ ਹਿੰਦ ਜੀ ਮੁਸਾਫਰਾਂ ਨੂੰ ਮਿਲਣ ਗਏ ਸੀ, ਪਰ ਇਮੀਗ੍ਰੇਸ਼ਨ ਵਾਲਿਆਂ ਨੇ ਸਾਨੂੰ ਰਾਹ 'ਚ ਹੀ ਮੋੜਤਾ। ਬਥੇਰਾ ਉਜਰ ਕੀਤਾ, ਪਰ ਉਹਨਾਂ ਨੇ ਸਾਡੀ ਇੱਕ ਨਾ ਸੁਣੀ। ਰੀਡ ਤੇ ਹੋਪਕਿੰਸਨ ਨੇ ਸਾਡੇ ਸਾਰੇ ਰਾਹ ਬੰਦ ਕਰ ਦਿੱਤੇ ਨੇ। ਉਤੋਂ ਬੇਲਾ ਸਿੰਘ ਜਸੂਸ ਉਹਨਾਂ ਦੇ ਨਾਲ ਰਲਿਆ ਹੋਇਆ ਏ। ਭਾਈ ਸਾਹਿਬ, ਕੈਪਟਨ ਯਾਮਾਮੋਟੋ ਦੇ ਹੱਥ ਚਿੱਠੀ ਆਈ ਹੈ। 4 ਜੂਨ ਤੱਕ ਜਹਾਜ਼ ਦੀ ਕਿਸ਼ਤ ਚੁਕਾਉਣ ਵਾਸਤੇ ਗੁਰਦਿੱਤ ਸਿੰਘ ਨੇ ਮਦਦ ਮੰਗੀ ਹੈ। ਬਲਵੰਤ ਸਿੰਘ ਜੀ, ਸੰਗਤਾਂ ਨੂੰ ਵੱਧ ਤੋਂ ਵੱਧ ਡਾਲਰ ਜਮ੍ਹਾਂ ਕਰਾਉਣ ਲਈ ਕਹੋ, ਭਾਵੇਂ ਕੁਝ ਵੀ ਹੋ ਜਾਵੇ। ਇਹ ਕਿਸ਼ਤ ਅਸੀਂ ਦੇਵਾਂਗੇ। ਵੈਸਲੀ ਕੋਈ ਚੀਜ਼ ਹੁੰਦੀ ਹੈ। ਤੁਸੀਂ ਸਹੀ ਕਹਿ ਰਹੇ ਹੋ ਭਾਈ ਸਾਹਿਬ, ਪਰ ਦਿਨ ਬਹੁਤ ਥੋੜੇ ਰਹਿ ਗਏ ਨੇ। ਜੇ ਕਿਸ਼ਤ ਨਾ ਦਿੱਤੀ ਗਈ ਤਾਂ ਰੀਡ ਤੇ ਹੌਪਕਿੰਸਨ ਆਪਣੀ ਚਾਲ ਵਿੱਚ ਕਾਮਯਾਬ ਹੋ ਜਾਣਗੇ। ਕਿਸ਼ਤ ਚੁਕਾ ਕੇ ਅਸੀਂ ਉਹਨਾਂ ਦੀ ਹਲਚਲ ਫੇਰ ਕਰ ਦਾਂਗੇ ਭਾਈ ਸਾਹਿਬ। ਸ਼ਿਮਲੇ, ਲੰਡਨ ਤੇ ਓਟਾਵਾ ਨੂੰ ਭੇਜੀਆਂ ਤਾਰਾਂ ਦਾ ਵੀ ਕੋਈ ਜਵਾਬ ਨਹੀਂ ਹੈ। ਸੋਹਣ ਲਾਲ ਜੀ, ਸਭ ਇੱਕ ਦੂਜੇ ਨਾਲ ਮਿਲੇ ਹੋਏ ਨੇ। ਸਰਕਾਰ ਨੇ ਜਿਹੜਾ ਇਨਕੁਆਇਰੀ ਬੋਰਡ ਬਣਾਇਆ ਹੈ, ਉਹਦਾ ਪ੍ਰਧਾਨ ਰੀੜ ਨੂੰ ਬਣਾਤਾ। ਉਹ ਤਾਂ ਪਹਿਲੇ ਹਿੰਦੁਸਤਾਨੀਆਂ ਨੂੰ ਕੱਢਣ ਤੇ ਤਾਹੂ ਹੋਇਆ ਪਿਆ, ਇਸ ਲਈ ਉਸ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ। ਗਦਰ ਪਾਰਟੀ ਕੀ ਕਹਿੰਦੀ ਹੈ ਇਸ ਬਾਰੇ? ਗਦਰ ਪਾਰਟੀ ਇਸ ਬਾਰੇ ਗੰਭੀਰਤਾ ਨਾਲ ਸੋਚ ਰਹੀ ਹੈ। ਭਾਈ ਸਾਹਿਬ, ਕੁਝ ਵੀ ਕਰੋ, ਬਸ ਜਹਾਜ਼ ਤੇ ਜਾਪਾਨੀ ਏਜੰਟ ਦਾ ਕਬਜ਼ਾ ਨਹੀਂ ਹੋਣ ਦੇਣਾ। ਚਿੱਠੀ ਵਿੱਚ ਇਹ ਵੀ ਲਿਖਿਆ ਹੈ ਕਿ ਜਹਾਜ਼ ਵਿੱਚ ਰਾਸ਼ਨ ਪਾਣੀ ਵੀ ਖਤਮ ਹੋ ਚੱਲਿਆ। ਇੱਕ ਪਾਸੇ ਬੱਚੇ ਭੁੱਖ ਨਾਲ ਮਿਲ ਰਹੇ ਨੇ ਤੇ ਦੂਜੇ ਪਾਸੇ ਡਾਕਟਰ ਰਘੂਨਾਥ ਤੇ ਜਾਪਾਨੀ ਬੁੱਲੇ ਲੁੱਟ ਰਹੇ ਨੇ। ਇਹ ਵਿਚਕਰਾਣੀ ਤਾਂ ਹੋਰ ਕੀ ਹੈ? ਸਾਨੂੰ ਜਹਾਜ਼ ਤੇ ਰਾਸ਼ਨ ਪਹੁੰਚਾਉਣ ਦਾ ਵੀ ਕੋਈ ਨਾ ਕੋਈ ਇੰਤਜ਼ਾਮ ਕਰਨਾ ਪੈਣਾ ਹੈ। ਸਮਝੋ ਇੰਤਜ਼ਾਮ ਹੋ ਗਿਆ ਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ ਭਾਈ ਸਾਹਿਬ। ਸ਼ੁਕਰੀਆ ਕਿਸ ਗੱਲ ਦਾ? ਇਹ ਤਾਂ ਮੇਰਾ ਫਰਜ਼ ਹੈ। ਉਹ ਤਾਂ ਮੇਰੇ ਆਪਣੇ ਨੇ। ਜੇ ਕੋਈ ਬੇਗਾਨਾ ਵੀ ਹੁੰਦਾ ਤਾਂ ਵੀ ਮੈਂ ਉਸ ਦੀ ਮਦਦ ਕਰਦਾ। ਮੇਰਾ ਨਾਮ ਜਵਾਲਾ ਸਿੰਘ ਹੈ। ਵੈਸੇ ਲੋਕ ਮੈਨੂੰ ਕਿੰਗ ਆਫ ਪੋਟੈਟੋਸ ਦੇ ਨਾਮ ਨਾਲ ਵੀ ਜਾਣਦੇ ਹਨ, ਕਿਉਂਕਿ ਕੈਲੀਫੋਰਨੀਆ ਵਿੱਚ ਮੇਰਾ ਆਲੂਆਂ ਦਾ ਵਪਾਰ ਸੀ। ਕਈ ਭਾਰਤੀ ਨੌਜਵਾਨਾਂ ਨੇ ਮੇਰੇ ਕੋਲੋਂ ਆਰਥਿਕ ਸਹਾਇਤਾ ਲੈ ਕੇ ਅਮਰੀਕਾ ਵਿੱਚ ਉੱਚ ਵਿੱਦਿਆ ਪ੍ਰਾਪਤ ਕੀਤੀ ਸੀ। ਗਦਰ ਪਾਰਟੀ ਦੇ ਨਾਲ ਵੀ ਮੇਰਾ ਨੇੜੇ ਦਾ ਸੰਬੰਧ ਸੀ। ਮੇਰੇ ਫਾਰਮ ਉੱਤੇ ਹੀ ਗੁਪਤ ਰੂਪ ਵਿੱਚ ਹਿੰਦੁਸਤਾਨੀਆਂ ਨੂੰ ਫੌਜੀ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ ਹੋਇਆ ਸੀ। ਮੈਂ ਤਾਂ ਵੈਨਕੂਵਰ ਆਪਣੇ ਕਿਸੇ ਕੰਮ ਲਈ ਆਇਆ ਸੀ, ਪਰ ਕੰਢੇ ਉੱਤੇ ਖੜੇ ਨੂੰ ਜਦੋਂ ਦੂਰ ਕੋਮਾ ਕਾਟਾ ਮਾਰੂ ਦਿਖਿਆ ਤਾਂ ਮਨ ਗੁੱਲਾ ਉੱਠਿਆ। ਅਸੀਂ ਆਪਣੇ ਭਾਈ ਭੈਣਾਂ ਨੂੰ ਭੁੱਖੇ ਨਹੀਂ ਮਰਨ ਦੇ ਸਕਦੇ। ਮੈਂ ਇਹਨਾਂ ਦੀ ਮਦਦ ਕਰਾਂਗਾ। ਜਵਾਲਾ ਸਿੰਘ ਜੀ, ਅਸੀਂ ਆਪਣੇ ਵੱਲੋਂ ਪੂਰੀ ਵਾਲ ਆ ਰਹੇ ਹਾਂ, ਪਰ ਹੱਥ ਪੱਲੇ ਕੁਝ ਨਹੀਂ ਪੈ ਰਿਹਾ। ਇਹਨਾਂ ਗਰੀਬਾਂ ਦਾ ਕਸੂਰ ਸਿਰਫ ਇੰਨਾ ਹੀ ਹੈ ਕਿ ਮਜ਼ਦੂਰੀ ਕਰਕੇ ਆਪਣਾ ਢਿੱਡ ਭਰਨਾ ਚਾਹੁੰਦੇ ਨੇ। ਇਹ ਲੋਕ ਕੈਨੇਡਾ ਦੀ ਬੰਜਰ ਧਰਤੀ ਨੂੰ ਸੋਨਾ ਬਣਾ ਦੇਣਗੇ। ਜੋ ਇਹ ਅਫਸਰ ਕਰ ਰਹੇ ਨੇ ਉਸ ਤੋਂ ਪਤਾ ਲੱਗਦਾ ਹੈ ਕਿ ਗੋਰੀ ਕੌਮ ਕਿੰਨੀ ਗਿਰ ਚੁੱਕੀ ਹੈ। ਇਹਨਾਂ ਨੂੰ ਮਨੁੱਖ ਕਹਿੰਦੇ ਹੋਏ ਵੀ ਸ਼ਰਮ ਆਉਂਦੀ ਹੈ। ਜਵਾਲਾ ਸਿੰਘ ਜੀ, ਜੋ ਹੁਕਮ ਹੈ ਸਾਨੂੰ ਦੱਸੋ। ਮੇਰੀ ਇੱਕ ਗੱਲ ਧਿਆਨ ਨਾਲ ਸੁਣੋ। ਬੇਸ਼ੱਕ 10-20 ਪੰਜਾਬੀ ਵੀਰਾਂ ਦੀਆਂ ਜਾਨਾਂ ਕਿਉਂ ਨਾ ਚਲੀਆਂ ਜਾਣ, ਭੁੱਖ ਨਾਲ ਮਿਲ ਕਰੇ ਭਰਾਵਾਂ ਨੂੰ ਰਾਸ਼ਨ ਜ਼ਰੂਰ ਪਹੁੰਚਾਉਣਾ ਹੈ। ਅੱਜ ਸਵੇਰ ਤੋਂ ਇਸ ਦੀਆਂ ਤਿਆਰੀਆਂ ਹੋ ਰਹੀਆਂ ਨੇ। ਇਸ ਵਾਸਤੇ ਸੰਗਤਾਂ ਤਿਆਰ ਨੇ। ਪਰ ਜਹਾਜ਼ ਦੇ ਅਲਗਾਉਂਦਾ ਰੀਡ ਨੇ ਉਸਦੀਆਂ ਵੋਟਾਂ ਸਖਤ ਪਰ ਲਾ ਰੱਖਿਆ। ਤੁਸੀਂ ਭਾਈ ਸਾਹਿਬ ਇਹਦੀ ਫਿਕਰ ਨਾ ਕਰੋ। ਮੈਂ ਇੱਕ ਵੋਟ ਵਾਲੇ ਅੰਗਰੇਜ਼ ਨੂੰ ਡਾਲਰਾਂ ਨਾਲ ਖਰੀਦ ਲਿਆ ਹੈ। ਤੁਸੀਂ ਬਸ ਜਿੰਨਾ ਹੋ ਸਕਦਾ ਸਮਾਰਟ ਵੋਟ ਵਿੱਚ ਰੱਦੋ। ਬਾਕੀ ਕੰਮ ਹਰਨਾਮ ਸਿੰਘ ਲੰਡਾ ਤੇ ਉਸਦੇ ਸਾਥੀ ਕਰਨਗੇ। ਜੇ ਗੋਰੇ ਸੋਚਦੇ ਆ ਕਿ ਉਹ ਸਭ ਨੂੰ ਖਰੀਦ ਸਕਦੇ ਨੇ ਤਾਂ ਕਿੰਗ ਆਫ ਪੋਟੈਟੋ ਜਵਾਲਾ ਸਿੰਘ ਉਹਨਾਂ ਨੂੰ ਵੀ ਖਰੀਦ ਸਕਦਾ ਹੈ। ਵਾਹ ਜਵਾਲਾ ਸਿੰਘ ਜੀ ਦਾ ਇਹ ਕਿੰਗ ਆਫ ਪੋਟੈਟੋ ਦਾ ਵਾਅਦਾ ਹੈ ਜੀ ਕਿ ਰਾਸ਼ਨ ਅੱਜ ਰਾਤ ਨੂੰ ਜਹਾਜ਼ ਤੱਕ ਪਹੁੰਚੇਗਾ। साहब तुसी अपनी पोस्टिंग मुस्तैद करो। पिछली रात गोरे दी वोट फायर करके राशन जहाज से पहुंचा देता है। डोंट वरी, मैं सब जानता हूँ। तुम ये बताओ रघुनाथ की क्या रिपोर्ट है? उससे बात हुई है नहीं? कमाल करते हो साहब जी। बेला सिंह ना है मेरा, पट लिया मैं तो उसनु। वो तो बाहर गेट पे खड़ा है जी। मार जा मेरा सिंह, छोटे पे आऊंगा। रघुनाथ जी अंदर आ जाओ, अपना ही दफ्तर है। हेलो सर। हेलो मिस्टर रघुनाथ सिंह। डॉक्टर साहब डरने की कोई लोड़ नहीं, खुल के गल कर सकते हो। मिस्टर बेला सिंह, सब्जी बता रहे हैं, थोड़ा ध्यान से बात करना। साहब चिंता ना करो जी।
मिस्टर रीड, यस सर। जरा सिंह, सिख ठामा में हिंदुस्तानी क्या प्लानिंग कर रहे हैं? साहब जी कल 500-600 हिंदुस्तानी इकट्ठे हुए सी ਉਹਨਾਂ ਦੇ ਹਮਦਰਦ ਕਈ ਗੋਰੇ ਲੋਕ ਵੀ ਉੱਥੇ ਹਾਜ਼ਰ ਸਨ। ਵਕੀਲ ਬਰਨ ਨੇ ਤੱਕ ਵੱਡਾ ਸਾਰਾ ਭਾਸ਼ਣ ਵੀ ਦਿੱਤਾ। $11,000 ਦਾ ਚੈੱਕ ਤਾਂ ਮਿੰਟਾਂ 'ਚ ਤਿਆਰ ਕਰਤਾ। अब बाकी $60,000 इकट्ठे करने की तैयारी कर रहे हैं। ये हिंदुस्तानी कुछ भी कर ले, लेकिन गुरजीत सिंह वैंकूवर में दाखिल नहीं हो सकता। साहब जी रघुनाथ सानू जहाज की सारी जानकारी दे सकता है। मिस्टर रघुनाथ सिंह, तुम गुरजीत सिंह के बारे में कुछ बता सकते हो? सर एक तो सारे कानूनी जॉब पे जानता है जी, दूजा बहुत हिम्मती आदमी है। तुम्हारे साथ उसका बिहेवियर कैसा है? सर मेरे कैबिन के बाहर ने पहरा कर रखा है, ना तो मैं किसी को मिल सकता ते ना ही कोई गल कर सकता। और दूसरे मुसाफिरों के साथ आज तो होगी कि डिक्टेटरशिप चल रही है, उनके हुक्म तो बिना पत्ता नहीं हिलदा। जो मुसाफिर हैं उनकी क्या प्लानिंग है? मुसाफिर तो सार वही सोचते ने जो गुरजीत सिंह सोचता है, पर हुण जो भाषा की कमी होती जा रही है ना, वो आप उधर ही होंदे जा रहे ने। बहुते टाउना विचों पहुंचना पिटवा गए हुए गुरजीत सिंह के खिलाफ कोई कुछ नहीं बोलता। दो चार बंदे हैगे ने जिन्होंने अपने वाल कीता होया, बाकियां दी तां उसने चंदी छड़दा जी। वेरी गुड, कैरी ऑन। कहना मैं अपनी कला रचेगा, कुछ और लोगों को भी अपने साथ देना। के बाद जे किसी को भड़क पैगी, मेरी तो उन्होंने मोटी-मोटी कर देनी है जी। डोंट वरी मिस्टर, मैं वैंकूवर का एमपी हूं, डरने की कोई बात नहीं। मैंने इस सब की रिपोर्ट प्राइम मिनिस्टर रॉबर्ट गॉर्डन को देनी है। शहर के हिंदू लोग बिना किसी बात के फालतू के टेलीग्राम्स वहां और मेरे को भेज रहे हैं, इसलिए तुम्हें यहाँ बुलाया है। तुम्हें कुछ नहीं होगा। अच्छा रघुनाथ, एक बात बताओ, अगर गुरजीत सिंह को ना उठने दिया गया तो वो क्या कर सकता है? देखो सर, उन्हें कोई विचार वगैरह तो है नहीं, तो लड़ाई कर सकते। पर हाँ सर, रोज रात को कहीं कहते मीटिंग शुरू कर देने। इस बारे में मुझे नहीं पता सर, क्योंकि मैंने मीटिंग में जाती आ गया नहीं। पर हाँ सर, ये बहुत सच्चे थे सिद्धि लोग ने, जाती बात नहीं बनने के। रघुनाथ, तुमने हमारी की हाँ? सर एक गल हो रही है, आप कैप्टन यामा को चोरी गुरजीत सिंह के चिट्ठियां बार भेजा जी। आप कुछ गोरे फोन डालने लगे, चिट्ठियां बार भेज देने। डोंट वरी, हम सब जानते हैं। सर मैं तो जहाज से वापस नहीं जाना चाहता जी। मेरे लिए भी करो सर, तुसी जो कहोगे मैं करूंगा। मेरी घरवाली के बच्चे की जान को खतरा सर। खतरा? खतरा किससे है? सर सारे मुसाफिरों को इस गल दी चिड़ है कि मैनू दवाइयां लेने की परमिशन क्यों दी गई है? तुम डॉक्टर हो, तुम्हें जहाज में आकर मेडिसिन लेने का हक है, ऐसा कानून कहता है। सर असल में चुनाव में शक है कि मैं जहाज दी गल्लां बाहर करता, क्योंकि उधर बंदोबस्त कर रहा और उधर ये भी कहते कि जे मैं डॉक्टर फोन करके उधर सकता तो वो पानी होन करके गुरजीत सिंह नूं उतरन दा खुदा हक है। किसको खाना है किसको नहीं, वो सिर्फ हम दे देंगे, वो नहीं। मिस्टर रघुनाथ सिंह, the rule of this game is very very simple. तुम हमारी हेल्प करो, हम तुम्हारी हेल्प करेंगे, समझे? जा और जाकर अपने हिडी बच्चे के साथ पार्टी करो। कनाडा की हुकूमत। थैंक यू सर, थैंक यू सो मच, थैंक यू। जो मिस्टर री, कनाडा आने के लिए ये इंडियंस कुछ भी कर सकते हैं। रघुनाथ ਨੂੰ ਰੱਖਣਾ ਮੇਰੀ ਗਲਤੀ ਸੀ, ਪਰ ਪੰਜਾਬੀ ਜਾਣ ਕੇ ਭਰਾਵਾਂ ਵਜੋਂ ਰੱਖ ਲਿਆ ਤਾਂ ਇਸ ਦੀ ਸਜ਼ਾ ਤਾਂ ਆਖਿਰ ਮੈਨੂੰ ਮਿਲਣੀ ਹੀ ਚਾਹੀਦੀ ਸੀ। 10 ਜੂਨ 1914 ਨੂੰ ਜਹਾਜ਼ ਦੇ ਏਜੰਟ ਗਾਰਡਨ ਜੌਨਸਨ ਨੂੰ $11,000 ਦੀ ਕਿਸ਼ਤ ਭਾਈ ਭਾਗ ਸਿੰਘ ਤੇ ਹੁਸੈਨ ਰਹੀਮ ਨੇ ਦੇ ਦਿੱਤੀ। 20 ਜੂਨ 1914 ਨੂੰ $4,000 ਹੋਰ ਦੇ ਕੇ ਉਹਨਾਂ ਨੇ ਜਹਾਜ਼ ਦਾ ਚਾਰਟਰ ਆਪਣੇ ਨਾਮ ਕਰਵਾ ਲਿਆ। ਉਸ ਦਿਨ ਤੋਂ ਮਾਲਕ ਤੇ ਮੈਂ ਮੁਸਾਫਰ ਬਣ ਗਿਆ ਸੀ। ਸੋਚਿਆ ਜੇ ਸੱਚੇ ਪਾਤਸ਼ਾਹ ਨੂੰ ਇਹੀ ਮਨਜ਼ੂਰ ਹੈ ਤਾਂ ਇਹੀ ਸਹੀ। ਜਹਾਜ਼ ਦੇ ਹਾਲਾਤ ਦਿਨ ਬਾ ਦਿਨ ਬੱਤਰ ਹੁੰਦੇ ਜਾ ਰਹੇ ਸਨ। ਜਹਾਜ਼ ਵਿੱਚ ਇੱਕ ਮੁਸਾਫਰ ਭੁੱਖ ਦੇ ਕਾਰਨ ਬਿਮਾਰ ਹੋ ਗਿਆ। ਵਿਗੜਦੀ ਹੋਈ ਹਾਲਤ ਵੇਖ ਕੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਪਰ ਉਹ ਵਿਚਾਰਾ ਭੁੱਖ ਦੇ ਤੋੜੇ ਉੱਥੇ ਹੀ ਮਰ ਗਿਆ। ਅੰਨ ਪਾਣੀ ਖਤਮ ਹੋ ਚੁੱਕਿਆ ਸੀ। ਭੁੱਖੇ ਤਿਹਾਏ ਕਿੰਨੇ ਕੁ ਦਿਨ ਕੱਢਦੇ। ਇੱਕ ਦਿਨ ਸੁੰਦਰ ਸਿੰਘ ਦਾ ਜਵਾਬ ਫੌਜਾ ਸਿੰਘ ਪਾਣੀ ਦੀ ਇੱਕ ਬੂੰਦ ਨੂੰ ਤੜਕਦਾ ਹੋਇਆ ਬੇਹੋਸ਼ ਹੋ ਗਿਆ। ਉਸ ਦਿਨ ਜੋ ਹੋਇਆ ਉਹ ਬਿਆਨੋਂ ਬਾਹਰ ਹੈ। मेरा पुत मर गया है, पानी पीना, कोई पानी नहीं पीना दे ये गालियां रखा के जो आकर हुए मेरे तड़पाए, मेरा बचड़ा तड़प रहा है पानी को। पुत मर गया, क्या कर पुत मार गया। ए रब्बा, मैं आज देखा तो मेरा मर क्यों लगी? ਜਦੋਂ ਇੰਡੀਆ ਸਰਕਾਰ ਨੂੰ ਸਾਡੀ ਸਾਰ ਨਹੀਂ ਤਾਂ ਕੈਨੇਡਾ ਸਰਕਾਰ ਨੇ ਵੀ ਕੀ ਲੱਗ ਰਿਹਾ? ਕੀ ਹੋਇਆ ਸੁੰਦਰ ਸਿਆ? ਕਿਉਂ ਇਹਨਾਂ ਰੌਲਾ ਪਾਇਆ? पापा, ਅਸੀਂ ਤੇਰਾ
मैं भी पढ़ेगी करती ये बगाड़िया सी तेरा ऐसे ना होता मिट्टी जंगल सी आते जाते रुकी सुकी मिलती सी और खाते जाती और तुम्हारा साढ़े माँ दे रुकी मेरा तारे की चंद्री का ढीलो पिछलो बैठ फुटी रसी बाबा जी कोटा पानी पीना तरस भी बेहोश हो गया बाबा जी पानी ਦੇ ਡੈਵਰ ਚ ਹੋਊਗਾ ਨਹੀਂ ਤੁਸੀਂ ਰੁਕੋ ਮੈਂ ਕਰਦਾ पुत्रा देवी के बेटा आ गए ਹੌਸਲਾ ਰੱਖ ਕਿਸੇ ਨੇ ਵਾਹਿਗੁਰੂ ਭਲੀ ਕਰੂ ਆਲੋ ਪਾਣੀ ਤੇ ਜਲਦੀ ਲਾਓ ਜਵਾਬ ਦੇ ਮੂੰਹ ਨੂੰ मेरा पुत्र देखता है शुक्र है वाहिगुरु बच्चे की जान बचा ली तू तुमने हमारी परमिशन के बगैर हमारे यहाँ से पानी नहीं उड़ा मेरी मजबूरी सी बच्चा बेहोश होया पिया सी एक पानी देनी हो जाती तो जवाब की जान चली जानी सी मुझे इससे कोई फर्क नहीं पड़ता जान जाती बच जाए मैं क्या करूं देख भाई तेरी 8 आने की बोतल हो तू साढ़े को रुपया ले ले ਇਹਦੇ ਚ ਗੁੱਸੇ ਹੋਣ ਵਾਲੀ ਕਿਹੜੀ ਗੱਲ ਹੈ मतलब हम एंग्री नहीं हो सकता मेरे आंखों सामने मासूम बच्चा पानी पीना मरता होवे कि मैं नहीं सह सकता करदर सिंह तुम लोग काम करने के बाद ही क्यों सोते हो शायद इसीलिए भी काम हो कनाडा में क्या इतना जरूरी था अपने देश में नहीं रह सकते थे हिंदुस्तान को कनाडा बनाने के बारे में क्यों नहीं सोचते वो तो भाषण दे नाटे जवान ने तो गुड्डा पानी पी गया तेरे क्या कर दिया ਕਿਸੇ ਨੇ ਕਰੇ ਭੁੱਖੜੀ ਦੇ ਸਿਰ ਦਿੱਤਾ ਤਾਂ ਮੋੜਿਆ ਦਵੜ ਚੁੱਕ ਫੌਜੇ ਨੂੰ ਦੇ ਦੇ ਚੱਲ ਬਾਬਾ ਜੀ ਅਸੀਂ ਗੋਰਿਆਂ ਨੂੰ ਪਛਾਣਨ ਵਿੱਚ ਬਹੁਤ ਦੇਰ ਕਰ ਦਿੱਤੀ ਇਹ ਹਫਤਾ ਸੀਗਾ पानी को कैमरे में रख के लॉक कर देना पानी ले जाया ने जद पानी ले लुट मचाई मैं पानी ले जाया ने जद पानी ले लुट मचाई पुलिया सब जाना पता होई जद जीव तिहाई मैं पुलिया सब जाना पता होई जद जीव तिहाई जिंदगी की रंग मिकाऊ जाने कोई ना साडा परदेसिया दा देश कोई ना साडा परदेसिया दा देश कोई ना कदे सुपने विच भी नहीं सी सोचिया कि जिंदगी विच ए दिल भी देखने पैणगे पंजा पाणियां दी धरती ते फाश ते पानी लुट रहे सी गल की हिंदू सिख ते मुसलमान आपो अपने मजहब ते जात नू भुल के एक दूजे दे मुंह चों बड़ी खो खो के पी रहे सी मेरी मेरी उत्थे खड़े दी रूह कब गई ਕੈਨੇਡਾ ਸਰਕਾਰ ਨੇ ਪਹਿਲਾਂ ਕੈਨੇਡਾ ਦੇ ਮੁਸਾਫਰਾਂ ਨੂੰ ਉਤਰਨ ਦੀ ਇਜਾਜ਼ਤ ਦੇ ਦਿੱਤੀ ਸੀ ਡਾਕਟਰ ਰਘੁਨਾਥ ਜੀ ਆਪਣੇ ਪਰਿਵਾਰ ਸਮੇਤ ਉਤਰ ਗਿਆ ਸੀ ਜਹਾਜ਼ ਵਿੱਚ ਭੁੱਖਮਰੀ ਫੈਲ ਚੁੱਕੀ ਸੀ ਹਾਲਾਤ ਬਹੁਤ ਹੀ ਨਾਜ਼ੁਕ ਹੋ ਗਏ ਸੀ ਸਰਕਾਰ ਨੇ ਉਹਨਾਂ ਨੂੰ ਵਾਪਸ ਭੇਜਣ ਲਈ ਇੱਕ ਨਵੀਂ ਚਾਲ ਚੱਲੀ ਕੁਝ ਕੈਨੇਡੀਅਨ ਅਫਸਰ ਇੱਕ ਬਹੁਤ ਹੀ ਭੋਲੇ ਭਾਲੇ ਮੁਸਾਫਿਰ ਮੁੰਸ਼ੀ ਸਿੰਘ ਨੂੰ ਉਤਰਨ ਦਾ ਲਾਲਚ ਦੇ ਕੇ ਆਪਣੇ ਨਾਲ ਲੈ ਗਏ ਅਤੇ ਵੈਨਕੂਵਰ ਜਾ ਕੇ ਉਸ ਕੋਲ ਉਤਰਨ ਲਈ ਇਜਾਜ਼ਤ ਪਾ ਦਿੱਤੀ ਮੁੰਸ਼ੀ ਸਿੰਘ ਨੂੰ ਇਨਕੁਆਇਰੀ ਰਿਪੋਰਟ ਦੇ ਸਾਹਮਣੇ ਪੇਸ਼ ਕੀਤਾ ਗਿਆ ਉਸ ਇਨਕੁਆਇਰੀ ਰਿਪੋਰਟ ਦੇ ਸਾਹਮਣੇ ਜਿਸ ਦਾ ਪ੍ਰਧਾਨ ਸਰਕਾਰ ਨੇ ਰੀਡ ਨੂੰ ਹੀ ਬਣਾ ਦਿੱਤਾ ਸੀ ਤੇ ਬਾਕੀ ਦੇ ਮੈਂਬਰ ਉਸਨੇ ਆਪਣੀ ਮਰਜ਼ੀ ਨਾਲ ਚੁਣੇ ਸਨ What is your name? जी मुंशी सिंह Village? जी गुलपुर District? होशियारपुर English जानते हो? सर लिटिल कनाडा कैसे आया जी जहाज में आया वो तो मुझे भी मालूम है जहाज पर आया लेकिन किस पर्पज से आया है? जी काम करना आया मेरी उम्र 26 साल है पिंड मेरी घर वाली ते किती है मेरे को अपनी 7 किले जमीन है जी जो पूछा जाए वो बताओ सच सच बोलो कनाडा क्यों आया है? जी बहुत सारे लोग आ रहे जी ਉਹਨਾਂ ਨਾਲ ਹੀ ਮੈਂ ਆਇਆ ਮੈਂ ਡਾਲੇ ਕਮਾ ਕੇ ਹੋਰ ਜ਼ਮੀਨ ਕਿੱਧਰ ਜਾਣਾ ਕਾਫੀ ਸਮੇਂ ਤੋਂ ਹਾਂਗਕਾਂਗ ਵਿੱਚ ਰੁਕਿਆ ਹੋਇਆ ਸੀ ਕਲਕੱਤੇ ਤੋਂ ਬੈਂਕਾਕ ਦੀ ਟਿਕਟ ਲੈਣ ਦੀ ਬਥੇਰੀ ਕੋਸ਼ਿਸ਼ ਕੀਤੀ ਜੀ ਪਰ ਕਿਸੇ ਕੰਪਨੀ ਨੇ ਟਿਕਟ ਨਹੀਂ ਦਿੱਤੀ ਫਿਰ ਹਾਂਗਕਾਂਗ ਤੋਂ ਵੀ ਕੋਸ਼ਿਸ਼ ਕੀਤੀ ਇੱਥੇ ਵੀ ਕਿਸੇ ਨੇ ਟਿਕਟ ਨਹੀਂ ਦਿੱਤੀ ਉਹਦਾ ਸਾਡੇ ਚੰਗੇ ਭਾਗਾਂ ਨੂੰ ਬਾਬਾ ਜੀ ਨੇ ਕਾਮਾ ਘਾਟਾ ਮਰੂ ਜਹਾਜ਼ ਤਿਆਰ ਕਰ ਲਿਆ ਨਹੀਂ ਇਸ ਤਾਂ ਹਾਂਗਕਾਂਗ ਵਿੱਚ ਹੀ ਛੱਡ ਜਾਣਾ ਸੀ ਤਬ ਸਾਨੂੰ ਪਤਾ ਲੱਗਿਆ ਕਿ ਕੈਨੇਡਾ 'ਚ ਕਿਸਾਨਾਂ ਦੀ ਲੋੜ ਹੈ तुमने टिकट कितने डॉलर का किया है? ਜੀ 20 ਡਾਲੇ ਦਾ ਪੈ ਗਿਆ तुम कनाडा किस पर्पज से आए हो फार्मों में काम करने के लिए और जमीन खरीदने के लिए मिस्टर हॉपकिंसन, मुझे लगता है इसका जवाब तो मुंशी सिंह को देना चाहिए। तुम कनाडा किस पर्पज से आए हो जी टू डू फार्मिंग अब तुम्हारे पास कितना मनी है? जी
जी इस वेले 6 पाउंड ने ਜਿਹੜੇ 30 ਡਾਲਰ ਦੇ ਬਰਾਬਰ ਹੋਣਗੇ। तुम्हारी हिंदुस्तानी जमीन का कितना कीमत होगा? जी लगभग 25000 रुपए तो इत्थों ਦੇ ਹਿਸਾਬ ਨਾਲ 8000 ਡਾਲਰ जी। अपने साथ और मनी क्यों नहीं लाया? जी ਮੈਨੂੰ ਡਰ ਸੀ ਕਿ ਰਾਸਤੇ ਵਿੱਚ ਕੋਈ ਲੁੱਟੇ ਨਾ ਲਵੇ, ਇਸ ਲਈ ਮੈਂ ਆਪਣੇ ਨਾਲ ਹੋਰ ਪੈਸੇ ਨਹੀਂ ਲਿਆ ਜੀ। ਪਹਿਲੀ ਵਾਰ ਘਰੋਂ ਬਾਹਰ ਨਿਕਲਿਆ ਸੀ ਪ੍ਰਦੇਸ਼ਾਂ ਵਾਸਤੇ। ਸਾਹਿਬ ਅਸੀਂ ਕਿਸਾਨ ਆ, ਸਾਨੂੰ ਉਤਰਨ ਦਿਓ, ਅਸੀਂ ਤੁਹਾਡੀ ਜ਼ਮੀਨ ਨੂੰ ਸੋਨਾ ਬਣਾ ਦੇਵਾਂਗੇ ਜੀ। सर, मुंशी सिंह खेतों का मालिक और किसान है, वो मजदूर नहीं। वो $200 जमानत देने के लिए भी तैयार है। इमिग्रेशन ऑफिसर जबरदस्ती उसको मजदूर बना रहे हैं। सीधा आने की शर्त मुंशी सिंह पर लागू हो ही नहीं सकती, क्योंकि कैलकाटा से कोई भी शिप सीधा कनाडा आता ही नहीं। तीसरी बात ये, मुंशी सिंह ब्रिटिश कॉलोनी से आया है और ब्रिटिश सब्जेक्ट होने के नाते वो जहां जाना चाहे वहां जा सकता है, ये उसका राइट है। केस बिल्कुल सीधा है। मुंशी सिंह और बाकी मुसाफिरों को कनाडा में इज्जत से उतरने देना चाहिए। That's all. वहां ने दलीलें तो बहुत बढ़िया दी हैं और शिप के सभी मुसाफिर नीचे उतरने के हकदार भी हैं, पर फैसला मेरे हाथ में है और मैं ये फैसला मुंशी सिंह के खिलाफ ही सुनाऊंगा। मुंशी सिंह कनाडा में दाखिल नहीं हो सकता, क्योंकि ना तो वो सीधा इंडिया से आया है और ना ही उसके पास $200 है। मुंशी सिंह को कनाडा से वापस जाने का ऑर्डर दिया जाता है। ਇਸ ਤੋਂ ਬਾਅਦ ਬਰਡ ਨੇ ਵਿਕਟੋਰੀਆ ਦੀ ਕੋਰਟ ਵਿੱਚ ਅਪੀਲ ਕਰ ਦਿੱਤੀ, ਪਰ ਹੋਇਆ ਉਹੀ ਜੋ ਰੀਡ ਨੇ ਸੋਚਿਆ ਹੋਇਆ ਸੀ। ਜੱਜ ਨੇ ਵੀ ਉਹੀ ਫੈਸਲਾ ਸੁਣਾਇਆ। 6 ਜੁਲਾਈ 1914 ਨੂੰ ਮੁੰਸ਼ੀ ਸਿੰਘ ਨੂੰ ਕੈਨੇਡਾ ਛੱਡਣ ਦਾ ਹੁਕਮ ਦੇ ਦਿੱਤਾ ਗਿਆ। ਇਸੇ ਕੇਸ ਦਾ ਹਵਾਲਾ ਦੇ ਕੇ ਇਮੀਗ੍ਰੇਸ਼ਨ ਡਿਪਾਰਟਮੈਂਟ ਨੇ ਕਾਮਾਗਾਟਾ ਮਾਰੂ ਨੂੰ ਵਾਪਸ ਜਾਣ ਦਾ ਨੋਟਿਸ ਦੇ ਦਿੱਤਾ। ਬਾਬਾ ਜੀ ਸਾਡੀ ਆਖਰੀ ਉਮੀਦ ਵੀ ਖਤਮ ਹੋ ਗਈ, ਅਸੀਂ ਕੇਸ ਹਾਰ ਗਏ ਹਾਂ। ਦਲਜੀਤ ਸਿਆ ਰੀੜ ਤੋਂ ਇਹੀ ਉਮੀਦ ਰੱਖੀ ਜਾ ਸਕਦੀ ਸੀ। ਪਰ ਬਾਬਾ ਜੀ ਹੁਣ ਅੱਗੇ ਕੀ ਕਰਾਂਗੇ? ਸਾਡਾ ਤਾਂ ਧੋਬੀ ਦੇ ਕੁੱਤੇ ਵਾਲਾ ਹਾਲ ਹੋ ਗਿਆ, ਨਾ ਘਰ ਦੇ ਰਹੇ ਨਾ ਘਰ ਦੇ। ਨਾ ਮੈਂ ਇਹਨਾਂ ਸਰਕਾਰਾਂ ਦੇ ਨਿਆਂ ਤੇ ਭਰੋਸਾ ਕਰਦਾ ਤੇ ਨਾ ਹੀ ਸਾਡਾ ਇਹ ਹਸ਼ਰ ਹੁੰਦਾ। ਉਹਨਾਂ ਸਾਡੇ ਨਾਲ ਧੋਖਾ ਕੀਤਾ ਹੈ ਬਾਬਾ ਜੀ। ਨਾ ਹੁਣ ਤੁਹਾਨੂੰ ਧੋਖਾ ਯਾਦ ਆਉਂਦਾ ਹੈ, ਪਹਿਲਾਂ ਨਹੀਂ ਸੀ ਪਤਾ ਹਿੰਦੁਸਤਾਨ 'ਚ ਕਿਹੜਾ ਸਾਡੇ ਨਾਲ ਇਨਸਾਫ ਕਰਦੇ ਸੀ। ਬੰਦੇ ਨੂੰ ਪੈਰ ਸਿੱਟਣ ਤੋਂ ਪਹਿਲਾਂ 100 ਵਾਰ ਸੋਚਣਾ ਚਾਹੀਦਾ ਹੈ। ਮੈਨੂੰ ਜੇ ਇੱਕ ਵਾਰ ਉਤਰਨ ਦਾ ਮੌਕਾ ਦੇ ਦਿੱਤਾ ਜਾਂਦਾ ਤਾਂ ਬਹੁਤ ਕੁਝ ਕੀਤਾ ਜਾ ਸਕਦਾ ਸੀ। ਅੱਗੇ ਡੁੱਬੀ ਦਾ ਤਾਰਾ ਜੇ ਸਾਣਾ ਆਇਆ। ਬਾਬਾ ਜੀ ਤੁਹਾਡੇ ਮੂੰਹ ਚੁੱਪ ਬੈਠੇ ਆ, ਉਹ ਤਾਂ ਪਾਣੀ ਸਿਰ ਤੋਂ ਵੀ ਲੰਘਿਆ ਪਿਆ। ਦੇਖੋ ਮੈਂ ਤੁਹਾਡਾ ਦਰਦ ਸਮਝ ਸਕਦਾ, ਤੁਹਾਡੀ ਇਸ ਹਾਲਤ ਦਾ ਜ਼ਿੰਮੇਵਾਰ ਵੀ ਮੈਂ ਹੀ ਹਾਂ। ਕਿੰਨਾ ਅਜੀਬ ਹੈ, ਸਾਡੇ ਦੇਸ਼ ਤੇ ਕਬਜ਼ਾ ਕਰੀ ਬੈਠੇ ਨੇ ਤੇ ਸਾਨੂੰ ਇੱਥੇ ਪੈਰ ਨਹੀਂ ਕਰਦੇ ਹੋਏ। ਨਾ ਮੈਂ ਜਹਾਜ਼ ਚਲਾਉਂਦਾ, ਨਾ ਦਿਨ ਦੇਖਣੇ ਪੈਂਦੇ। ਇਹਨਾਂ ਮੁਸਾਫਰਾਂ ਲਈ ਤੁਸੀਂ ਇਹ ਸਭ ਕੀਤਾ, ਤੁਸੀਂ ਆਪ ਵੀ ਤਾਂ ਸਾਡੇ ਨਾਲ ਹੀ ਦੁੱਖ ਚੱਲ ਰਹੇ ਹੋ। ਇਹਦੇ 'ਚ ਤੁਹਾਡਾ ਕੀ ਕਸੂਰ ਹੈ ਬਾਬਾ ਜੀ? ਕਸੂਰ ਤਾਂ ਸਾਰੇ ਬਾਂਦਰ ਖੁਦੇ ਗਿਰਦਾ। ਦੱਸ ਅਸੀਂ ਉਹਦੇ ਕੀ ਮਾਂ ਮਾਰੇ ਸੀ, ਜਾਂ ਉਹਦੇ ਪਿਓ ਦੀਆਂ ਪੱਕੀਆਂ ਖਾਣੀਆਂ ਸੀ, ਹੱਕ ਹਲਾਲ ਦੀ ਕਮਾਈ ਕਰਕੇ ਖਾਣੀ ਸੀ। ਬੇਗਾਨਿਆਂ ਨੂੰ ਕੀ ਦੋਸ਼ ਦੇਣਾ ਟਹਿਲ ਸਿਆ, ਜਦੋਂ ਹਿੰਦ ਸਰਕਾਰ ਹੀ ਧੋਖਾ ਦੇਗੀ। ਮੁੰਸ਼ੀ ਵਾਲੇ ਕੇਸ ਤੇ ਬਾਰੀ ਚੁੱਪ ਕਰਕੇ ਬੈਠਣ ਵਾਲਾ ਨਹੀਂ, ਉਹਦਾ ਤਾਂ ਪਤਾ ਨਹੀਂ, ਪਰ ਸਾਥੋਂ ਭੁੱਖਿਆ ਤਾਂ ਹੁਣ ਚੁੱਪ ਨਹੀਂ ਬੈਠਾ ਜਾਣਾ। ਅਸੀਂ 2 ਵਾਰ ਬੜੀ ਹਲੀਮੀ ਨਾਲ ਬੇਨਤੀ ਕਰ ਚੁੱਕੇ ਹਾਂ ਕਿ 3 ਦਿਨਾਂ ਤੋਂ ਭੁੱਖੇ ਬੈਠੇ ਆ, ਸਾਨੂੰ ਰਾਸ਼ਨ ਦੇ ਦਿਓ। ਬੰਦਾ ਜਾਵੇ ਵੀ ਤਾਂ ਕਿੱਥੇ? ਮੈਨੂੰ ਤਾਂ ਕੋਈ ਸਮਝ ਨਹੀਂ ਆ ਰਿਹਾ ਕਿ ਕੀ ਕਰਾਂ। ਬਾਬਾ ਜੀ ਹੁਣ ਜੋ ਕਰਾਂਗੇ ਅਸੀਂ ਕਰਾਂਗੇ। ਅਸੀਂ 5 ਬੰਦਿਆਂ ਨੇ ਨਵੀਂ ਕਮੇਟੀ ਬਣਾਈ ਹੈ। ਅੱਜ ਤੋਂ ਜਹਾਜ਼ ਦਾ ਸਾਰਾ ਕੰਟਰੋਲ ਇਸ ਕਮੇਟੀ ਨੂੰ। ਜੇ ਕਿਸੇ ਨੂੰ ਦਿੱਕਤ ਆ ਤਾਂ ਹੁਣੇ ਦੱਸ ਦਿਓ। ਇਹ ਕਮੇਟੀ ਕੋਈ ਪ੍ਰਧਾਨਗੀ ਵਾਸਤੇ ਨਹੀਂ ਬਣਾਈ, ਬਲਕਿ ਮਜਬੂਰੀ 'ਚ ਬਣਾਈ ਹੈ। 3 ਦਿਨਾਂ ਤੋਂ ਭੁੱਖਣ ਵਾਲੇ ਬੈਠੇ ਆ। ਅਸੀਂ ਇਮੀਗ੍ਰੇਸ਼ਨ ਵਿਭਾਗ ਨੂੰ ਅਲਟੀਮੇਟਮ ਦੇ ਦਿੱਤਾ ਹੈ ਕਿ ਜੇ ਅੱਜ ਸ਼ਾਮ ਤੱਕ ਰਾਸ਼ਨ ਪਾਣੀ ਨਾ ਪਹੁੰਚਿਆ ਤਾਂ ਮੁਸਾਫਰ ਜਹਾਜ਼ ਦੀਆਂ ਬੇੜੀਆਂ ਖੋਲਣਗੇ, ਉਤਰਨ ਦੀ ਕੋਸ਼ਿਸ਼ ਕਰਨਗੇ। ਅੱਗੇ ਜਾਓ, ਦੇਖਿਆ ਜਾਓ। ਇਸ ਨਵੀਂ ਕਮੇਟੀ ਦਾ ਅਸਰ ਇੱਕਦਮ ਹੋਇਆ ਸੀ। ਉਹਨਾਂ ਦੇ ਅਲਟੀਮੇਟਮ ਦੇਣ ਦੀ ਦੇਰ ਸੀ ਕਿ ਰੀਡ ਨੇ ਉਸੇ ਸ਼ਾਮ 2-3 ਦਿਨ ਦਾ ਰਾਸ਼ਨ ਭੇਜ ਦਿੱਤਾ। ਇਸ ਤਰ੍ਹਾਂ ਪਹਿਲਾਂ ਮੇਰੇ ਹੱਥੋਂ ਜਹਾਜ਼ ਦਾ ਚਾਰਟਰ ਚਲਾ ਗਿਆ ਤੇ ਫਿਰ ਜਹਾਜ਼ ਦਾ ਕੰਟਰੋਲ। ਸ਼ਾਇਦ ਇਹ ਕੰਟਰੋਲ ਤਾਂ ਬਹੁਤ ਪਹਿਲਾਂ ਜਾ ਚੁੱਕਿਆ ਸੀ, ਮੈਂ ਹੀ ਭਰਮ ਪਾਲਦਾ ਆ ਰਿਹਾ ਸੀ। ਮੈਨੂੰ ਇਸ ਵਿੱਚ ਕੋਈ ਬੁਰਾ ਵੀ ਨਹੀਂ ਲੱਗਿਆ, ਕਿਉਂਕਿ ਮੈਂ ਉਹਨਾਂ ਦੀ ਕਰ ਵੀ ਕੀ ਰਿਹਾ ਸੀ। ਜਹਾਜ਼ ਤੋਰਨ ਲਈ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਸੀ। ਮੇਰੇ ਭੁਜੱਗੀ ਬਲਵੰਤ ਨੂੰ ਵੀ ਜਿਵੇਂ ਸੱਚ ਸਮਝ ਆ ਗਿਆ ਸੀ। ਬਲੀ ਕੀ ਹੋਇਆ? ਨਾਲਾ ਬਲੀ ਦੇਖਾਂਗੇ ਕਿਉਂ ਨਹੀਂ, ਜ਼ਰੂਰ ਦੇਖਾਂਗੇ। ਵੱਡੇ ਵੱਡੇ ਬਾਜ਼ਾਰ ਹੋਣਗੇ, ਤੂੰ ਸੋਹਣੇ ਸੋਹਣੇ ਕੱਪੜੇ ਖਰੀਦੇਗਾ, ਭਾਂਤ ਭਾਂਤ ਦੀਆਂ ਮਿਠਾਈਆਂ ਖਾਏਗਾ ਪੁੱਤ। ਨਾ ਬਲੀ ਨਾ, ਤੇਰਾ ਬਾਪੂ ਕਦੇ ਝੂਠ ਨਹੀਂ ਬੋਲਦਾ ਪੁੱਤ। ਲੱਗਦਾ ਵਾਹਿਗੁਰੂ ਮੇਰਾ ਇਮਤਿਹਾਨ ਲੈ ਰਿਹਾ ਏ। ਬਾਬਾ ਜੀ ਇਸ ਤਰ੍ਹਾਂ ਨਾ ਕਰੋ, ਜੇ ਤੁਸੀਂ ਹੌਸਲਾ ਛੱਡ ਗਏ ਤਾਂ ਬਾਕੀ ਮੁਸਾਫਰਾਂ ਦਾ ਕੀ ਬਣੂ? ਦਲਜੀਤ ਮੈਨੂੰ ਬਲਵੰਤ ਦਾ ਉਹਨਾਂ ਦੁੱਖ ਨਹੀਂ ਜਿੰਨਾ ਬਾਕੀ ਮੁਸਾਫਰਾਂ ਦਾ ਏ। ਇਹਨਾਂ ਦੇ ਉਦਾਸ ਚਿਹਰੇ ਮੈਨੂੰ ਦੇਖੇ ਨਹੀਂ ਜਾਂਦੇ।
ਮੈਂ ਇਹਨਾਂ ਨਾਲ ਵਾਅਦਾ ਕੀਤਾ ਸੀ ਕਿ ਕੈਨੇਡਾ ਜ਼ਰੂਰ ਪਹੁੰਚਾਊਂਗਾ। ਮੈਂ ਆਪਣਾ ਕੌਮ ਨਹੀਂ ਪੁਗਾ ਸਕਿਆ। हेलो मिस्टर विनय सिंह, दलजीत, परमात्मा को अंदर ले जाओ। तुम गेस्ट आ गए हो। मुझे इस बात का दुख है कि तुम वैंकूवर शहर के नजारे देखे बिना ही वापस चले जाओगे। वैंकूवर, your city of dreams, very sad। आपके अंग्रेजी वाले ना उनकी जगह में लोड बुका है चाहिए। अगर गुरतेज सिंह ने तब मेरी बात मानी होती तो वहाँ ये सब ना देखना पड़ता। हम तो तुम्हारे साथ तुम्हारा दुख बांट रहे हैं। Sorry Indians, now you have no option, so come back। ਜੋ ਤੂੰ ਸਾਡੇ ਨਾਲ ਕਰ ਰਿਹਾ ਐਦਾ ਕੋਈ ਜਾਨਵਰ ਨਾਲ ਨਹੀਂ ਕਰਦਾ। ਰੌਣਕ ਹੈ ਛੋਟੇ ਐਸੇ ਕਾਨੂੰਨ ਤੇ ਜਿਹੜਾ ਤਿਉਹਾਰਾਂ ਨੂੰ ਪਾਣੀ ਵੀ ਨਹੀਂ ਦੇ ਸਕਦਾ। ਆ ਜਿਹੜਾ ਕਹਿੰਦੇ ਫਿਰਦੇ ਹੋ ਨਾ ਕਿ ਅੰਗਰੇਜ਼ ਕਿਸੇ ਨਾਲ ਦਰਿਆ ਤੇ ਨਹੀਂ ਰੱਖਦੇ, ਆ ਦੇਖ ਲੋ ਉਹਦਾ ਜਿੰਦਾ ਜਾਗਦਾ ਨਮੂਨਾ। ਰਿਸ਼ਤਾ ਲੈ ਕੇ ਢਿੱਡ ਭਰਨ ਵਾਲਿਆ ਰਹਿੰਦੀ ਦੁਨੀਆ ਤੱਕ ਲੋਕ ਤੇਰੇ ਉੱਤੇ ਤੂ ਕਰਨਗੇ। ਵੱਡੀ ਕੋਰਾ ਤੂੰ ਅਸਾਂ ਕਿੰਨੀਆਂ ਨਾਲ ਚੰਗਾ ਨਹੀਂ ਕੀਤਾ। ਜੇ ਅਸੀਂ ਇਸ ਧਰਤੀ ਤੇ ਨਹੀਂ ਉਤਰ ਸਕਦੇ ਤਾਂ ਜਿਉਂਦਾ ਤੂੰ ਵੀ ਨਹੀਂ ਰਹਿ ਸਕਦੇ। मिस्टर रीड, जहाज में पीने लिए पानी का तुपका भी नहीं कि मेहरबानी करके पानी का इंतजाम कर सकते हो। हम कोशिश कर रहे हैं कि तुम्हें जल्दी से जल्दी वाटर दिया जाए। ਅਸੀਂ ਆਪਣੀ ਲੋੜ ਤਿਆਰ ਕਰੀ ਬੈਠੇ ਆ। ਜੇ 9 ਵਜੇ ਤੱਕ ਰਾਸ਼ਨ ਪਾਣੀ ਨਾ पहुंचा ਤਾਂ ਫਿਰ ਜਾਵਾਂਗੇ। थाम थाम मिस्टर सिंह, मिस्टर रीड ने बोला नहीं कि हम आज रात तक इंतजाम करने की कोशिश करेंगे। हम इस बारे में सोचेंगे। Take it easy, man। ਅਸੀਂ ਤੇਰੇ ਨਾਲ ਤਾਂ ਭੁੱਖੇ ਤੱਕ ਮਰ ਰਹੇ ਹਾਂ ਕਿ ਤੁਸੀਂ ਕੋਈ ਸਵਾਲ ਕਰੋਗੇ ਸੋਚੋਗੇ ਤੁਸੀਂ ਸਾਡਾ ਇਤਿਹਾਸ ਨਹੀਂ ਜਾਣਦੇ। ਜੇ ਅਸੀਂ ਆਪਣੀ ਆਈ ਤੇ ਆ ਗਏ ਤਾਂ ਤੇਰੀ ਸਿਟੀ ਔਰ ਡ੍ਰੀਮ ਥਰੂ ਮੜੀਆ ਲੈਟ ਕਰ ਦਾਂਗੇ। ਬੰਦੇ ਫੜ ਕੇ ਰਾਸ਼ਨ ਬਚਾਓ। Just relax। अगर रात को वाटर बन सकी तो कल सुबह तक तो मिल जाएगी। वाटर का इंतजाम आज ही हो जाएगा। कितना वाटर चाहिए? ਜੇ ਤੂੰ 3 ਦਿਨਾਂ ਤੋਂ ਤਿਆਰਿਆ ਹੋਵੇ ਤਾਂ ਤੈਨੂੰ ਜਿੰਨਾ ਕੁ ਪਾਣੀ ਚਾਹੀਦਾ ਹੋ ਉਸੇ ਹਿਸਾਬ ਨਾਲ ਹਰ ਬੰਦੇ ਨੇ ਪੈਣੀ। मिस्टर रीड, ये पागल लोग हैं। We should go। ਅੱਛਾ ਸੀ ਪਾਗਲਾਂ ਸਾਥੀਆਂ ਚਾਰ ਨਹੀਂ ਦੇਣਾ ਇਹਨਾਂ ਨੂੰ। ਅੱਜ ਇਹਨਾਂ ਦੀਆਂ ਬੜੀ ਅੱਖੀ ਬਣਾ ਦਿਓ। लोग ऐसा नहीं कर सकते। रास्ता छोड़ो। राजा तू कितना नहीं कितना आज तेन तो तुम्हें गलती याद आ गई। कानून कर रहे हो, ये सही नहीं है। तू कानून ਨੂੰ ਬੜਾ ਬਦਲ ਨਹੀਂ ਕਰਦਾ। ਕੰਨ ਖੋਲ ਕੇ ਗੱਲ ਸੁਣੋ ਮੇਰੀ। ਜੇ ਰਾਸ਼ਨ ਨਾ ਮਿਲਿਆ ਨਾ ਤਾਂ ਤੂੰ ਹੀ ਨਹੀਂ ਬਚੇਗਾ ਪੁੱਤ ਮੇਰਾ। अगर तुमने हमें छुआ भी तब तुम लोगों में से जिंदा वापिस कोई नहीं जा सकता। जिंदा जान तो कदा भी वैसे भी नहीं रहे उन्हें। ये सब चलने से पहले सोचना था। पागल हो गया तू। जान दो लो। बेटा रीड कर जाओ नहीं तो कोई ना हो जाऊं। पापा जी मैंने तुझे की किया? मैं जो किया सही किया। ਅਸੀਂ ਉਹਨਾਂ ਨੂੰ ਨੁਕਸਾਨ ਪਹੁੰਚਾ ਕੇ ਹੋਰ ਮੁਸੀਬਤਾਂ ਨਹੀਂ ਝੇਲ ਸਕਦੇ। ਨਾ ਪਹਿਲਾਂ ਤਾਂ ਜਿਵੇਂ ਕੋਈ ਮੁਸੀਬਤ ਹੈ ਹੀ ਨਹੀਂ ਪਾਪਾ ਜੀ। ਮੇਰਾ ਬੱਚਾ ਮਰ ਰਿਹਾ ਹੈ ਪਾਣੀ ਬਿਨਾ। ਸਾਰੇ ਮੁਸਾਫਰ ਤੜਪ ਰਹੇ ਨੇ ਪਾਣੀ ਬਿਨਾ। ਨਾ ਇਸ ਤੋਂ ਵੱਡੀ ਹੋਰ ਕੀ ਮੁਸੀਬਤ ਹੋ ਸਕਦੀ ਹੈ। ਦੋਹਾਂ ਨੂੰ ਇੱਥੇ ਬੰਨ ਕੇ ਬਿਠਾਉਂਦੇ ਆਪੇ ਆ ਜਾਂਦੀ ਅਕਲ ਟਿਕਾਣੇ। ਜੇ ਅੱਜ ਸ਼ਾਮ ਤੱਕ ਰਾਸ਼ਨ ਪਾਣੀ ਨਾ ਪਹੁੰਚਿਆ ਤਾਂ ਅਸੀਂ ਪੌੜ ਲੈ ਕੇ ਨਿਕਲਾਂਗੇ। ਦੇਖੀ ਜਾਓ ਜੋ ਇਹ ਜ਼ਿੰਮੇਵਾਰ ਹੋਣਗੇ। Who are Gurdev Singh? इसने मेरे खिलाफ वाइसरॉय, किंग जॉर्ज, प्राइम मिनिस्टर, गवर्नर जनरल, इंडियन गवर्नमेंट, चीफ खालसा दीवान और ना जाने किस को कितनी टेलीग्राम भेजी। कहां शिकायत नहीं की होगी, लेकिन उनमें से ज्यादा का तो जवाब ही नहीं आया और जिसका आया भी नाम नहीं आया क्योंकि पोस्ट ऑफिस से सभी टेलीग्राम मेरे पास जो आ जाती हैं और मैं उनको देख के क्लास बी में फेंक देता हूँ। जिसका जवाब देना होता है उस पे सिंपली नो लिख देता हूँ। आज के बिहेवियर के बाद इनको सबक सिखाना और भी जरूरी हो गया है। अब देखो मैं इनका क्या हशार करता हूँ। ਰੀਡ ਨੇ ਇੱਕ ਹੋਰ ਚਾਲ ਚੱਲੀ। ਇੱਕ ਇਮੀਗ੍ਰੇਸ਼ਨ ਅਧਿਕਾਰੀ ਨੇ ਕੈਪਟਨ ਯਾਮਾਮੋਟੋ ਦੇ ਹੱਥ ਹੀ ਕਠੜੀ ਭੇਜੀ। ਜਦੋਂ ਸਾ ਖੋਲ ਕੇ ਦੇਖੀ ਤਾਂ ਉਸ ਤੋਂ ਬਦਲ ਅਖਬਾਰ ਨਿਕਲੇ। ਮੈਂ ਉਸੇ ਵਕਤ ਉਹ ਕਠੜੀ ਬੰਨੀ ਤੇ ਉਸ ਨੂੰ ਵਾਪਸ ਕਰਦਿਆਂ ਮਹਿਕਮੇ ਦੇ ਏਜੰਟ ਨੂੰ ਇੱਕ ਨੋਟਿਸ ਭੇਜਿਆ ਕਿ ਅਸੀਂ ਤਾਂ ਪਹਿਲੇ ਵਕਤ ਦੇ ਮਾਰੇ ਹੋਏ ਹਾਂ। ਸਾਨੂੰ ਬਾਗੀ ਬਣਾ ਕੇ ਤੂੰ ਕਿਹੜੀ ਜੰਗ ਜਿੱਤਣੀ ਚਾਹਣਾ। ਰੀਡ ਦੀ ਇਹ ਚਾਲ ਦੀ ਸਫਲ ਹੋ ਗਈ। ਹਾਲਾਤ ਨੂੰ ਭਾਪਦਿਆਂ ਮੈਂ ਮੁਸਾਫਰਾਂ ਦੀ ਇੱਕ ਮੀਟਿੰਗ ਬੁਲਾਈ ਤੇ ਮਤਾ ਪਾਸ ਕੀਤਾ ਕਿ ਰਾਤ ਨੂੰ ਸਾਰੇ ਵਾਰੋ-ਵਾਰੀ ਪਹਿਰਾ ਦੇ ਕਿਉਂਕਿ ਹਕਲਾਏ ਹੋਏ ਉਹ ਕੁਝ ਵੀ ਕਰ ਸਕਦੇ ਸਨ। 19 ਜੁਲਾਈ 1914 ਰਾਤ 1:30 ਵਜੇ ਉਹੀ ਹੋਇਆ ਜਿਸ ਦਾ ਡਰ ਸੀ। ਕਹਿਲ ਸਿਆ ਸਾਡੇ ਨਾਲ ਜਿਹੜੀ ਹੋਈ ਆ ਓਮਕਾਰ ਕਿਸੇ ਦੁਸ਼ਮਣ ਨਾਲ ਵੀ ਨਾ ਕਰੇ। ਪਿੰਡ ਦੀ ਜ਼ਮੀਨ ਵੇਚ ਕੇ ਤੈਨੂੰ ਆਏ ਸੀ। ਸੋਚਿਆ ਸੀ 4 ਦਫੇ
ਸਾਰੇ ਖਵਾਵਾਂਗੇ ਪਰ ਇਹ ਕੀ ਪਤਾ ਸੀ ਵੀ ਜਿਹੜੇ ਕੋਲ ਨੇ ਉਹ ਵੀ ਖਵਾਵਾਂਗੇ। ਓਏ ਤੂੰ ਤਾਂ ਕੱਲੀ ਜ਼ਮੀਨ ਹੀ ਵੇਚੀ, ਓਏ ਇੱਧਰ ਤਾਂ ਜ਼ਮੀਨ ਦੇ ਨਾਲ ਘਰ ਵਾਲੀ ਦੀਆਂ ਟੂਮਾਂ ਵੀ ਵੇਚੀਆਂ। ਉਹ ਤਾਂ ਕਿਤੇ ਜਾ ਕੇ ਘਰ ਪੂਰਾ ਹੋਇਆ ਸੀ। ਉਹ ਕਿਹੜਾ ਮੂੰਹ ਲੈ ਕੇ ਪਿੰਡ ਮੁੜਾਂਗੇ? ਓਏ ਉਹੀ ਜਿਹੜਾ ਆਪਣੇ ਲਾਇਆ ਹੋਰ ਹੋਰ ਬਾਤ ਨੂੰ ਇਹਨੇ ਵੀਰ ਦਾ ਤੂੰ ਕੱਢ ਕੇ ਲਾ ਕੇ ਦੇ ਵਿੱਚ ਉਹ ਦੇਖ ਵਾਜੀ ਪਿੱਟੇ ਚੜਾ ਸੁਣਦੀਆਂ ਨੇ, ਇੱਥੇ ਜਾਣ ਤੇ ਬੜੀ ਪਈ ਐ। ਭਾਈ ਦੱਸਿਆ ਮੈਂ ਕਿਚਰਾ ਨਹੀਂ ਕਰਦਾ। ਆ ਜਿਹੜੀ ਕੁੱਤੇ ਖਾਈ ਸਾਡੇ ਨਾਲ ਕੈਨੇਡਾ ਨੇ ਕੀਤੀ ਹੈ ਨਾ, ਮੈਂ ਤਾਂ ਕਦੇ ਵੀ ਨਹੀਂ ਭੁੱਲੂਗਾ। ਜੇ ਮੈਂ ਜਿਉਂਦੇ ਜੀ ਇਸ ਧਰਤੀ ਤੇ ਪੈਰ ਵੀ ਪਾ ਗਿਆ ਤਾਂ ਰਹਿੰਦੀ ਦੁਨੀਆ ਤੱਕ ਲੋਕ ਮੈਨੂੰ ਕਹਿ ਸਕਦੇ ਕਹਿਣਗੇ ਆਹ ਕੀਤੀਆਂ ਕਰ ਤੂੰ ਚੁੰਨੇ ਚ ਲੱਗੀ ਇੱਟ ਵਰਗੀ। ਭਾਈ ਦਰਬਾਰਾ ਸਿਆ ਆਪਣੇ ਕੈਨੇਡਾ ਨਾਲ ਉਤਰਨ ਦਾ ਕਾਰਨ ਹੀ ਆਪਣੀ ਗੁਲਾਮੀ ਹੈ। ਇਹ ਜਾਪਾਨੀ ਵੈਨਕੂਵਰ ਘੁੰਮ ਸਕਦੇ ਨੇ ਪਰ ਇਹ ਆਪਾਂ ਨਹੀਂ ਵੈਨਕੂਵਰ ਦੇ ਭਰਾ ਸਾਨੂੰ ਮਿਲ ਨਹੀਂ ਸਕਦੇ। ਹੁਣ ਸਮਝ ਆਇਆ ਮੈਨੂੰ ਮਤਲਬ ਦਾ ਮਤਲਬ। ਓਏ ਟੈਨ ਸਿਆ, ਓਏ ਦੇਖੋ ਨੇਤਾ ਕਰ ਲਿਆ ਚੱਕਿਆ ਉਹਨਾਂ ਨੇ ਤੈਨੂੰ। ਓਏ ਮੈਨੂੰ ਲੱਗਦਾ ਤੂੰ ਜਹਾਜ਼ ਆ ਰਿਹਾ ਤੈਨੂੰ। ਜਾ ਕਿਹੜੇ ਦੀ ਗੱਡੀ ਦਾ ਬਚਾਏ। ਓਏ ਇਹ ਕੀ ਕਰ ਰਿਹਾ ਰੇ? ਓ ਮੈਨੂੰ ਨਹੀਂ ਪਤਾ। ਉਹਨੇ ਤਾਂ ਜੱਗੀ ਚਹਾਈ ਸਿੰਗਲੀ ਸ਼ਰਾ ਲੱਗਦਾ ਕਿ ਐਸਾ ਨੇ ਆਪਣੇ ਤੇ ਹਵਾ ਕਰਨੀ ਕਰਦਾ ਅੱਜ ਚਰਾਗ ਵਿੱਚ ਜੂਝ ਵਾਦਾ ਪੈਣਾ ਆ ਗਿਆ ਸਾਥੀਓ ਪਿੱਛੇ ਨਹੀਂ ਹਟਣਾ। ਕੀ ਹੋਇਆ ਗੁਰਮੁਖੋ? ਉਹਨੇ ਹਮਲਾ ਕਰਨਾ ਹੈ। ਦੇਖੋ ਕੋਈ ਏਦਾਂ ਦੀ ਗੱਲ ਨਾ ਹੋ ਜਾਏ ਜਿਹਦਾ ਅੰਜਾਮ ਆਪਾਂ ਨੂੰ ਭੁਗਤਣਾ ਪਵੇ। ਹੁਣ ਹੋਰ ਕੀ ਬਾਕੀ ਰਹਿ ਗਿਆ ਬਾਬਾ ਜੀ? ਤੁਸੀਂ ਕੀ ਕਰ ਰਹੇ ਹੋ ਤੁਸੀਂ? ਖਬਰਦਾਰ ਜੇ ਸਾਡੇ ਜਹਾਜ਼ ਦੇ ਨੇੜੇ ਵੀ ਆਇਆ ਤਾਂ ਅਸੀਂ ਇੱਕ ਕਈ ਦਾਤਾ ਨਹੀਂ ਆਪਣੇ ਜਹਾਜ਼ ਦੀ ਅਗਲੀ ਮਰ ਮਿਟਾਂਗੇ। ਮੈਂ ਤੁਮਕੇ ਨਾਮ ਪੁਆਣੇ ਦੇ ਰਹਾ ਹੂੰ। ਜਦੋਂ ਤੱਕ ਸਾਨੂੰ 2 ਮਹੀਨੇ ਦਾ ਰਾਸ਼ਨ ਪਾਣੀ ਨਹੀਂ ਮਿਲਦਾ ਅਸੀਂ ਇਹ ਤਾਂ ਨਹੀਂ ਲਾਂਗੇ। ਰਾਸ਼ਨ ਪਾਣੀ ਦੇ ਬਿਨਾਂ ਵਾਪਸ ਜਾਣਾ ਚੰਗਾ ਹੈ ਕਿ ਅਸੀਂ ਇੱਥੇ ਹੀ ਲੜ ਕੇ ਮਰ ਮਿਟੀਏ। ਓਏ ਰਘੂਨਾਥ ਦੱਸਾਂ ਤੈਨੂੰ ਹੌਸਲਾ ਦਿੱਤਾ ਉਦੋਂ ਦੀ ਕੁੜੀ ਨੂੰ ਅੱਗ ਲਾਉਣ ਆ ਗਿਆ। 2 ਟੇਲਰ ਤੇ ਚੁੱਕਿਆ ਕਰਨਗੇ। सब जातों के भूत बातों से नहीं मानते। अभी जिनके समुद्र में छोड़ देते हैं। थल्लो कौड़ा देखते पहुंचा देती सारे मुसाफिर कहीं हिस्से में चढ़ने जाओ। पहले 2 पार्टियां कौड़े मार दिया फिर वो थले बैठ गया फिर तीसरी पार्टी कौड़े मारू और तक बाकी 2 पार्टियों कौड़ा देखते नजर करने लगिया। अब 10 बजे ना कौड़े नु क्या कर दिया मारने सगारू बंदूका भी दौड़ नहीं और ना तेरे हाथों में चली जाना कि दुश्मन ने हाथ मार दिया कौन सही ना देह शिवावर मोहे है शुभ कर मन ते कब हूँ न डरूं हर सोच अब जाए लरूं जिससे कर अपनी जीत करूं हर सिख हो अपने ही मन को दे लालच आपन तो अटलो जब आव की याद निदान बने अतहीरन में तब जूझ मरो जगत मम बाजियो कर निशाने खाओ खेच मंड सूरमा अब तुझ बताओ सूरज हो मैं जानिए जो लड़े दिल में है कुचा कुचा कट मरे कब न जाने खेत बोले सोने श्रियामा बोले सोने श्रियामा और देखो उन्होंने सिर्फ टेढ़ा हारे रस्सा खोलो जाके कोई नहीं तो सारे मारे जाएंगे। इन्हें की जान बख्श दो। मैं तुम दे रहा मैं बाबा जी लेके बड़ा हाँ मैं खिड़की ਵਿੱਚੋਂ ਸਭ ਦੇਖ ਰਿਹਾ ਸੀ। ਇਹ ਵੀ ਦੇਖ ਰਿਹਾ ਸੀ ਕਿ ਡਾਕਟਰ ਰਘੂਨਾਥ ਉਹਨਾਂ ਨਾਲ ਬੰਦੂਕ ਲਈ ਖੜਾ ਹੈ। ਖੈਰ ਜ਼ਿਆਦਾ ਨੁਕਸਾਨ ਤਾਂ ਨਹੀਂ ਹੋਇਆ। बस बाबा जी खैर रह गई। ਚਲੋ ਹੁਣ ਸਾਰੇ ਅੰਦਰ ਚੱਲੋ। ਪਤਾ ਨਹੀਂ ਕੱਲ ਸਵੇਰ ਤੱਕ ਰੇੜ ਦੇ ਕੀ ਨਵਾਂ ਸਿਆਪਾ ਪਾਉਣਾ ਹੈ। मुसाफिर जित का जश्न मना रहे थे। अगले दिन गोली पुलिस ने अपनी हार ते बड़ी शान मारी थी। रैदी खुदी कसर अगले दिन दिया दोबारा ने पूरी कर दी थी। उन्होंने सुर्खियां बनाईया कि भुखे तिहाए निहत्थे हिंदुस्तानियों ने हथियारबंद कनेडा पुलिस ਨੂੰ ਕੋਲੇ ਮਾਰ ਕੇ ਬਚਾ ਛੱਡੇ। 2 ਦਿਨਾਂ ਦੇ ਅੰਦਰ ਗੋਰਿਆਂ ਦੀ ਹਾਰ ਦੀ ਚਰਚਾ ਪੂਰੀ ਦੁਨੀਆ ਵਿੱਚ ਫੈਲ ਚੁੱਕੀ ਸੀ। ਇਮੀਗ੍ਰੇਸ਼ਨ ਵਿਭਾਗ ਨੇ ਕੌਮਾ ਘਾਟਾ ਮਾਰੂ ਨੂੰ ਜ਼ਬਰਦਸਤੀ ਸਮੁੰਦਰ ਵਿੱਚੋਂ ਵਾਪਸ ਭੇਜਣ ਲਈ ਕੈਨੇਡਾ ਸਰਕਾਰ ਤੋਂ ਫੌਜੀ ਕਾਰਵਾਈ ਦੀ ਮੰਗ ਕੀਤੀ। 2 ਦਿਨਾਂ ਦੇ ਅੰਦਰ ਫੌਜ ਦੀਆਂ ਪਲਟਨਾਂ ਵੈਨਕੂਵਰ ਪਹੁੰਚ ਗਈਆਂ। ਉਧਰ ਵੈਨਕੂਵਰ ਵਿੱਚ ਰਹਿੰਦੇ ਹਿੰਦੁਸਤਾਨੀ ਦੀ ਚਿੰਤਾ ਵੀ ਦਿਨੋਂ ਦਿਨ ਵਧਦੀ ਜਾ ਰਹੀ ਸੀ। ਉਹਨਾਂ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਆਖਿਰ ਕੀ ਕੀਤਾ ਜਾਵੇ।
ਭਾਈ ਸਾਹਿਬ ਮਾਲ ਮੁਸਾਫਰਾਂ ਦੇ ਸਿਰ ਤੇ ਘੁੰਮਦੀ ਫਿਰਦੀ ਹੈ। ਚੋਰੀ ਛਿਪੇ ਜਹਾਜ਼ ਤੇ ਵੀ ਨਹੀਂ ਜਾ ਸਕਦੇ, ਥਾਂ ਥਾਂ ਤੇ ਪਹਿਰਾ ਲੱਗਿਆ ਹੋਇਆ ਏ। ਭਾਈ ਭਾਗ ਸਿੰਘ ਤੇ ਬਲਵੰਤ ਸਿੰਘ ਨੂੰ ਅਮਰੀਕਾ ਵਿੱਚ ਗ੍ਰਿਫਤਾਰ ਕਰ ਰੱਖਿਆ ਹੈ। ਉਹ ਅਜੇ ਤੇ ਹੁੰਦੇ ਤਾਂ ਕੋਈ ਨਾ ਕੋਈ ਬੰਦੋਬਸਤ ਜ਼ਰੂਰ ਕਰ ਲੈਣਾ ਸੀ। ਠੀਕ ਆ ਕਰਦਾ ਹੈ ਕਿ ਰੀਡ ਤੇ ਹੌਕਿੰਸਨ ਨੂੰ ਗੋਲੀ ਨਾਲ ਉਡਾ ਦਈਏ। ਇਸ ਨਾਲ ਹਾਲਾਤ ਹੋਰ ਵਿਗੜ ਜਾਣਗੇ ਭਾਈ ਸਾਹਿਬ। ਤੁਸੀਂ ਦੇਖਿਆ ਨਹੀਂ ਉਸ ਰਾਤ ਦੇ ਅਟੈਕ ਨਾਲ ਕੀ ਹੋਇਆ? ਉਹਨਾਂ ਨੇ ਫੌਜਾਂ ਬੁਲਾ ਲਈਆਂ ਨੇ। ਪਰ ਅਸੀਂ ਆਪਣੇ ਭਰਾਵਾਂ ਨੂੰ ਇੰਜ ਮਰਦੇ ਵੀ ਤਾਂ ਨਹੀਂ ਦੇਖ ਸਕਦੇ। ਮੇਰਾ ਤਾਂ ਕਾਜਾ ਫਟਣ ਨੂੰ ਕਰਦਾ। ਰਹੀਮ ਜੀ ਤੁਸੀਂ ਤਾਂ ਬੰਬ ਬਣਾਉਣਾ ਜਾਣਦੇ ਹੋ, ਕੁਝ ਤਾਂ ਕਰੋ। ਹੁਣ ਤਾਂ ਪਾਣੀ ਸਿਰ ਤੋਂ ਲੰਘ ਗਿਆ। ਮਨ ਤਾਂ ਮੇਰਾ ਵੀ ਬਹੁਤ ਕਰਦਾ ਕਿ ਇਹਨਾਂ ਦੋਹਾਂ ਨੂੰ ਬੰਬ ਨਾ ਉਡਾ ਦਿਆਂ, ਪਰ ਮੁਸਾਫਰਾਂ ਦਾ ਫਿਕਰ ਮਾਰਦਾ ਹੈ। ਇਹ ਤਾਂ ਪਤਾ ਹੈ ਕਿ ਉਹਨਾਂ ਨੇ ਹੁਣ ਆਪਣੇ ਭਰਾਵਾਂ ਨੂੰ ਉਤਰਨ ਨਹੀਂ ਦੇਣਾ, ਪਰ ਮੈਂ ਚਾਹਨਾ ਕਿ ਘੱਟੋ ਘੱਟ ਉਹ ਸਹੀ ਸਲਾਮਤ ਵਾਪਸ ਚਲੇ ਜਾਣ। ਇਹ ਵੀ ਬਹੁਤ ਵੱਡੀ ਗੱਲ ਹੋਵੇਗੀ। ਦੁੱਖ ਤਾਂ ਇਸ ਗੱਲ ਦਾ ਹੈ ਕਿ ਉਹ ਵਿਚਾਰੇ ਵਾਪਸ ਮੁੜਨ ਨੂੰ ਵੀ ਤਿਆਰ ਨੇ, ਬਸ ਰਸਤੇ ਦਾ ਰਾਸ਼ਨ ਪਾਣੀ ਮੰਗਦੇ ਨੇ। ਬੇਸ਼ੱਕ ਅੱਜ ਦੇ ਕੇ ਤੁਰ ਦਿਓ। ਸਮੁੰਦਰ ਵਿੱਚ ਇਹਨਾਂ ਨੇ ਰੇਨਬੋ ਜਹਾਜ਼ ਲੈ ਕੇ ਖੜਾ ਕਰਤਾ, ਉਹਦਾ ਕੀ ਮਤਲਬ ਹੈ? ਉਹ ਮੁਸਾਫਰਾਂ ਨੂੰ ਡਰਾ ਰਹੇ ਨੇ। ਉਹਨਾਂ ਨੂੰ ਲੱਗਦਾ ਕਿ ਸ਼ਾਇਦ ਉਹ ਡਰ ਕੇ ਦੌੜ ਜਾਣਗੇ। ਮੈਨੂੰ ਨਹੀਂ ਲੱਗਦਾ ਕਿ ਸਿਰਫ ਡਰਾਉਣ ਵਾਸਤੇ ਰੇਨਬੋ ਜਹਾਜ਼ ਤੇ ਫੌਜ ਨੂੰ ਵੈਨਕੂਵਰ ਲੈ ਕੇ ਆਏ ਨੇ। ਜੇ ਇਸ ਮੁਸੀਬਤ ਵਿੱਚ ਅਸੀਂ ਆਪਣੇ ਭਰਾਵਾਂ ਦੀ ਮਦਦ ਨਹੀਂ ਕਰ ਸਕਦੇ ਤਾਂ ਘੱਟੋ ਘੱਟ ਇਹਦਾ ਬਦਲਾ ਤਾਂ ਲੈ ਸਕਦੇ ਹਾਂ। ਜੇ ਉਹਨਾਂ ਨੇ ਤੋਪਾਂ ਨਾਲ ਹਮਲਾ ਕੀਤਾ ਤਾਂ ਅਸੀਂ ਸਾਰੇ ਵੈਨਕੂਵਰ ਨੂੰ ਅੱਗ ਲਾ ਕੇ ਸਾੜ ਦਿਆਂਗੇ। ਕੀ ਇਹ ਬਾਤਾਂ ਸੰਗਤਾਂ ਨੂੰ ਮਨਜ਼ੂਰ ਹੋ? ਹਾਂ ਕਿਉਂ ਨਹੀਂ ਹੋ? ਜੇ ਉਹ ਉਹਨਾਂ ਮਾਸੂਮਾਂ ਤੇ ਤੋਪਾਂ ਚਲਾਉਣਗੇ ਅਸੀਂ ਉਸੇ ਵਕਤ ਸਾਰੇ ਵੈਨਕੂਵਰ ਨੂੰ ਅੱਗ ਲਾ ਦਿਆਂਗੇ। ਜੇ ਇਹੀ ਗੱਲ ਹੈ ਤਾਂ ਠੀਕ ਹੈ। ਇਸ ਕੰਮ ਵਿੱਚ ਹੁਣ ਢਿੱਲ ਨਾ ਵਰਤੋ। ਸਾਰੇ ਹਿੰਦੁਸਤਾਨੀਆਂ ਨੂੰ ਖੁਫੀਆ ਜਾਣਕਾਰੀ ਦੇ ਦਿਓ ਕਿ ਵੱਧ ਤੋਂ ਵੱਧ ਤੇਲ ਇਕੱਠਾ ਕਰਕੇ ਤੇ ਕੰਮ ਤੋਂ ਛੁੱਟੀ ਲੈ ਕੇ ਆਪਣੇ ਆਪਣੇ ਘਰੇ ਬੈਠਣ, ਤਾਂ ਕਿ ਲੋੜ ਪੈਣ ਤੇ ਦਿੱਕਤ ਨਾ ਆਵੇ। ਇਸ ਕੰਮ ਵਾਸਤੇ ਸਾਰਿਆਂ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸੇ ਵੰਡਦੇ ਹਾਂ ਤਾਂ ਜੋ ਸ਼ਹਿਰ ਨੂੰ ਆਸਾਨੀ ਨਾਲ ਅੱਗ ਲਾਈ ਜਾ ਸਕੇ। ਠੀਕ ਹੈ ਸਾਥੀਓ, ਹੁਣ ਸਾਨੂੰ ਆਪਣੇ ਆਪਣੇ ਕੰਮ ਵਿੱਚ ਜੁਟਣਾ ਚਾਹੀਦਾ ਹੈ। ਸਮਾਂ ਪਹਿਲਾਂ ਹੀ ਬਹੁਤ ਘੱਟ ਹੈ। ਮੇਰੇ ਬਹਾਦਰ ਵੀਰੋ, ਸ਼ਹੀਦੀਆਂ ਪਾਉਣ ਦਾ ਵਕਤ ਆ ਗਿਆ। ਸਾਰਿਆਂ ਨੂੰ ਆਪਣੀ ਆਪਣੀ ਡਿਊਟੀਆਂ ਦਾ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਹੈ। ਜਹਾਜ਼ ਨੂੰ ਆਪਣੇ ਨੇੜੇ ਨਹੀਂ ਉੱਡਣਾ। ਪਹਿਲਾਂ ਵਾਂਗ ਟੈਰੀਟੋਰੀਅਲ ਬਣਾਇਆ ਗਿਆ ਨੇ। ਪਹਿਲਾਂ ਕਾਲੇ ਨਾਲ ਹਮਾਹੂ। ਜੇ ਫੌਜੀ ਜਹਾਜ਼ ਵਿੱਚ ਧੱਕੇ ਨਾ ਚਲੇ ਤਾਂ ਤਲਵਾਰਾਂ ਪੁੱਛੇ ਨਾ ਲੜਿਆ ਜਾਊਗਾ। ਆਖਰੀ ਦਮ ਤੱਕ ਅਸੀਂ ਡਟ ਕੇ ਮੁਕਾਬਲਾ ਕਰਾਂਗੇ ਤੇ ਜਦੋਂ ਸਾਹਮਣੇ ਸਾਹ ਜਾਂਦੇ ਦਿਖੇ ਤਾਂ ਛੱਤ ਤੋਂ ਹੇਠਾਂ ਜਾ ਕੇ ਸਾਰੇ ਜਹਾਜ਼ ਨੂੰ ਅੱਗੇ ਲਿਆ ਜਾਏਗਾ। ਓਏ ਸੋਨਹਾ ਬਾਬਾ ਜੀ, ਚੋਰ ਕਮੇਟੀ ਨੇ ਸ਼ੀਸ਼ਾ ਤੇ ਡਾਇਰੈਕਟ ਸਲੇਬ ਭੇਜਿਆ। ਜੇ ਕੈਨੇਡਾ ਸਰਕਾਰ ਨੇ ਕੋਮਾ ਘਟਾ ਮਰ ਤੇ ਤੋਪਾਂ ਨਾਲ ਹਮਲਾ ਕੀਤਾ ਤਾਂ ਸਾਰੇ ਵੈਂਕੂ ਸ਼ਹਿਰ ਨੂੰ ਅੱਗ ਲਗਾ ਦੇਣਗੇ। ਹੁਣ ਸੇਕ ਲੱਗੂ ਗੋਰੀ ਚਮੜੀ ਨੂੰ। ਨਹੀਂ ਇਹ ਨਹੀਂ ਹੋ ਸਕਦਾ। ਇਹ ਅਨਰਥ ਨਹੀਂ ਹੋਣਾ ਚਾਹੀਦਾ। ਅਸੀਂ ਕੈਨੇਡਾ ਸਰਕਾਰ ਦੇ ਜ਼ੁਲਮ ਨਾਲ ਸਹਾਰ ਦੇ ਹੋ ਜੇ ਮਾਰੇ ਗਏ ਤਾਂ ਕਲੰਕ ਸਰਕਾਰ ਦੇ ਜ਼ਿੰਮੇ ਆ। ਪਰ ਜੇ ਸਾਡੀ ਵਜ੍ਹਾ ਨਾਲ ਵੈਨਕੂਵਰ ਸੜ ਗਿਆ, ਹਜ਼ਾਰਾਂ ਵਿਦੋਸ਼ੀ ਲੋਕ ਸੜ ਕੇ ਸਵਾਹ ਹੋ ਗਏ ਤਾਂ ਭਵਿੱਖ ਸਾਨੂੰ ਕਦੇ ਮਾਫ ਨਹੀਂ ਕਰੇਗਾ। ਅਸੀਂ ਸਰਬੱਤ ਦਾ ਭਲਾ ਮੰਗਣ ਵਾਲੇ ਬਾਬੇ ਨਾਨਕ ਦੇ ਬੱਚੇ ਆ। ਬਾਬਾ ਜੀ, ਉਹ ਆਪਾਂ ਨੂੰ ਮਾਰ ਕੇ ਤੋਲੇ ਪਏ ਨੇ ਤੇ ਤੁਸੀਂ ਦੇਖੋ ਕੁਝ ਵੀ ਕਹੋ, ਪਰ ਸਾਡੇ ਕਰਕੇ ਵਿਦੋਸ਼ੀ ਮਾਰੇ ਜਾਣ ਇਹ ਧਰਮ ਦੀ ਗੱਲ ਨਹੀਂ। ਵੀਰ ਮੁਹੰਮਦ, ਹੁਣੇ ਜਾ ਕੇ ਸ਼ੀਸ਼ਾ ਝੰਡੀ ਨਾਲ ਆਪਣੇ ਭਰਾਵਾਂ ਨੂੰ ਇਹ ਸੁਨੇਹਾ ਦਿਓ ਕਿ ਕੁਝ ਵੀ ਗਲਤ ਨਹੀਂ ਕਰਨਾ। ਸਾਡੀ ਲੜਾਈ ਸਰਕਾਰ ਨਾਲ ਹੈ, ਵੈਨਕੂਵਰ ਦੇ ਬਸ਼ਿੰਦਿਆਂ ਨਾਲ ਨਹੀਂ। ਜੋ ਹੁਕਮ ਬਾਬਾ ਜੀ। देखा मेरा कमाल। मैंने कहा था ना, मेरे बेटे के लोग वैनकूवर शहर में कदम नहीं रख सकते। अरे वो जहाज क्या कितना जमा ही नहीं आ रहा है जी। कल उस वो जहाज पर लाचे होंगे। लाशा तो याद आया साहब, उधर से टेम्पल च भी लाशा दे ढेर लगा के गल्ला हो रही सी। साहब मैं तो जो सुनिया होई दस रहा। ਸੈਕਟਰ 25 ਸ਼ੋਰ ਕਮੇਟੀ ਦੀ ਰਾਤੀ ਗੁਪਤ ਮੀਟਿੰਗ ਹੋਈ ਹੈ। ਉੱਥੇ ਇਹ ਮਤਾ ਪਾਸ ਹੋਇਆ ਹੈ ਕਿ ਜੇ ਰੇਨਬੋ ਜਹਾਜ਼ ਨੇ ਕੋਮਾ ਘਾਟਾ ਮਰ ਤੇ ਤੋਪਾਂ ਨਾਲ ਹਮਲਾ ਕੀਤਾ ਤਾਂ ਉਸੇ ਵਕਤ ਸਾਰੇ ਵੈਨਕੂਵਰ ਸ਼ਹਿਰ ਨੂੰ ਅੱਗ ਲਗਾ ਦਿੱਤੀ ਜਾਵੇਗੀ। Oh my God! ये इतने मत आगे बताओ। साहब उन्होंने तो घरों च तेल भी जमा कर लिया। सारे हिंदुस्तानी अपने दम तो छुट्टी लेके अपनी अपनी ड्यूटियां साहब भी बैठे ने। ये तो बहुत सीरियस मामला। साहब जी मैं तो चांद देख के खबर लिया, लगता है मैं सादा के पेट में भी लगा जाऊंगा। हम चलने ही चला गया था। साहब जी मेरे वाला भी सोच लियो कुछ। सरदार होकर भी जाता है। फरमान चाहिए। देखो तुम सिस्टम के लोगों पर नजर रखो। ये लोग कुछ भी कर सकते हैं। मुझे कहना चाहिए। ਮੁਸਾਫਰਾਂ ਨੇ ਹਮਲੇ ਦੀ ਤਿਆਰੀ ਨੂੰ ਦੇਖਦੇ ਹੋਏ ਨਵੇਂ ਸਿਰੇ ਤੋਂ ਵਿਉਂਤਬੰਦੀ ਕੀਤੀ। ਜਹਾਜ਼ ਦੇ ਡੈਕ ਤੇ ਕੋਲਾ ਜਮਾ ਕੀਤਾ ਗਿਆ। ਜਹਾਜ਼ ਦੇ ਅੰਦਰ ਲੱਕੜੀ ਦੇ ਮੋਰਚੇ ਬਣਾਏ ਗਏ। ਲੋਹਾ ਕੁੱਟ-ਕੁੱਟ ਕੇ ਤਲਵਾਰਾਂ ਤੇ ਨੇਜੇ ਤਿਆਰ ਕਰ ਲਏ ਗਏ। ਪੀਪਿਆਂ ਅੰਦਰ ਮਿਰਚਾਂ ਪੀਸ ਕੇ ਬਾਂਸ ਦੀਆਂ ਪਿਚਕਾਰੀਆਂ ਤੇ ਮਿੱਟੀ ਦੇ ਤੇਲ ਦੀਆਂ ਬੋਤਲਾਂ ਭਰ ਕੇ ਅੱਗ ਲਾਉਣ ਦੀ ਤਿਆਰੀ ਕੀਤੀ ਗਈ। 21 ਜੁਲਾਈ ਨੂੰ ਸਵੇਰੇ 7 ਵਜੇ ਦੇ ਕਰੀਬ 204 ਫੌਜੀਆਂ ਨੇ ਆ ਕੇ ਕਿਸ਼ਤੀਆਂ ਨਾਲ ਜਹਾਜ਼ ਨੂੰ ਘੇਰਾ ਪਾ ਲਿਆ। 8:15 ਵਜੇ ਦੇ ਕਰੀਬ ਰੇਨਬੋ ਜਹਾਜ਼ ਕਾਮਾਗਾਟਾ ਮਾਰੂ ਦੇ ਨੇੜੇ ਪਹੁੰਚਿਆ। 10 ਵਜੇ ਦੇ ਕਰੀਬ ਰੇਨਬੋ ਦੀਆਂ ਤੋਪਾਂ ਨੱਕੀਆਂ ਕੀਤੀਆਂ ਗਈਆਂ। ਹਜ਼ਾਰਾਂ ਅੰਗਰੇਜ਼ ਤਮਾਸ਼ਾ ਦੇਖਣ ਲਈ ਸਮੁੰਦਰ ਦੇ ਕੰਢੇ ਖੜੇ ਸੀ। ਉਹਨਾਂ ਚੋਂ ਇੱਕ ਨੇ ਵੀ ਹਾਂ ਦਾ ਨਾਰਾ ਨਹੀਂ ਮਾਰਿਆ।
थोड़ी देर बाद रेनबो जहाज तो एक चिट्ठी आई। पापा जी रेनबो जहाज तो ਤੁਹਾਡੇ चिट्ठी आई है। दलजीत खोल के पढ़ता सही। जी बाबा जी। तुमको 2 घंटे का टाइम दिया जाता है। अगर जिंदगी चाहिए तो 2 घंटों में यहाँ से चले जाओ, नहीं तो मरने के लिए तैयार हो जाओ। रेनबो की तोपें फिक्स कर दी गई है। दलजीत ਇਹਨਾਂ ਨੂੰ ਮੋੜਵਾ ਜਵਾਬ ਹੁਣੇ ਲਿਖ ਕੇ ਭੇਜ। ਲਿਖ, ਜੇ ਸਰਕਾਰ ਸਾਡੀਆਂ ਮੰਗਾਂ ਮੰਨਦੀ ਹੈ ਤਾਂ ਅਸੀਂ ਬਿਨਾਂ ਤਕਰਾਰਬਾਜ਼ੀ ਤੋਂ ਜਾਣ ਲਈ ਤਿਆਰ ਹਾਂ, ਪਰ ਅਸੀਂ ਭੁੱਖੇ ਪਿਆਸੇ ਬਿਨਾਂ ਰਾਸ਼ਨ ਲਏ ਤੋਂ ਨਹੀਂ ਜਾ ਸਕਦੇ। ਸਾਡੇ ਕੋਲ ਅੰਨ ਦਾ ਦਾਣਾ ਵੀ ਨਹੀਂ ਤੇ ਬਿਨਾਂ ਰਾਸ਼ਨ ਤੋਂ 1.5 ਮਹੀਨੇ ਦਾ ਸਫ਼ਰ ਤੈਅ ਨਹੀਂ ਕਰ ਸਕਦੇ। ਰਾਸ਼ਨ ਲਏ ਬਿਨਾਂ ਅਸੀਂ ਇੱਥੋਂ ਚੱਲਣ ਵਾਲੇ ਨਹੀਂ ਤੇ ਨਾ ਹੀ ਕੋਈ ਕਾਨੂੰਨ ਸਾਨੂੰ ਇੰਜ ਕਰਨ ਲਈ ਮਜਬੂਰ ਕਰ ਸਕਦਾ ਹੈ। ਸਮੁੰਦਰ ਵਿੱਚ ਭੁੱਖੇ ਤੇ ਮਰਨੋਂ ਤਾਂ ਇੱਥੇ ਮਰਨਾ ਚੰਗਾ ਹੈ। ਨਾਲੇ ਇਹ ਵੀ ਲਿਖ ਕਿ ਮੌਤ ਦਾ ਡਰਾਪਾ ਕਿਸੇ ਹੋਰ ਨੂੰ ਦੇਣਾ। ਅਸੀਂ ਉਸ ਜਰਨੈਲ ਦੇ ਸਿਪਾਹੀ ਹਾਂ ਜਿਸ ਦਾ ਇੱਕ ਸਿੰਘ ਸਵਾ ਲੱਖ ਦੇ ਬਰਾਬਰ ਲੜਿਆ ਹੈ। ਅਸੀਂ ਤੋਪਾਂ ਤੋਂ ਡਰ ਕੇ ਭੱਜਣ ਵਾਲਿਆਂ ਵਿੱਚੋਂ ਨਹੀਂ, ਤੋਪਾਂ ਦੇ ਮੂੰਹ ਵਾਲਾ ਮਾਰਿਆ। ਮੁਸਾਫਰਾਂ ਵੱਲੋਂ ਕੋੜਾ ਜਵਾਬ ਮਿਲਣ ਤੋਂ 2 ਘੰਟਿਆਂ ਬਾਅਦ ਰੇਨਬੋ ਜਹਾਜ਼ ਵਿੱਚੋਂ ਮਾਤਮੀ ਕਲਾ ਸੁਣਾਈ ਲੱਗੀ। ਰੇਨਬੋ ਕੰਮਾਂ ਦਾਦਾ ਵਕਤ ਦੇ ਨੇੜੇ ਆ ਗਿਆ। ਫੌਜੀਆਂ ਨੇ ਪੰਪਾਂ ਨਾਲ ਗਰਮ ਪਾਣੀ ਮੁਸਾਫਰਾਂ ਤੇ ਸੁੱਟਣਾ ਸ਼ੁਰੂ ਕਰ ਦਿੱਤਾ, ਪਰ ਸਾਰੇ ਮੁਸਾਫਿਰ ਅਡੋਲ ਰਹੇ। ਚੜ੍ਹ ਨਾ ਹਾਰਿਆ। ਤੋਪਾਂ ਦੇ ਮੂੰਹ ਨਾਲ ਵੱਲ ਕਰਕੇ ਉਹਨਾਂ ਨੂੰ ਡਰਾਇਆ ਗਿਆ ਤੇ ਆਖਿਰ ਜਦੋਂ ਉਹਨਾਂ ਨੂੰ ਯਕੀਨ ਹੋ ਗਿਆ ਕਿ ਮੁਸਾਫਿਰ ਡਰਨ ਵਾਲੇ ਨਹੀਂ ਤਾਂ ਉਹਨਾਂ ਨੇ ਵਾਇਰਲੈਸ ਰਾਹੀਂ ਸਾਰੀ ਜਾਣਕਾਰੀ ਕੈਨੇਡਾ ਸਰਕਾਰ ਨੂੰ ਦੇ ਦਿੱਤੀ। ਉਧਰ ਵੈਨਕੂਵਰ ਸ਼ਹਿਰ ਨੂੰ ਅੱਗ ਲਾਉਣ ਦੀ ਖਬਰ ਪੂਰੇ ਸ਼ਹਿਰ ਵਿੱਚ ਫੈਲ ਚੁੱਕੀ ਸੀ। ਕੈਨੇਡੀਅਨ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਸੇ ਵਕਤ ਰੇਨਬੋ ਜਹਾਜ਼ ਨੂੰ ਵਾਪਸ ਬੁਲਾ ਲਿਆ ਗਿਆ ਤੇ ਸ਼ੋਰ ਕਮੇਟੀ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ। ਓਟਾਵਾ ਸਰਕਾਰ ਤੋਂ ਸਿੱਧੀਆਂ ਤਾਰਾਂ ਗੁਰਦਿੱਤ ਸਿੰਘ ਨੂੰ ਆਈਆਂ। ਗੁਰਦਿੱਤ ਸਿੰਘ ਨੇ ਉਹ ਤਾਰਾਂ ਜਹਾਜ਼ ਕਮੇਟੀ ਸਾਹਮਣੇ ਰੱਖ ਦਿੱਤੀਆਂ। ਗੁਰਮੁਖੋ, ਸਾਡੇ ਸਫ਼ਰ ਤੇ ਸਿੱਧਕ ਦੀ ਜਿੱਤ ਹੋਈ ਹੈ। ਆਹ ਦੇਖੋ, ਕੈਨੇਡਾ ਸਰਕਾਰ ਦੀਆਂ ਤਾਰਾਂ ਆਈਆਂ ਨੇ। ਕੀ ਕਹਿੰਦੇ ਹੁਣ ਮਸੰਦ? ਉਹਨਾਂ ਲਿਖਿਆ ਹੈ ਵੀ ਜੋ ਵੀ ਤੁਹਾਡੀਆਂ ਮੰਗਾਂ ਨੇ ਦੱਸੋ। ਨਾ ਹੁਣ ਸਾਡੀਆਂ ਮੰਗਾਂ ਕੀ ਰਹਿ ਗਈਆਂ? ਉੱਤਰ ਦਿੱਤਾ ਨਹੀਂ, ਐਵੇਂ ਹੀ ਲੱਤ ਸਿਰ ਤੇ ਰੱਖਦੇ ਆ। ਜੋ ਵੀ ਹੈ ਉਹਨਾਂ ਨੂੰ ਸਾਡੇ ਸਾਹਮਣੇ ਝੁਕਣਾ ਪਿਆ। ਸਵਾਲ ਚੁੱਕਣਾ ਪਿਆ, ਮਜਬੂਰੀ ਹੈ ਉਹਨਾਂ ਦੀ। ਨੀਚੇ ਨੇ ਜ਼ੋਰ ਤਾਂ ਬਥੇਰਾ ਲਾਇਆ ਕਿ ਡਰ ਕੇ ਭੱਜ ਜਾਣ, ਉਹ ਤਾਂ ਆਪਾਂ ਡਟੇ ਰਹਿੰਦੇ ਸੀ। ਬਾਬਾ ਜੀ ਉਹਨਾਂ ਨੂੰ ਆਪਣੀਆਂ ਮੰਗਾਂ ਲੈ ਕੇ ਭੇਜ ਦਈਏ। ਇਸੇ ਵਾਸਤੇ ਤਾਂ ਮੈਂ ਸਾਰਿਆਂ ਨੂੰ ਇਕੱਠਾ ਕੀਤਾ ਹੈ। ਸਾਡੀ ਪਹਿਲੀ ਮੰਗ ਵੈਨਕੂਵਰ ਤੋਂ ਹਾਂਗਕਾਂਗ ਤੱਕ ਦੇ ਸਫ਼ਰ ਲਈ ਪੂਰਾ ਰਸਤੇ ਪਾਣੀ ਚਾਹੀਦਾ ਹੈ। ਦੂਜੀ ਮੰਗ ਇਹ ਕਿ ਰਵਾਨਗੀ ਤੋਂ ਪਹਿਲਾਂ ਸਾਡੇ ਹਿੰਦੁਸਤਾਨੀ ਭੈਣ ਭਰਾਵਾਂ ਨੂੰ ਜਹਾਜ਼ ਉੱਤੇ ਕੇ ਲਿਟ ਅੱਗੇ ਦਿੱਤੀ ਜਾਏ। ਬਾਬਾ ਜੀ ਸਭ ਤੋਂ ਵੱਡੀ ਮੰਗ ਇਹ ਹੈ ਕਿ ਸਾਨੂੰ ਇਸ ਗੱਲ ਦਾ ਭਰੋਸਾ ਦੇਣ ਬਈ ਰਸਤੇ ਵਿੱਚ ਸਾਨੂੰ ਕਿਸੇ ਵੀ ਕਿਸਮ ਦਾ ਨੁਕਸਾਨ ਨਹੀਂ ਪਹੁੰਚਾਇਆ ਜਾਊਗਾ। ਇਹਨਾਂ ਦਾ ਕੀ ਭਰੋਸਾ ਕਿ ਇੱਥੋਂ ਘੇਰਾ ਤੋੜ ਦੇਣ ਤੇ ਅੱਗੇ ਜਾ ਕੇ ਹਮਲਾ ਕਰ ਦੇਣ। ਤੂੰ ਠੀਕ ਕਹਿ ਰਿਹਾ ਵੀਰ ਮੁਹੰਮਦ, ਕਮੇਟੀ ਦੀਆਂ ਸਾਰੀਆਂ ਮੰਗਾਂ ਹੁਣੇ ਲਿਖ ਕੇ ਭੇਜੋ। ਤੇ ਅੰਤ ਵਿੱਚ ਉਹਨਾਂ ਨੂੰ ਇਹ ਵੀ ਲਿਖ ਦਈਏ ਕਿ ਜੇ ਸਾਡੀਆਂ ਇਹ ਮੰਗਾਂ ਨਾ ਮੰਨੀਆਂ ਤਾਂ ਅਸੀਂ ਇੱਥੇ ਹੀ ਰਹਿ ਕੇ ਮਰਨਾ ਚੰਗਾ ਸਮਝਾਂਗੇ। ਸਾਡੇ ਨਾਲ ਧੋਖਾ ਕਰਨ ਦੀ ਕੋਸ਼ਿਸ਼ ਨਾ ਕਰਿਓ, ਨਹੀਂ ਤਾਂ ਤੁਹਾਡੀਆਂ ਮੜੀਆਂ ਵੀ ਸਾਡੇ ਨਾਲ ਹੀ ਬਣਨਗੀਆਂ। ਬਾਬਾ ਜੀ, ਮੈਂ ਤਾਂ ਕਹਿਣਾ ਵੀ ਲਿਖੋ ਕਿ ਹੌਪਕਿੰਸਨ ਸਾਨੂੰ ਬਾਈਬਲ ਦੀ ਹਜ਼ੂਰੀ ਵਿੱਚ ਇਸ ਦਾ ਭਰੋਸਾ ਦੇਵੇ। ਉਹਨੇ ਸਾਡੇ ਤੋਂ $2000 ਲਈ ਐਵੇਂ ਭਰੋਸਾ ਮੰਗਿਆ ਸੀ। ਉਹ ਪਤਾ ਲੱਗ ਜਾਊ ਜਦੋਂ ਆਪਣੇ ਇਸ਼ਟ ਦੇਵ ਦੀ ਗੱਲ ਆਈ। ਪਿਆਰਿਓ, ਅਸੀਂ ਗੁਰੂ ਤੇਗ ਬਹਾਦਰ ਦੇ ਦੇਸ਼ ਤੋਂ ਆਏ ਹਾਂ। ਸਾਡੇ ਗੁਰੂਆਂ ਨੇ ਸਾਨੂੰ ਧਰਮ ਦੇ ਸਨਮਾਨ ਲਈ ਮਰਨਾ ਸਿਖਾਇਆ। ਹੌਪਕਿੰਸਨ ਇਖਲਾਕੀ ਤੌਰ ਤੇ ਗਿਰਿਆ ਹੋਇਆ ਬੰਦਾ। ਅਸੀਂ ਲੜ ਸਕਦੇ ਹਾਂ ਪਰ ਇਖਲਾਕੋਂ ਨਹੀਂ ਗਿਰ ਸਕਦੇ। ਸੱਚੇ ਪਾਤਸ਼ਾਹ ਨੂੰ ਵੀ ਸਮਤ ਬਖਸ਼ੇ। ਹੌਪਕਿੰਸਨ ਦੀ ਮੂਰਖਤਾ ਕਰਕੇ ਉਹਨਾਂ ਦੇ ਇਸ਼ਟ ਦਾ ਨਿਰਾਦਰ ਕਰਨਾ ਠੀਕ ਨਹੀਂ ਹੈ। ਬਾਬਾ ਜੀ ਬਿਲਕੁਲ ਸਹੀ ਕਹਿ ਰਹੇ ਨੇ। ਜਾਓ ਜਲਦੀ ਚਿੱਠੀ ਦੇ ਜਾਓ। ਅੰਤ ਸਰਕਾਰ ਨੂੰ ਸਾਡੇ ਅੱਗੇ ਝੁਕਣਾ ਹੀ ਪਿਆ ਕਿ ਉਹਨਾਂ ਨੇ ਸਾਡੀਆਂ ਵਕਤੀ ਮੰਗਾਂ ਮੰਨ ਲਈਆਂ। ਇਸ ਤਰ੍ਹਾਂ 22 ਜੁਲਾਈ ਨੂੰ ਸਾਰਾ ਦਿਨ ਰਾਸ਼ਨ ਪਾਣੀ ਲੱਦਿਆ ਗਿਆ। ਹਿੰਦੁਸਤਾਨੀ ਵੀਰਾਂ ਦੀ ਆਵਾਜਾਈ ਬਣੀ ਰਹੀ। ਇੱਕ ਟੋਲੀ ਆਉਂਦੀ ਤੇ ਦੂਜੀ ਚਲੀ ਜਾਂਦੀ। ਇੱਕ ਦੂਜੇ ਤੋਂ ਵਿਛੜੇ ਹੋਏ ਵੀਰ ਜੱਫੀਆਂ ਪਾ ਪਾ ਕੇ ਮਿਲਦੇ ਤੇ ਜਾਣ ਵਕਤ ਰੋਂਦੇ ਹੋਏ ਜੁਦਾ ਹੁੰਦੇ। ਉਸੇ ਸ਼ਾਮ ਭਾਈ ਨਿਤ ਸਿੰਘ ਤੇ ਹੁਸੈਨ ਨਦੀਮ ਆਪਣੇ ਕੁਝ ਆਗੂਆਂ ਨਾਲ ਸਾਨੂੰ ਮਿਲ ਆਏ। ਰਹੀਮ ਜੀ, ਜੋ ਕੁਝ ਵੀ ਤੁਸੀਂ ਸਾਡੇ ਲਈ ਕੀਤਾ ਉਹਦਾ ਅਸੀਂ ਦੇਣ ਨਹੀਂ ਦੇ ਸਕਦੇ। ਬਾਬਾ ਜੀ, ਤੁਹਾਡੇ ਬਾਰੇ ਜਿਵੇਂ ਸੁਣਿਆ ਸੀ ਤੁਸੀਂ ਉਸ ਤੋਂ ਵੀ ਵੱਧ ਸਤਿਕਾਰ ਵਾਲੇ ਸ਼ਖਸ ਨਿਕਲੇ। ਸਾਡੇ ਕਾਰਨ ਤੁਹਾਨੂੰ ਕਿੰਨੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਭਾਈ ਸਾਹਿਬ। ਭਾਈ ਸਾਹਿਬ, ਸਾਨੂੰ ਤਾਂ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ ਅਸੀਂ ਤੁਹਾਨੂੰ ਇੱਥੇ ਉਤਾਰ ਨਹੀਂ ਪਾਏ। ਇਹਦੇ ਵਿੱਚ ਤੁਹਾਡਾ ਕੋਈ ਦੋਸ਼ ਨਹੀਂ। ਇਹਦੀਆਂ ਅਸਲ ਦੋਸ਼ੀ ਤਾਂ ਹਿੰਦ ਸਰਕਾਰ ਤੇ ਕੈਨੇਡੀਅਨ ਸਰਕਾਰ ਨੇ। ਜੇ ਉਹ ਚਾਹੁੰਦੀਆਂ ਤਾਂ ਸਭ ਕੁਝ ਹੋ ਜਾਂਦਾ। ਵੈਨਕੂਵਰ ਦੇ ਸਾਰੇ ਹਿੰਦੁਸਤਾਨੀ ਇਸ ਗੱਲ ਨੂੰ ਲੈ ਕੇ ਭਾਰੀ ਹੋ ਸੀ ਕਿ ਅਸੀਂ ਇਸ ਬਾਰੇ ਚੁੱਪ ਨਹੀਂ ਬੈਠਾਂਗੇ। ਹਾਈ ਕੋਰਟ ਵਿੱਚ ਕੇਸ ਕਰਾਂਗੇ ਤਾਂ ਜੋ ਤੁਸੀਂ ਦੁਬਾਰਾ ਇੱਥੇ ਇੱਜ਼ਤ ਨਾ ਸਕੋ। ਅਸੀਂ ਇੱਥੋਂ ਮਾਇਆ ਇਕੱਠੀ ਕਰਕੇ ਤੁਹਾਨੂੰ ਭੇਜਾਂਗੇ। ਤੁਸੀਂ ਇਸੇ ਜਹਾਜ਼ ਨੂੰ ਖਰੀਦ ਕੇ ਕਲਕੱਤੇ ਤੋਂ ਸਿੱਧਾ ਵੈਨਕੂਵਰ ਆਣਾ। ਫੇਰ ਦੇਖਣਾ ਕੈਨੇਡਾ ਸਰਕਾਰ ਤੁਹਾਨੂੰ ਉਤਰਨ ਤੋਂ ਕਿਵੇਂ ਰੋਕਦੀ ਹੈ। ਨਹੀਂ ਰਹੀਮ ਜੀ, ਤੁਸੀਂ ਤਾਂ ਪਹਿਲੇ ਜਹਾਜ਼ ਦੀ ਕਿਸ਼ਤ ਉਤਾਰ ਕੇ ਐਡਾ ਵੱਡਾ ਅਹਿਸਾਨ ਕੀਤਾ ਹੈ। ਮੈਥੋਂ ਤੁਹਾਡਾ ऋण ਉਤਾਰ ਨਹੀਂ ਹੋਣਾ। ਬਾਬਾ ਜੀ, ਇਹ ਤਾਂ ਸਾਡਾ ਫਰਜ਼ ਬਣਦਾ ਸੀ, ਬਲਕਿ ਸਾਨੂੰ ਤਾਂ ਦੁੱਖ ਹੈ ਕਿ ਜੋ ਕਰਨਾ ਸੀ ਉਹ ਤਾਂ ਕਰ ਹੀ ਨਹੀਂ ਸਕੇ। ਰਹੀਮ ਜੀ ਠੀਕ ਕਹਿ ਰਹੇ ਨੇ। ਤੁਸੀਂ ਹੁਣ ਜਾ ਕੇ ਕਲਕੱਤੇ ਤੋਂ ਸਿੱਧਾ ਜਹਾਜ਼ ਚਲਾਉਣਾ। ਪੈਸੇ ਦੀ ਫਿਕਰ ਤਾਂ ਬਿਲਕੁਲ ਵੀ ਨਾ ਕਰਨਾ। ਠੀਕ ਹੈ, ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਇਹਨਾਂ ਭਾਗਾਂ ਲਈ ਫਿਰ ਇੱਕ ਕੋਸ਼ਿਸ਼ ਕਰਾਂਗਾ।
ਪਹਿਲਾਂ ਤਾਂ ਜਾ ਕੇ ਹਿੰਦ ਸਰਕਾਰ ਉੱਤੇ ਆਪਣੇ ਹੋਏ ਨੁਕਸਾਨ ਦਾ ਕੇਸ ਕਰਾਂਗਾ। ਦਲਜੀਤ ਕਾਕਾ ਦੇਖ ਜਾ ਕੇ ਰਾਸ਼ਨ ਲੱਦਿਆ ਗਿਆ ਜਾਂ ਨਹੀਂ? ਜੀ ਬਾਬਾ ਜੀ। ਸਾਡੇ ਲਈ ਕੋਈ ਹੋਰ ਸੇਵਾ ਦੱਸੋ ਬਾਬਾ ਜੀ। ਬਸ ਹੋਰ ਕੁਝ ਨਹੀਂ ਚਾਹੀਦਾ। ਇਹ ਸਭ ਕੁਝ ਵੀ ਤੁਹਾਡੇ ਕਰਕੇ ਹੋਇਆ ਭਾਈ ਸਾਹਿਬ। ਜਿਸ ਨੇ ਤੁਹਾਡੇ ਰਾਹ ਵਿੱਚ ਰੋੜੇ ਵਿਛਾਏ ਨੇ ਅਸੀਂ ਉਸ ਨੂੰ ਬਖਸ਼ਾਂਗੇ ਨਹੀਂ। ਭਾਈ ਮੇਵਾ ਸਿੰਘ ਲੋਕੋਕੇ ਦੇ ਮਨ ਨੂੰ ਬਹੁਤ ਠੇਸ ਪਹੁੰਚੀ ਹੈ। ਉਸਨੇ ਇਹਨਾਂ ਨੂੰ ਸੋਚਣ ਦਾ ਮਨ ਬਣਾ ਲਿਆ। ਜੇ ਭਾਈ ਸਾਹਿਬ ਇਸ ਵੇਲੇ ਜੇਲ੍ਹ ਵਿੱਚ ਨਾ ਹੁੰਦੇ ਤਾਂ ਪਤਾ ਨਹੀਂ ਰੀੜ ਤੇ ਹਪਕਿੰਸਨ ਦਾ ਕੀ ਅਸਰ ਹੁੰਦਾ। ਬਾਬਾ ਜੀ ਤਿੰਨੋਂ ਸਾਥੀਆਂ ਨੂੰ ਇੱਕ ਵਾਰੀ ਬਾਹਰ ਆ ਲੈਣ ਦਿਓ, ਫਿਰ ਅਸੀਂ ਇਹਨਾਂ ਨੂੰ ਦਿਨੇ ਤਾਰੇ ਦਿਖਾਵਾਂਗੇ। ਬਾਬਾ ਜੀ ਸਮਾਨ ਸਾਰਾ ਆ ਗਿਆ ਤੇ ਕੈਪਟਨ ਵੀ ਤਿਆਰ ਹੈ। ਠੀਕ ਹੈ, ਲੋ ਰੱਬ ਦਾ ਨਾਮ ਤੇ ਚੱਲੇ ਪਾਈਏ। ਜਲਦੀ ਹੀ ਤੁਸੀਂ ਵਾਪਸ ਆਵੋਗੇ ਬਾਬਾ ਜੀ। ਅੱਛਾ ਬਾਬਾ ਜੀ, ਔਰ ਮੈਂ ਵੀ ਖਬਰ ਕਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਖਾਂ ਤੋਂ ਹੌਲੇ ਹੋ ਕੇ ਤੁਰ ਪੈ ਸਹੋ ਨਿਤਾਣੇ, ਬਈ ਗੈਰ ਤਾਂ ਗੈਰ ਹੀ ਹੁੰਦੇ ਕਹਿੰਦੇ ਨੇ ਸੱਚ ਸਿਆਣੇ। ਕੱਖਾਂ ਤੋਂ ਹੌਲੇ ਹੋ ਕੇ ਤੁਰ ਪੈ ਸਹੋ ਨਿਤਾਣੇ, ਬਈ ਗੈਰ ਤਾਂ ਗੈਰ ਹੀ ਹੁੰਦੇ ਕਹਿੰਦੇ ਨੇ ਸੱਚ ਸਿਆਣੇ। ਆਪਣੀ ਸਰਕਾਰ ਤੇ ਬਾਝੋਂ ਸੁਣਦਾ ਦੁੱਖ ਕੋਈ ਨਾ, ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ, ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ। ਦੇਸ਼ ਬੈਣ ਤੱਕੇ ਪਰਦੇਸ ਕੋਈ ਨਾ, ਦੇਸ਼ ਬੈਣ ਤੱਕੇ ਪਰਦੇਸ ਕੋਈ ਨਾ, ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ, ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ। ਆਖਿਰ ਪੂਰੇ 2 ਮਹੀਨਿਆਂ ਦੀ ਸਮੁੰਦਰੀ ਜੇਲ੍ਹ ਤੋਂ ਬਾਅਦ 23 ਜੁਲਾਈ 1914 ਨੂੰ ਸਵੇਰੇ 5 ਵਜੇ ਕੋਮਾਗਾਟਾ ਮਾਰੂ ਨੇ ਵੈਨਕੂਵਰ ਦੀ ਖਾੜੀ ਨੂੰ ਅਲਵਿਦਾ ਕਹਿ ਦਿੱਤਾ। ਰੀਡ ਤੇ ਹੌਪਕਿੰਸਨ ਨੇ ਸੁੱਖ ਦਾ ਸਾਹ ਲਿਆ। ਵਾਪਸ ਆਉਣ ਵੇਲੇ ਮੁਸਾਫਰਾਂ ਨੇ ਆਪਣੀਆਂ ਚੱਪਲਾਂ ਤੇ ਜੁੱਤੀਆਂ ਇਮੀਗ੍ਰੇਸ਼ਨ ਵਾਲਿਆਂ ਨੂੰ ਦਿਖਾ ਕੇ ਆਪਣਾ ਰੋਸ ਪ੍ਰਗਟ ਕੀਤਾ। ਆਖਿਰ 16 ਅਗਸਤ 1914 ਨੂੰ 25 ਦਿਨਾਂ ਬਾਅਦ ਜਹਾਜ਼ ਯੋਕੋਹਾਮਾ ਪਹੁੰਚੇ। ਇੱਥੇ ਉਹ 2 ਦਿਨਾਂ ਲਈ ਰੁਕੇ ਸਨ। ਇੱਥੇ ਉਹਨਾਂ ਨੂੰ ਗਦਰ ਪਾਰਟੀ ਦੇ ਪ੍ਰਧਾਨ ਸੋਹਣ ਸਿੰਘ ਪਕਨਾ ਮਿਲੇ। ਮੇਰੇ ਹਿੰਦੁਸਤਾਨੀ ਵੀਰੋ, ਜੋ ਤੁਹਾਡੇ ਨਾਲ ਕੈਨੇਡਾ ਵਿੱਚ ਹੋਇਆ ਉਸ ਦਾ ਮੈਨੂੰ ਦੁੱਖ ਹੈ। ਤੁਹਾਡੀ ਪਲ ਦੀ ਖਬਰ ਗਦਰ ਪਾਰਟੀ ਨੂੰ ਅਮਰੀਕਾ ਵਿੱਚ ਮਿਲਦੀ ਰਹਿੰਦੀ ਸੀ। ਅਸੀਂ ਤੁਹਾਡਾ ਦੁੱਖ ਸਮਝ ਸਕਦੇ ਹਾਂ। ਇਸੇ ਲਈ ਮੈਂ ਖੁਦ ਤੁਹਾਨੂੰ ਸੂਰਮਿਆਂ ਨੂੰ ਮਿਲਣ ਵਾਸਤੇ ਅਮਰੀਕਾ ਤੋਂ ਯੋਕੋਹਾਮਾ ਪਹੁੰਚਿਆ ਹਾਂ। ਤੁਹਾਡੇ ਚਿਹਰਿਆਂ ਉੱਤੇ ਇਹ ਹਾਰ ਤੇ ਮਾਯੂਸੀ ਚੰਗੀ ਨਹੀਂ ਲੱਗ ਰਹੀ। ਇਹ ਕਮਜ਼ੋਰ ਬੰਦਿਆਂ ਦੀ ਨਿਸ਼ਾਨੀ ਹੁੰਦੀ ਹੈ। ਹੁਣ ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਤੁਹਾਨੂੰ ਕੈਨੇਡਾ ਕਿਉਂ ਨਹੀਂ ਉੱਤਰ ਦਿੱਤਾ ਗਿਆ। ਵੀਰੋ, ਜੇ ਤੁਸੀਂ ਵੀ ਜਾਪਾਨੀਆਂ ਦੀ ਤਰ੍ਹਾਂ ਆਜ਼ਾਦ ਹੁੰਦੇ ਤਾਂ ਕੀ ਮਜ਼ਾਕ ਸੀ ਇਸ ਕੈਨੇਡੀਅਨ ਸਰਕਾਰ ਦੀ ਕਿ ਤੁਹਾਨੂੰ 2 ਮਹੀਨੇ ਬਿਨਾਂ ਕਸੂਰ ਸਮੁੰਦਰ ਵਿੱਚ ਡੱਕ ਕੇ ਰੱਖਦੀ। ਇਹ ਸਭ ਹਿੰਦ ਸਰਕਾਰ ਦੀ ਸਾਜ਼ਿਸ਼ ਹੈ, ਕਿਉਂਕਿ ਉਹ ਨਹੀਂ ਚਾਹੁੰਦੀ ਕਿ ਉਹਨਾਂ ਦੇ ਮੁਲਕ ਚੋਂ 350 ਗੁਲਾਮ ਘੱਟ ਹੋ ਜਾਣ। ਇਸੇ ਲਈ ਤੁਹਾਨੂੰ ਵਾਪਸ ਮੋੜ ਦਿੱਤਾ ਗਿਆ। ਗੁਲਾਮਾਂ ਦੇ ਕੋਈ ਅਧਿਕਾਰ ਨਹੀਂ ਹੁੰਦੇ। ਜੇ ਸਿਰ ਉੱਚਾ ਚੱਕ ਕੇ ਜਾਣਾ ਚਾਹੁੰਦੇ ਹੋ ਤਾਂ ਲੜਨਾ ਪੈਣਾ ਹੈ। ਗਦਰ ਪਾਰਟੀ ਛੇਤੀ ਹੀ ਹਿੰਦੁਸਤਾਨ ਜਾ ਕੇ ਆਜ਼ਾਦੀ ਦੀ ਲੜਾਈ ਲੜਨ ਜਾ ਰਹੀ ਹੈ। ਸਾਰੇ ਗਦਰੀ ਹਿੰਦੁਸਤਾਨ ਪਹੁੰਚ ਰਹੇ ਨੇ। ਮੈਂ ਤੁਹਾਨੂੰ ਅਪੀਲ ਕਰਦਾ ਕਿ ਆਜ਼ਾਦੀ ਦੇ ਇਸ ਮਹਾ ਸੰਗਰਾਮ ਵਿੱਚ ਆਪਣਾ ਬਣਦਾ ਹਿੱਸਾ ਪਾ ਕੇ ਵਤਨ ਨੂੰ ਆਜ਼ਾਦ ਕਰਾਓ, ਤਾਂ ਕਿ ਮੁੜ ਕਦੇ ਅਮਰੀਕਾ ਕੈਨੇਡਾ ਜਾਣ ਦੀ ਲੋੜ ਹੀ ਨਾ ਪਵੇ। ਹਿੰਦੁਸਤਾਨ ਦੀ ਖੁਸ਼ ਚੁੱਕੀ ਆਨ ਬਾਨ ਸ਼ਾਨ ਨਹੀਂ ਲੜੋ। ਵੰਦੇ ਮਾਤਰਮ, ਵੰਦੇ ਮਾਤਰਮ। ਠੀਕ ਹੈ ਸਾਥੀਓ, ਹੁਣ ਮੈਨੂੰ ਆਗਿਆ ਦਿਓ। ਤੁਹਾਨੂੰ ਮਿਲ ਕੇ ਬਹੁਤ ਚੰਗਾ ਲੱਗਿਆ। ਛੇਤੀ ਸਾਰੇ ਹਿੰਦੁਸਤਾਨ ਵਿੱਚ ਮਿਲਦੇ ਹਾਂ। ਹਿੰਦ ਸਰਕਾਰ ਨੇ ਗੁਰਦਿੱਤ ਸਿੰਘ ਨੂੰ ਆਪਣੀ ਰਿਪੋਰਟ ਦੇ ਵਿੱਚ ਇਹ ਕਹਿ ਕੇ ਬਾਕੀ ਕਰਾ ਦਿੱਤਾ ਸੀ ਕਿ ਉਸਨੇ ਮੁਸਾਫਰਾਂ ਨੂੰ ਹਥਿਆਰਬੰਦ ਤੇ ਹਿੰਦ ਸਰਕਾਰ ਦੇ ਖਿਲਾਫ ਵਿਦਰੋਹ ਉਕਸਾਇਆ। ਜਦਕਿ ਉਸ ਰਾਤ ਮੁਸਾਫਰਾਂ ਨੂੰ ਮਿਲਣ ਤੋਂ ਬਾਅਦ ਗੁਰਦਿੱਤ ਸਿੰਘ ਤੋਂ ਚੋਰੀ 200 ਪਿਸਤੌਲ, 2000 ਗੋਲੀਆਂ ਤੇ ਕੁਝ ਗਦਰੀ ਸਾਹਿਬ ਜਹਾਜ਼ ਵਿੱਚ ਮਹਿਲ ਕਰਵਾਇਆ ਸੀ। ਗੁਰਦਿੱਤ ਸਿੰਘ ਹਥਿਆਰ ਕਿਵੇਂ ਬਣ ਸਕਦਾ ਸੀ, ਕਿਉਂਕਿ ਉਹ ਤਾਂ ਹਿੰਦ ਸਰਕਾਰ ਦੇ ਕਾਨੂੰਨ ਉੱਤੇ ਅੰਨੀ ਸ਼ਰਤਾਂ ਰੱਖਣ ਵਾਲਾ ਸਾਫ਼ ਨੀਅਤ ਦਾ ਬੰਦਾ ਸੀ। ਇਹੀ ਸੱਚ ਹੈ। ਮੈਨੂੰ ਹਥਿਆਰਾਂ ਬਾਰੇ ਉਦੋਂ ਪਤਾ ਲੱਗਿਆ ਜਦੋਂ ਮੈਂ ਇੱਕ ਮੁਸਾਫਰ ਨੂੰ ਇੱਕ ਜਾਪਾਨੀ ਕੋਲੋਂ ਕੋਬੇ ਦੀ ਬੰਦਰਗਾਹ ਤੇ ਪਿਸਤੌਲ ਲੈਂਦੇ ਵੇਖਿਆ। ਮੈਂ ਸਾਰਿਆਂ ਨੂੰ ਆਉਣ ਵਾਲੇ ਖਤਰੇ ਬਾਰੇ ਦੱਸਿਆ। ਮੁਸਾਫਰਾਂ ਨੇ ਮੇਰੀ ਗੱਲ ਮੰਨ ਕੇ ਸਾਰੇ ਹਥਿਆਰ ਤੇ ਗਦਰੀ ਸਾਹਿਬ ਸਮੁੰਦਰ ਵਿੱਚ ਸੁੱਟ ਦਿੱਤੇ। ਉਹਨਾਂ ਨੂੰ ਗਦਰੀ ਸਾਹਿਬ ਹੱਥੋਂ ਚਲੇ ਜਾਣ ਦਾ ਦੁੱਖ ਸੀ, ਪਰ ਮੈਂ ਮਜਬੂਰ ਸਾਂ ਕਿ ਆਉਣ ਵਾਲੇ ਖਤਰੇ ਨੂੰ ਟਾਲਣ ਲਈ ਸਭ ਕੁਝ ਕਰ ਰਿਹਾ ਸਾਂ। ਇਸ ਤੋਂ ਵੀ ਜ਼ਿਆਦਾ ਦੁੱਖ ਉਹਨਾਂ ਨੂੰ ਪਿਸਤੌਲ ਤੇ ਗੋਲੀਆਂ ਚਲੇ ਜਾਂਦਾ ਸੀ। ਗੁਲਾਮ ਕੌਮ ਲਈ ਹਥਿਆਰ ਬੜੀ ਅਨਮੋਲ ਚੀਜ਼ ਹੁੰਦੀ ਹੈ। ਵੈਸੇ ਵੀ ਜੇ ਅਸਲਾ ਇੱਕ ਵਾਰੀ ਹੱਥ ਲੱਗ ਜਾਏ ਨਾ ਤਾਂ ਉਸ ਨੂੰ ਆਪਣੇ ਆਪ ਤੋਂ ਵੱਖ ਕਰਨਾ ਇੰਨਾ ਸੌਖਾ ਨਹੀਂ ਹੁੰਦਾ। ਯੋਕੋਹਾਮਾ ਤੋਂ 19 ਅਗਸਤ ਨੂੰ ਚੱਲ ਕੇ ਕੋਮਾਗਾਟਾ ਮਾਰੂ 21 ਅਗਸਤ ਨੂੰ ਕੋਬੇ ਪਹੁੰਚਿਆ। ਹਿੰਦ ਸਰਕਾਰ ਵੱਲੋਂ ਮੁਸਾਫਰਾਂ ਦੇ ਕੋਬੇ ਤੋਂ ਹਿੰਦੁਸਤਾਨ ਤੱਕ ਦੇ ਰਾਸ਼ਨ ਪਾਣੀ ਦੇ ਖਰਚੇ ਲਈ 9000 ਜੈਨ ਦਾ ਚੈੱਕ ਭੇਜਿਆ ਗਿਆ।
16 ਸਤੰਬਰ ਨੂੰ ਜਹਾਜ਼ ਸਿੰਗਾਪੁਰ ਪਹੁੰਚਿਆ, ਪਰ ਇੱਥੇ ਵੀ ਉਹਨਾਂ ਨੂੰ ਬੰਦਰਗਾਹ ਤੋਂ 3 ਮੀਲ ਦੂਰ ਰੋਕ ਦਿੱਤਾ ਗਿਆ। 3 ਦਿਨ ਜਹਾਜ਼ ਸਿੰਗਾਪੁਰ ਅਟਕ ਰਿਹਾ। ਹਿੰਦ ਸਰਕਾਰ ਨੇ ਸਿੰਗਾਪੁਰ ਹਦਾਇਤ ਦਿੱਤੀ ਹੋਈ ਸੀ ਕਿ ਕਾਮਾਗਾਟਾ ਮਾਰੂ ਨੂੰ ਸਿੱਧਾ ਮਦਰਾਸ ਬੰਦਰਗਾਹ ਵੱਲ ਭੇਜਿਆ ਜਾਵੇ, ਪਰ ਮੁਸਾਫਿਰ ਮਦਰਾਸ ਜਾਣਾ ਨਹੀਂ ਸੀ ਚਾਹੁੰਦੇ ਕਿਉਂਕਿ ਉਹ ਕਲਕੱਤੇ ਜਾਣ ਦੀ ਜਿੱਦ ਤੇ ਅੜ ਗਏ। ਆਖਿਰ 19 ਸਤੰਬਰ ਨੂੰ ਜਹਾਜ਼ ਸਿੰਗਾਪੁਰ ਤੋਂ ਕਲਕੱਤੇ ਵੱਲ ਨੂੰ ਚੱਲ ਪਿਆ। 26 ਸਤੰਬਰ ਨੂੰ ਕਲਕੱਤੇ ਨੇੜੇ ਪਹੁੰਚੇ। ਕਲਕੱਤੇ ਤੋਂ 70 ਮੀਲ ਦੂਰ ਕਲਪੀ ਦੇ ਨੇੜੇ ਉਹਨਾਂ ਨੂੰ ਇੱਕ ਬੋਟ ਨੇ ਰੋਕ ਲਿਆ। बोट में सवार कुछ अंग्रेज अफसर बिना पूछे जहाज से चढ़ गए। हम में से गुरदेव सिंह कौन है? दसो जी की काम है? क्या तुम गुरदेव सिंह हो? जी नहीं, वो अंदर अपने कैबिनेट में। जाओ उस खबरा कर लाओ। सर मैं हाँ गुरदेव सिंह, दसो। आओ तब हम हाँ गुरदेव सिंह, तुम लोग इससे आगे नहीं जा सकते। क्या? मैंने कहा तुम लोग यहीं रखोगे। कमाल है कि ਅਸੀਂ ਆਪਣੇ ਦੇਸ਼ ਵਿੱਚ ਵੀ ਆਪਣੀ ਮਰਜ਼ੀ ਨਾਲ ਨਹੀਂ ਉਤਰ ਸਕਦੇ। ਇਹ ਕੈਨੇਡਾ ਨਹੀਂ ਹਿੰਦੁਸਤਾਨ ਹੈ ਸਰ, ਸਾਡਾ ਆਪਣਾ ਦੇਸ਼, ਸਾਨੂੰ ਇੱਥੇ ਉਤਰਨ ਤੋਂ ਕੋਈ ਨਹੀਂ ਰੋਕ ਸਕਦਾ। ਕਲਕੱਤੇ क्यों नहीं उतर सकते ਅਸੀਂ? क्योंकि तुम गुलाम हो। गुलाम का ना कोई देश होता है और ना ही मर्जी, उसे सिर्फ ऑर्डर दिया जाता है और वो ऑर्डर से चुपचाप मानना पड़ता है। ऊपर से ऑर्डर है, हम लोगों की तलाशी ली जाएगी, उसके बाद हम लोगों को आगे भेजा जाएगा। तो कैसे सारे जहाज की तलाशी ली जाए अच्छी तरह से। पहले तो पूछो दर्जे ने मुसाफिर रख रख लेंगे, खड़े हो जाओ। पर सर तलाशी क्यों ले रहे हो? ਤੁਸੀਂ आगे पासे होके बैठो। छोटे काम ਵਿੱਚ ਜ਼ਬਰਦਸਤੀ ਨਾ ਕਰੋ ਤਾਂ ਚੰਗਾ ਹੂੰ। जाओ सारी साथी तलाशी लो, मुसाफिर पर बढ़ा दो। पूरा दिन कमरियां ते मुसाफिरां दी तलाशी होती रही, कुछ समझ नहीं सी आ रहा। विंद कुंवर दी खज्जल खुआरी ने अपने देश विच भी आके पिछा नहीं सी छड्डिया, उस पर अपना देश भी बेगाना ही लग रहा सी। अगले दिन 28 सितंबर ਨੂੰ ਫੇਰ ਤਲਾਸ਼ੀ ਸ਼ੁਰੂ ਹੋ ਗਈ। ਕਹਿਣ ਲੱਗੇ ਕੱਲ ਤਲਾਸ਼ੀ ਕਸਟਮ ਵਾਲਿਆਂ ਨੇ ਕੀਤੀ ਸੀ ਤੇ ਅੱਜ ਸੀਆਈਡੀ ਵਾਲੇ ਕਰਨਗੇ। ਸ਼ਾਇਦ ਉਹ ਸਾਨੂੰ ਲੜਨ ਲਈ ਉਕਸਾ ਰਹੇ ਸਨ। ਸਾਰਾ ਦਿਨ ਸਮਾਨ ਦੀ ਫਰੋਲਾ ਫਰਾਲੀ ਕਰਦੇ ਰਹੇ, ਪਰ ਵਾਹਿਗੁਰੂ ਦੀ ਮਿਹਰ ਸਦਕਾ ਜਹਾਜ਼ ਵਿੱਚੋਂ ਗਦਰ ਅਖਬਾਰ ਦੇ ਕੁਝ ਫਟੇ ਪੁਰਾਣੇ ਟੁਕੜਿਆਂ ਤੋਂ ਛੁੱਟ ਹੋਰ ਕੁਝ ਨਾ ਮਿਲਿਆ। ਅਗਲੇ ਦਿਨ 29 ਸਤੰਬਰ ਦੀ ਸਵੇਰ ਹਾਲੇ ਅਸੀਂ ਚਾਹ ਪਾਣੀ ਦਾ ਪ੍ਰਬੰਧ ਕਰ ਹੀ ਰਹੇ ਸੀ ਕਿ ਹੁਕਮ ਹੋਇਆ ਕਾਮਾਗਾਟਾ ਮਾਰੂ ਨੂੰ ਹੁਣੇ ਕੇ ਵਾਸਤੇ ਚਲਾਇਆ ਜਾ ਰਿਹਾ ਹੈ। ਬਸ ਸਾਥੀ ਮੁਸਾਫਰਾਂ ਨੂੰ ਚਾਹ ਪਾਣੀ ਦਾ ਆਰਾਮ ਨਾਲ ਪੀ ਲੈਣ ਦਿਓ, ਨਾਲੇ ਰੋਟੀ ਪਾਣੀ ਦਾ ਪ੍ਰਬੰਧ ਕਰਨਾ ਹਾਲੇ। ਅੱਜ ਰੋਟੀ ਪਾਣੀ ਬਣਾਉਣ ਦੀ ਖੇਚਲ ਨਾ ਕਰੋ, ਤੁਹਾਡੇ ਪੌਦੇ ਨੂੰ ਅੱਗੇ ਲੰਗਰ ਤਿਆਰ ਹੋਊਗਾ। पक्की गल है जी? ਹਾਂ ਪੱਕੀ ਗੱਲ ਹੈ। ये तो नहीं तो भाई झूठ ना बोलेगा। ਵੇ ਵੀਰਾ ਹੁਣ ਤਾਂ ਆਪਣੀਆਂ ਤੇ ਵੀ ਭਰੋਸਾ ਨਹੀਂ ਰਿਹਾ। ਇੰਨਾ ਗੋਰਿਆ ਇੰਨਾ ਖੱਜਲ ਕੀਤਾ। ਕੀ ਦੱਸੀਏ ਭਰਾਵਾ, ਪੂਰੇ 6 ਮਹੀਨੇ ਹੋ ਗਿਆ ਧਰਤੀ ਦੇਖੀ ਨੂੰ। ਚਲੋ ਅਸੀਂ ਸਿੱਧਾ ਧਰਤੀ ਤੇ ਵੀ ਪੈਰ ਪਾਵਾਂਗੇ। ਮੈਨੂੰ ਤਾਂ ਦਾਲ 'ਚ ਕਾਲਾ ਲੱਗਦਾ ਕੁਛ। ना देखते हैं। ਉਹ ਜਲਦੀ ਕੈਪਟਨ ਨੂੰ ਕਹੋ ਕਿ ਜਹਾਜ਼ ਤੋਰੇ। 29 ਸਤੰਬਰ 1914 ਨੂੰ ਜਹਾਜ਼ ਕਲਕੱਤੇ ਵੱਲ ਨੂੰ ਤੁਰ ਪਿਆ। ਕਾਫੀ ਪੁਲਿਸ ਅਫਸਰ ਤਾਂ ਸਾਡੇ ਜਹਾਜ਼ ਦੇ ਵਿੱਚ ਹੀ ਸਨ। ਇਸ ਤੋਂ ਵਕਤ ਪੁਲਿਸ ਦੀ ਇੱਕ ਬੋਟ ਜਹਾਜ਼ ਦੇ ਨਾਲ ਆ ਰਹੀ ਸੀ। ਅਚਾਨਕ ਜਹਾਜ਼ ਰੁਕ ਗਿਆ, ਪਰ ਇਹ ਤਾਂ ਕਲਕੱਤਾ ਨਹੀਂ ਸੀ, ਇਹ ਤਾਂ ਕਲਕੱਤੇ ਤੋਂ 16-17 ਮੀਲ ਦੂਰ ਬਜ ਘਾਟ ਸੀ। ਜਹਾਜ਼ ਘਾਟ ਤੇ ਨਾ ਲਾ ਕੇ ਉਤਰਨ ਲਈ ਫੱਟਾ ਸੁੱਟ ਦਿੱਤਾ ਗਿਆ। ਚਾਰੇ ਪਾਸੇ ਪੁਲਿਸ ਹੀ ਪੁਲਿਸ ਖੜੀ ਸੀ। ਸਰ ਜਹਾਜ਼ ਤੇ ਕਿਉਂ ਰੋਕਿਆ ਗਿਆ? ਅਸੀਂ ਤਾਂ ਕਲਕੱਤੇ ਜਾ ਰਹੇ ਸੀ, ਉੱਥੇ ਦੁਪਹਿਰ ਦੇ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ। सभी मुसाफिर यहाँ उतर के ट्रेन से सीधे पंजाब को भेज जाएंगे। ਪਰ ਸਾਰਾ ਸਿੱਧਾ ਪੰਜਾਬ ਜਾਣੇ ਨਹੀਂ ਚਾਹੁੰਦੇ। तुम्हारी मर्जी कितने पूछी है? सरकार का फैसला है। ਸਾਡੇ ਜਹਾਜ਼ ਉੱਤੇ ਸਾਡੀ ਮਰਜ਼ੀ ਚੱਲ ਸਕਦੀ ਹੈ, ਤੁਸੀਂ ਇਸ ਨੂੰ ਜ਼ਬਰਦਸਤੀ ਖਾਲੀ ਨਹੀਂ ਕਰਾ ਸਕਦੇ। तुम जहाज के क्या लगते हो? इस पे सरकार का बहुत पैसा लगा है। ਪਰ ਇਹ ਤਾਂ ਨਜਾਇਜ਼ ਧੱਕਾ ਹੈ। ਸਾਰੇ ਮੁਸਾਫਿਰ ਵਿਚਾਰੇ ਕੱਲ ਦੇ ਭੁੱਖੇ ਭਾਣੇ ਨੇ, ਨਾ ਕੁਝ ਖਾਦਾ ਨਾ ਪੀਤਾ ਹੈ। देखो मैं ज्यादा बोलना नहीं चाहता, जो सरकार का हुक्म है बस वैसा ही करो। ਸਰਕਾਰ ਜੇ ਸਾਨੂੰ ਮਾਰਨਾ ਜਾਂ ਕੈਦ ਕਰਨਾ ਚਾਹੁੰਦੀ ਹੈ ਤਾਂ ਸਿੱਧੇ ਕਹਿ ਦਿਓ, ਕਿਉਂ ਸਾਨੂੰ 84 ਦੇ ਗੇੜ ਵਿੱਚ ਪਾਇਆ ਹੋਇਆ ਹੈ? तुम बास्टर्ड, मारे नहीं जाओगे, समझे? बदमाशों की तरह ज्यादा ही बोलते हो। जरा संभल के बोलो, बिना गलो बदमाश कहना भी निकी से निकलती। Are you shut up? I will kill you. और मैं के हाथ तमीज ना बोलो। मिस्टर बैटरी, calm down, मैं बात करता हूँ। क्या मुसाफिरों को कहोगे उधर जाए? साथ ठंडे दिमाग ਨਾਲ सोचो, इतना जल्दी मुसाफिर को उतरना मुश्किल है। देखो जो मैं कह रहा हूँ वो सही एक रास्ता है। सर जिस राह ਤੁਸੀਂ ਜਾਣ ਲਈ ਕਹਿ ਰਹੇ ਹੋ, ਮੁਸਾਫਿਰ ਉਸ ਰਾਹ ਜਾਣੇ ਨਹੀਂ ਚਾਹੁੰਦੇ ਜੀ। ਜਹਾਜ਼ ਕਲਕੱਤੇ ਲੈ ਚੱਲੋ। हुक्म तुम्हारा है कि सरकार का? ਸਭ ਹੁਕਮ ਦਾ ਸਰਕਾਰ ਦਾ ਹੈ, ਪਰ ਸਰਕਾਰ ਦਾ ਫਰਜ਼ ਵੀ ਤਾਂ ਬਣਦਾ ਹੈ ਕਿ ਸਹੀ ਹੁਕਮ ਦੇਵੇ। बहस बंद करो और जल्दी उतरो। जाओ अपने साथियों को समझाओ। ਗੁਰਮੁਖੋ, ਸਾਡੇ ਤੇ ਨਵੀਂ ਮੁਸੀਬਤ ਬਣ ਆਈ ਹੈ। ਬਾਬਾ ਜੀ ਅਸੀਂ ਸਭ ਸੁਣ ਰਹੇ ਸੀ, ਤੁਸੀਂ ਤਾਂ ਸਭ ਕਰਨਾ ਕੀ ਨਾ। ਸਰਕਾਰ ਦੀ ਸਾਜ਼ਿਸ਼ ਹੈ ਇਹਦੇ ਵਿੱਚ, ਤਾਂ ਹੀ ਤਾਂ ਸਾਨੂੰ ਬੱਸਾਂ ਤੇ ਰੋਕਿਆ ਗਿਆ ਹੈ। ਇਹ ਸਾਨੂੰ ਇੱਥੋਂ ਪੰਜਾਬ ਨਹੀਂ ਭੇਜਣਗੇ, ਪੱਕੀ ਗੱਲ ਜਾਣੋ। बाबियो तुसी किवें कह सकते हो कि पंजाब नहीं भेजणगे? ਕਿਉਂਕਿ ਪੰਜਾਬ ਜਾਣ ਵਾਸਤੇ ਹਾਵੜਾ ਸਟੇਸ਼ਨ ਤੋਂ ਜਾਣਾ ਪੈਂਦਾ ਹੈ। ਹਵਾਈ ਜਹਾਜ਼ ਤੋਂ ਢਾਕੇ ਵੱਲ ਜਲਦੀ ਨਾ ਕਦੀ। ਮੈਨੂੰ ਲੱਗਦਾ ਹੈ ਆਪਾਂ ਨੂੰ ਕਿਤੇ ਜੇਲ੍ਹ 'ਚ
जा रही है मैंने तो हम गोरे दे पूरा यकीन नहीं रहा जल्दी उतर जाओ नहीं तो मारे जाओगे हम तुमको सिर्फ 15 मिनट का टाइम देता है बाबा जी शाहपुर जिले के 17 मुसाफिर तो डरते मारी उतर गए ने किधर गए हो गड्डी च तुंड के बिठाते सिपाहियों ने देखो जो भी फैसला करना आपको जल्दी करना पो समा बहुत कट है बस 5 मिनट बाकी है उतर जाओ नहीं तो मारे जाओगे जो लोग नहीं उतरेंगे जहाज में वापस ले जाएगा और वो भी मारे जाएंगे पापा जी मेरी मनो आप उधर ही जाइए और कोई चाल ही नहीं बचिया बाबा जी अपने कोले हथियार भी है नहीं जेड़ा इन्हां दा मुकाबला कर सकिए जिवें तुसी ठीक समझो जहाज आता है बस 1 मिनट बाकी है वाहेगुरु ये केड़ा इम्तिहान ले रहा है हम लोग उतर जाओ सामान पीछे पुलिस उतारेगी ਸੰਗਤੋ ਮੈਨੂੰ ਲੱਗਦਾ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਹਾਜ਼ ਵਿੱਚ ਉਤਰ ਜਾਣਾ ਚਾਹੀਦਾ ਹੈ ਇਸੇ ਵਿੱਚ ਹੀ ਆਪਣਾ ਭਲਾ ਹੈ। ਚਲੋ ਚੱਲੀਏ ਪਰ ਮਹਾਰਾਜ ਸਾਹਿਬ ਮੇਰਾ ਮਨ ਕਹਿੰਦਾ ਹੈ ਕਿ ਆਪਾਂ ਨੂੰ ਚੁੱਪਚਾਪ ਪੰਜਾਬ ਵੱਲ ਤੁਰ ਪੈਣਾ ਚਾਹੀਦਾ ਹੈ। ਬੋਲੋ ਰਾਮ ਜੀ ਬਾਬਾ ਜੀ ਜਿਵੇਂ ਕਹਿਣਗੇ ਉਵੇਂ ਕਰਾਂਗੇ ਉਹ ਸਾਡੇ ਤੋਂ ਵੱਧ ਸਿਆਣੇ ਨੇ ਹਾਲੇ ਦੇਖ ਨਹੀਂ ਸਿਆਣਪਾ ਓਏ ਸਿੱਧੀ ਤਰ੍ਹਾਂ ਦੱਸ ਤੂੰ ਕਿਹੜਾ ਚੋੜਾ ਉਹ ਕਰਵਾਣਾ ਸਿਆ ਸਾਡੇ ਬਰਾ ਸਾਨੂੰ ਖੋਜੇ ਲਾ ਦੇ चली ठाकुर बिहार अब हम चली ठाकुर बिहार उठो जल्दी से गाड़ी में बैठो ਪਹਿਲਾਂ ਸਾਨੂੰ ਖਾਣਾ ਦਿਓ ਅਸੀਂ ਸਵੇਰ ਦੇ ਭੁੱਖਣ ਭਾਣੇ ਆ ਤੁਸੀਂ ਆਪੇ ਜਲਦੀ ਕਿ ਕਿੱਧਰ ਕੇ ਨਾ ਕਰਦੇ ਆ ਹੁਣ ਪਹਿਲਾਂ ਤਾਂ ਰੋਟੀ ਖਾਓ ਬੱਚੇ ਲੰਚ ਕਰੇ ज्यादा बातें मत करो चुपचाप गाड़ी में बैठो ਸਭ ਰੱਬ ਦੇ ਵਾਸਤੇ ਸਾਨੂੰ ਮਰਿਆ ਨੂੰ ਹੋਰ ਨਾ ਮਾਰੋ ਭੁੱਖ ਤੇ ਸਫਰ ਨਾਲ ਅਸੀਂ ਝੰਬੇ ਪਏ ਆ ਸਾਡੇ ਤੇ ਨਾ ਸਹੀ ਘੱਟੋ ਘੱਟਾ ਜਵਾਕਾਂ ਦੀ ਤਰਸ ਖਾ ਲਓ ਇਹਨਾਂ ਦਾ ਕੀ ਕਸੂਰ ਹੈ ਵਿਚਾਰਿਆਂ ਦਾ ਭੁੱਖ ਨਾਲ ਬਿਲਕ ਰਹੇ ਨੇ ਮੈਂ ਤੁਹਾਡੇ ਅੱਗੇ ਹੱਥ ਜੋੜਦਾ ਸਾਨੂੰ ਹੋਰ ਪਰੇਸ਼ਾਨ ਨਾ ਕਰੋ आखिर तुम चाहते क्या हो ਸਾਹਿਬ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਲਕੱਤੇ ਗੁਰਦੁਆਰੇ ਪਹੁੰਚਾਉਣਾ ਚਾਹੁੰਦੇ ਆ ਸਰ ਮੁਸਾਫਰਾਂ ਨੇ ਨਾਲੇ ਇੱਕ ਦੂਜੇ ਨਾਲ ਆਪਣਾ ਹਿਸਾਬ ਕਿਤਾਬ ਵੀ ਕਰਨਾ ਤੇ ਕਲਕੱਤੇ ਅਸੀਂ ਕਿਸੇ ਚੰਗੇ ਵਕੀਲ ਨੂੰ ਵੀ ਮਿਲਣਾ ਚਾਹੁੰਦੇ ਆ ਤੇ ਦੂਜਾ ਮੈਂ ਕੋਮਾ ਘਾਟਾ ਮਾਰੂ ਜਹਾਜ਼ ਖਰੀਦਣ ਲਈ ਕੰਪਨੀ ਨਾਲ ਗੱਲ ਵੀ ਕਰਨੀ ਹੈ ओ तो तुम कोमा गाटा मारू जहाज खरीदना चाहते हो ਜੀ ਸਰ ਇਹਨਾਂ ਕੰਮਾਂ ਵਾਸਤੇ ਘੱਟੋ ਘੱਟ ਇੱਕ ਹਫ਼ਤਾ ਸਾਨੂੰ ਕਲਕੱਤੇ ਗੁਰਦੁਆਰੇ ਰਹਿਣਾ ਪਊਗਾ ਬਸ ਇਹੋ ਸਾਡੀ ਮੰਗ ਹੈ ਸਾਹਿਬ तुम 1 मिनट रुको हम अभी बात करके आता है ਬਾਬਾ ਜੀ ਤੁਸੀਂ ਇਹਨਾਂ ਨੂੰ ਕਹੋ ਕਿ ਅਸੀਂ ਮੁੜ ਕੇ ਪੰਜਾਬ ਨਹੀਂ ਜਾਣਾ ਨਾ ਹੁਣ ਇਸ ਉੱਤੇ ਉੱਥੇ ਜਾ ਕੇ ਕੀ ਕਰਾਂਗੇ ਹੁਣ ਨਾ ਤਾਂ ਉੱਥੇ ਖੇਤੀ ਕਰਨ ਰਹੀ ਤੇ ਨਹੀਂ ਕੁਛ ਹੋਰ ਇਸ ਤੋਂ ਚੰਗਾ ਵੀ ਅਸੀਂ ਕਲਕੱਤੇ ਰਹਿ ਕੇ ਕੋਈ ਮਿਹਨਤ ਮਜ਼ਦੂਰੀ ਕਰ ਲਈਏ ਘੱਟੋ ਘੱਟ ਆਪਣਾ ਢਿੱਡ ਦਾ ਭਰ ਲਾਂਗੇ ਕੋਈ ਨਾ ਪੁੱਤਰਾ ਹੌਸਲਾ ਰੱਖ ਕਰ ਦਿਆਂਗਾ देखो सरकार का फैसला है कि तुमको यहाँ से सीधे पंजाब ही भेजा जाए हमको सही कर सकते हैं और ये तो सरासर नाइंसाफी है बात करना ना छोड़ो गाड़ी में बैठो ਸਾਹਿਬ ਇਮਤਿਹਾਨ ਨਾ ਲਓ ਜੇ ਸਾਨੂੰ ਸਾਰਿਆਂ ਨੂੰ ਕਲਕੱਤੇ ਨਹੀਂ ਜਾਣ ਦੇਣਾ ਤਾਂ ਘੱਟੋ ਘੱਟ 5 ਸੀਟਾਂ ਨੂੰ ਜਾਣ ਦਿਓ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਵੜੇ ਦੇ ਗੁਰਦੁਆਰੇ ਵਿੱਚ ਪਹੁੰਚਾਉਣਗੇ ਬਸ ਕਲਕੱਤੇ ਤੇ ਕੋਈ ਵਕੀਲ ਮੰਗਵਾ ਦਿਓ हमने कहा ना कुछ नहीं कर सकते जल्दी से गाड़ी में बैठो ਜਿਹੜਾ ਕਾਲਾ ਜਹਾਜ਼ ਤੁਸੀਂ ਲਿਖ ਰਹੇ ਹੋ ਇਹਦੇ ਲਈ ਕੋਈ ਤੁਹਾਨੂੰ ਕਦੇ ਮਾਫ ਨਹੀਂ ਕਰੇਗਾ ਜੋ ਤੋਹੀਨ ਤੁਸੀਂ ਸਾਡੇ ਇਸ਼ਟ ਦੀ ਕਰ ਰਹੇ ਹੋ ਜੇ ਇਹ ਤੋਹੀਨ ਕੋਈ ਤੁਹਾਡੇ ਇਸ਼ਟ ਦੀ ਕਰੇ ਫਿਰ ਤੁਹਾਡਾ ਕੀ ਹਾਲ ਹੋਊ ਇਸ ਨੂੰ ਸਮਝੋ ਗੁਰੂ ਗ੍ਰੰਥ ਸਾਹਿਬ ਸਾਡੇ ਇਸ਼ਟ ਨੇ ਅਸੀਂ ਆਪਣੇ ਗੁਰੂ ਦਾ ਨਰਾਦਰ ਬਰਦਾਸ਼ਤ ਨਹੀਂ ਕਰ ਸਕਦੇ ਸਾਡੇ ਸਬਰ ਦਾ ਇਮਤਿਹਾਨ ਨਾ ਲਓ तो हमको धमकी देता है हम चलने वाला नहीं है ਜੇ ਇਹ ਗੱਲ ਹੈ ਤਾਂ ਤੁਸੀਂ ਸਾਨੂੰ ਬਿਨਾਂ ਬ੍ਰਾਂਡ ਤੋਂ ਗ੍ਰਿਫਤਾਰ ਨਹੀਂ ਕਰ ਸਕਦੇ ਪਹਿਲਾਂ ਜਾ ਕੇ ਬ੍ਰਾਂਡ ਲੈ ਕੇ ਆਓ ਫਿਰ ਸਾਨੂੰ ਜਿੱਧਰ ਕਹੋਗੇ ਚੱਲ ਪਾਵਾਂਗੇ 1 ਘੰਟਾ ਇੱਥੇ ਹੀ ਬੈਠ ਕੇ ਬ੍ਰਾਂਡ ਦੀ ਉਡੀਕ ਕਰਾਂਗੇ ਉਸ ਤੋਂ ਬਾਅਦ ਜਿੱਧਰ ਸਾਡਾ ਜੀ ਚਾਹੂ ਉਧਰ ਜਾਵਾਂਗੇ ਇਹ ਸਾਡਾ ਦੇਸ਼ ਹੈ ठीक है देता हूँ तुमको ਮੁਸਾਫਿਰ ਇਮਾਨਦਾਰੀ ਨਾਲ 1 ਘੰਟੇ ਦੀ ਬਜਾਏ 1.5 ਘੰਟਾ ਬਰੰਟਾਂ ਦੀ ਉਡੀਕ ਕਰਦੇ ਨੇ ਪਰ ਕੋਈ ਨਾ ਫਿਰ ਮੁਸਾਫਰਾਂ ਦੀ ਕਮੇਟੀ ਨੇ ਕਲਕੱਤੇ ਜਾਣ ਦਾ ਫੈਸਲਾ ਕਰ ਲਿਆ ਤੇ ਸਾਰੇ ਮੁਸਾਫਿਰ ਕਲਕੱਤੇ ਵੱਲ ਤੁਰੇ ਪੰਡਿਤ ਪੋਲੇ ਰਾਮਾਦੇਵ ਦੇ ਕੋਲ ਸਾਥੀ ਗੁਰਦੇਵ ਸਿੰਘ ਹੋਰਾਂ ਨਾਲੋਂ ਅੱਗੇ ਤੁਰਦੇ ਕਾਫੀ ਦੂਰ ਅੱਗੇ ਜਾ ਕੇ ਉਹਨਾਂ ਨੇ ਅੱਖ ਬਚਾ ਕੇ ਪੁਲਿਸ ਨੂੰ ਗ੍ਰਿਫਤਾਰੀ ਦੇ ਦਿੱਤੀ ਆਪਣੇ ਸਾਥੀਆਂ ਨੂੰ ਅੱਧ ਵਿਚਕਾਰ ਛੱਡ ਗਏ ਖੈਰ ਮੁਸਾਫਿਰ ਬੜੇ ਜੋਸ਼ ਨਾਲ ਸ਼ਬਦ ਗਾਉਂਦੇ ਹੋਏ ਹਲੇ ਕਲਕੱਤੇ ਵਾਲੀ ਸੜਕ ਤੇ ਚੜੇ ਸੀ ਬੈਟਰੀ ਨੇ ਉਹਨਾਂ ਨੂੰ ਅੱਗੋਂ ਆ ਕੇ ਫੇਰ ਘੇਰ ਲਿਆ चली ठाकुर कहां को उठा के चले जा रहे हो ਸਾਹਿਬ ਅਸੀਂ ਪੂਰਾ 1.5 ਘੰਟਾ ਬ੍ਰਾਂਡ ਉਡੀਕਦੇ ਰਹੇ ਸੋ ਹੁਣ ਅਸੀਂ ਕਲਕੱਤੇ ਗੁਰਦੁਆਰੇ ਜਾ ਰਹੇ ਹਾਂ हम लोग आगे नहीं जा सकते वापस चलो ਤੁਸੀਂ ਸਾਨੂੰ ਗੁਰੂ ਗ੍ਰੰਥ ਦਿਖਾਏ ਬਿਨਾਂ ਰੋਕ ਨਹੀਂ ਸਕਦੇ हमको वक्त दिलाता है यो बास्टर्ड हम तो कभी शूट कर देगा ਲੈ ਮਾਰ ਗੋਲੀ ਅਸੀਂ ਮੌਤ ਤੋਂ ਡਰਦੇ ਇਹ ਡਰਾਵਾ ਕਿਸੇ ਹੋਰ ਨੂੰ ਨਹੀਂ और चलावा क्यों नहीं बोले आज क्या करते हैं निकला गाड़ी कदों ते तेनू प्यार ਨਾਲ ਸੋ ਜਾਂਦੇ ਆ ਸੋਣਾ ਨਹੀਂ ਐਵੇਂ ਟੱਕਰ ਚਿੱਤਰਾਂ ਨੂੰ ਬੋਲੀ ਨਾ हम तुमको छोड़ेगा ना ਨਾ ਹੁਣੇ ਦੇਖ
छठ परे, चलो चलिए। आगे आगे देखो होता है क्या। तुम लोग कहाँ जा रहे हो? कलकत्ते नू। कलकत्ता क्या काम है? ਅਸੀਂ श्री गुरु ग्रंथ साहिब जी ਨੂੰ ਸਤਿਕਾਰ ਨਾਲ ਗੁਰਦੁਆਰੇ ਵਿਰਾਜਮਾਨ ਕਰਨਾ ਹੈ ਤੇ ਲਾਡ ਸਾਹਿਬ ਨੂੰ ਆਪਣੇ ਦੁੱਖ ਦੱਸਣੇ ਹੈ। लाट साहब ने हमको तुम्हारी फरियाद सुनने के लिए भेजा है। हम लाट साहब के कतर हैं। ਸਾਹਿਬ ਸਾਡੀ ਹਾਲत ਬਹੁਤ ਤਰਸਯੋਗ ਹੈ, ਸਾਡੀ ਮਦਦ ਕਰੋ। नहीं नहीं, इस जगह नहीं, बचपा चलो। उस जगह हम स्टेशन पर बैठेंगे और तुम्हारी फरियाद सुनेंगे। ਸਾਹਿਬ ਅਸੀਂ ਰਾਤ ਦੇ ਭੁੱਖੇ ਭਾਣੇ ਫਿਰ ਰਹੇ ਹਾਂ, ਹੁਣੇ ਹਿੰਮਤ ਨਹੀਂ ਵਾਪਸ ਬਚਪਾ ਜਾਣ ਦੀ। मैंने कहा ना वहाँ चलो, खाना भी वहीं मिलेगा। ਬਾਬਾ ਜੀ ਸਾਡੀ ਤਾਂ ਨਿਹਾਤ ਹੋਈ ਪਈ ਆ, ਹੁਣ ਸਾਥੋਂ ਹੋਰ ਨਹੀਂ ਤੁਰਿਆ ਜਾਂਦਾ। अब खड़े खड़े मेरा मुंह क्या देख रहे हो? भाभी चलो चलो। ਚਲੋ ਸੰਗਤੋ, ਪਿੱਛੇ ਮੁੜਨ ਵਿੱਚ ਹੀ ਭਲਾਈ ਹੈ। बज बज के लिया के सानू तू मेरे पशुआ वांगू, भाई बज बज के लिया के सानू तू मेरे पशुआ वांगू, कि हासी जो जवानी आ रही सी समझिया सानू, भाई कि हासी जो जवानी आ रही सी समझिया सानू, गुलामी तो बदतर जिंदगी हुंदी होर कोई ना, साडा परदेसिया दा देश कोई ना, साडा परदेसिया दा देश कोई ना। 7 ਵਜੇ ਭੁੱਖੜ ਭਾਣੇ ਥੱਕੇ ਹਾਰੇ ਅਸੀਂ ਬਚ-ਬਚ ਘਰ ਪਹੁੰਚੇ। ਮੰਜੀ ਸਾਹਿਬ ਸਜਾਈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਿਰਾਜਮਾਨ ਕੀਤਾ ਤੇ ਆਪ ਪੁੱਜੇ ਹੀ ਬੈਠ ਗਏ। ਬਚ-ਬਚ ਘਾਟ ਛਾਉਣੀ ਵਿੱਚ ਤਬਦੀਲ ਹੋ ਚੁੱਕੀ ਸੀ। ਇੱਥੇ ਨਹੀਂ ਬੈਠਣਾ, ਚਲੋ ਜਹਾਜ਼ 'ਚ ਚੜੋ। ਪਹਿਲਾਂ ਕਹਿੰਦੇ ਸੀ ਜਹਾਜ਼ 'ਚੋਂ ਉਤਰ ਕੇ ਗੱਡੀ 'ਚ ਚੜੋ, ਹੁਣ ਕਹਿੰਦੇ ਆ ਮੁੜ ਜਹਾਜ਼ 'ਚ ਚੜੋ। ਮੈਂ ਤਾਂ ਨਹੀਂ ਚਾਹੁੰਦੀ ਆ ਬੈਠੀ ਆ, ਇਹੋ ਜਿਹੀ ਜ਼ਿੰਦਗੀ ਨਾਲ ਤਾਂ ਮੌਤ ਚੰਗੀ। ਸਾਨੂੰ ਮਜਬੂਰਨ ਤੋਂ ਵੱਡੇ ਨਾਲ ਸਖਤੀ ਵਰਤਣੀ ਪਊ। ਨਾ ਕੀ ਕਰੇਗਾ ਹੁਣ? ਗੋਲੀ ਚਲਾਏਗਾ? ਸ਼ਰਮ ਕਰ ਸ਼ਰਮ। ਸਿੱਖ ਹੋ ਕੇ ਆਪਣੇ ਭਾਈਆਂ ਤੇ ਗੋਲੀ ਚਲਾਏਗਾ? ਸਿੱਖ ਕੌਮ ਨੂੰ ਤਾਂ ਫੜਾਏਗਾ। ਸਾਨੂੰ ਲਾਡ ਸਾਹਿਬ ਦੇ ਸਕੱਤਰ ਨੇ ਇੱਥੇ ਭੇਜਿਆ ਹੈ, ਉਹ ਇੱਥੇ ਆ ਕੇ ਸਾਡਾ ਹਾਲ ਸੁਣਨਗੇ। ਉਹਨਾਂ ਦੇ ਆਉਣ ਤੱਕ ਅਸੀਂ ਇੱਥੋਂ ਨਹੀਂ ਹਿੱਲਣਾ। संतो रहरा साहब का समा हो गया है। ਤੁਸੀਂ ਇਸ ਵੇਲੇ ਪਾਰ ਨਹੀਂ ਕਰ ਸਕਦੇ, ਉੱਪਰੋਂ ਹੁਕਮ ਹੈ। देखो साहब, ਤੁਸੀਂ ਤਾਂ ਆਪ ਸਿੱਖੋ, ਤੁਹਾਨੂੰ ਤਾਂ ਗੱਲ ਕਹਿੰਦੇ ਵੀ ਚੰਗੇ ਨਹੀਂ ਲੱਗਦੇ। ਸਿੱਖੀ ਦੀ ਮਰਿਆਦਾ ਨੂੰ ਸਮਝੋ। ਚਲੋ ਸੰਤੋ ਪਾਠ ਕਰੀਏ। ਸਾਰੀ ਸੰਗਤ ਸਟੇਸ਼ਨ ਦੇ ਬਾਹਰਲੇ ਪਾਸੇ ਬੈਠ ਕੇ ਰਹਿਰਾ ਸਾਹਿਬ ਦਾ ਪਾਠ ਕਰਨ ਲੱਗ ਪਈ। ਕਿਸੇ ਦੇ ਵੀ ਮਨ ਨੂੰ ਉਸ ਪਰ ਟੇਕ ਨਹੀਂ ਸੀ। ਘੜੀ ਮੁੜੀ ਧਿਆਨ ਆਲੇ ਦੁਆਲੇ ਖੜੀ ਪੁਲਿਸ ਵੱਲ ਜਾ ਰਿਹਾ ਸੀ, ਪਰ ਫਿਰ ਵੀ ਸਾਰੇ ਮੁਸਾਫਰ ਪਾਠ ਲਈ ਬੈਠੇ ਰਹੇ। ਪਾਠ ਕਰਕੇ ਜਿਉਂ ਹੀ ਅਸੀਂ ਅਰਦਾਸ ਲਈ ਖੜੇ ਹੋਏ, ਦੂਜੇ ਪਾਸੇ ਰੌਲਾ ਪੈਣਾ ਸ਼ੁਰੂ ਹੋ ਗਿਆ। सर, कर्तव्य को खींचकर बाहर निकालो। यस सर। सोखा सिंह, कर्तव्य को बुला कर लाओ। ਸਰ ਉਹ ਪਾਰ ਕਰ ਰਹੇ ਨੇ, ਕਹਿੰਦੇ ਪਾਠ ਦੀ ਸਮਾਪਤੀ ਤੋਂ ਬਾਅਦ ਆਪੇ ਆ ਜਾਣਗੇ। उसकी इतनी हिम्मत? ਸਰ ਸਿੱਖ ਮਰਿਆਦਾ ਅਨੁਸਾਰ ਅਰਦਾਸ ਸਮੇਂ ਕੋਈ ਗੱਲ ਨਹੀਂ ਕੀਤੀ ਜਾਂਦੀ, ਉਹ ਆਪੇ ਆ ਜਾਓ। ਤੁਸੀਂ ਥੋੜਾ ਜਿਹਾ ਇੰਤਜ਼ਾਰ ਕਰ ਲਓ। Are you shut up? अभी इनकी मर्यादा भंग करता हूँ। कर्तव्य सिंह, जल्दी बाहर आओ। ਤੈਨੂੰ ਕਿਹਾ ਨਾ ਅਰਦਾਸ ਹੋਏ ਤੇ ਅਰਦਾਸ ਸੁਚਾਰੇ ਕਰਨੀ, ਮਰਿਆਦਾ ਦੀ ਮੰਗਣਾ। I don't care। घोड़े के हाथ जोड़ते हैं सच्ची, सदा ध्यान ना लो। पापा जी अपने देंगे, 2 मिनट तक अल्लाह बस मुझे और लगा यू प्लेनी क्या? ਤੈਨੂੰ ਇੱਕ ਵਾਰੀ ਕਹੇ ਤਾਂ ਸੁਣਦਾ ਨਹੀਂ, ਅਰਦਾਸ ਹੋ ਜਾਂਦੇ ਗਾਨ ਮਾਰ ਕੇ ਖਬਰ ਪਾੜ ਦੂੰ, ਪਾਣੀ ਨਹੀਂ ਮੰਗਣਾ ਮੁੜ ਕੇ। You bloody bastard! ਤੇਰੀ ਦਾ ਮੈਨੂੰ ਵੀ ਮਰ ਜਾਣ ਦਿਓ ਨਾ ਨਾਲੀ। ਬਾਬਾ ਜੀ ਸਮਝਣ ਦੀ ਕੋਸ਼ਿਸ਼ ਕਰੋ, ਤੁਹਾਨੂੰ ਵੀ ਪਤਾ ਮਰ ਜਾਣੇ। ਉਹ ਜਾਮਾ ਮੈਦਾਨ ਜਿੱਤਣਾ ਸੂਰਮਿਆਂ ਦਾ ਕੰਮ ਨਹੀਂ ਹੁੰਦਾ, ਮੈਨੂੰ ਛੱਡ ਦਿਓ। ਉਹ ਦੁਨੀਆ ਕੀ ਕਹੂ ਕਿ ਬਾਦੀਆਂ ਗੋਲੀਆਂ ਚ ਨਿਰਦੋਸ਼ ਮੁਸਾਫਰਾਂ ਨੂੰ ਛੱਡ ਕੇ ਆਪ ਜਾਨ ਬਚਾ ਕੇ ਬਚਾਇਆ। ਸਾਡੀ ਉਮਰ ਇੱਕ ਰੰਗ ਲੈ ਕੇ ਕਿਵੇਂ ਦੀ ਮਾਂਗਾ। ਬਾਬਾ ਜੀ ਸਾਡੇ ਦੁਨੀਆ ਦੇ ਨਾਲ ਜ਼ਰੂਰ ਜੇ ਤੁਸੀਂ ਵੀ ਸ਼ਹੀਦ ਹੋ ਗਏ ਤਾਂ ਸਾਨੂੰ ਕਿਸੇ ਨੇ ਨਹੀਂ ਪੁੱਛਣਾ। ਬਾਬਾ ਜੀ ਗੋਰਿਆਂ ਨੇ ਕੀਤਾ ਤੁਮ ਨੂੰ ਕੋਲ ਦੁਨੀਆ ਕੇ ਨੰਗਾ ਕਰਨਾ, ਇਹ ਸਾਡੀ ਅੰਤਿਮ ਇੱਛਾ ਹੈ। ਦੁਬਾਰਾ ਸਿਓ ਇਸ ਤੋਂ ਪਹਿਲਾਂ ਪੁਲਿਸ ਆਪਾਂ ਨੂੰ ਫੜ ਲਵੇ। ਬਾਬਾ ਜੀ ਨੂੰ ਲੈ ਕੇ ਕੱਲ ਤੋਂ ਛਾਲ ਮਾਰੀਏ, ਬਾਬਾ ਜੀ ਨੂੰ ਲੈ ਕੇ ਕੱਲ ਤੋਂ ਛਾਲ ਮਾਰੀਏ। ਵਾਹਿਗੁਰੂ ਅਨੂੰ ਮਾਫ ਕਰੀ। ਬਾਬਾ ਜੀ ਸਾਡੀ ਗੱਲਾਂ ਜ਼ਰੂਰ ਲਿਖਿਓ।
सिख करार दबा दिता। हौसला रखो बाबा जी, संभालो अपने आप को। ਕਿ ਤੁਸੀਂ ਸ਼ਾਇਦ ਇਸ ਜ਼ੁਲਮੀ ਕਥਾ ਨੂੰ ਲਿਖਣ ਲਈ ਹੀ ਬਚੇ ਸੀ। ਮੋਏ ਤੇ ਫੱਟੜ ਹੋਏ ਸਿਪਾਹੀਆਂ ਨੂੰ ਤਫਸਰਾਂ ਨੇ ਤੁਰੰਤ ਸੰਭਾਲ ਲਿਆ, ਪਰ ਜ਼ਖਮੀ ਮੁਸਾਫਿਰ ਪਾਣੀ ਦੀ ਇੱਕ ਬੂੰਦ ਬਿਨਾਂ ਸਾਰੀ ਰਾਤ ਤੜਫਦੇ ਰਹੇ। ਕਈ ਫੱਟੜ ਤਾਂ ਸੰਭਾਲ ਕੋਲੋਂ ਹਸਪਤਾਲ ਜਾਂਦੇ ਹੀ ਮਰ ਗਏ। ਮਰਨ ਵਾਲੇ ਲਵਾਰਸ ਲਾਸ਼ਾਂ ਦੀ ਤਰ੍ਹਾਂ ਪਏ ਸਨ। ਗ੍ਰਿਫਤਾਰ ਹੋਣ ਵਾਲੇ ਮੁਸਾਫਰਾਂ ਨਾਲ ਵੀ ਪੁਲਿਸ ਬਹੁਤ ਬੁਰੀ ਤਰ੍ਹਾਂ ਪੇਸ਼ ਆਈ। ਸਰਕਾਰ ਦੇ ਛੁਪਾਉਣ ਦੇ ਬਾਵਜੂਦ ਖਬਰ ਸਾਰੇ ਦੇਸ਼ ਵਿੱਚ ਫੈਲ ਚੁੱਕੀ ਸੀ। ਪੰਜਾਬ ਵਿੱਚ ਥਾਂ-ਥਾਂ ਜਲਸੇ ਹੋਏ। ਜ਼ਾਲਮ ਹਿੰਦ ਸਰਕਾਰ ਨੇ ਕਈ ਅਖਬਾਰਾਂ ਦੀ ਜ਼ਮਾਨਤ ਜ਼ਬਤ ਕਰ ਲਈ। ਮੁਸਾਫਰਾਂ ਨੂੰ ਬਿਨਾਂ ਕਸੂਰੋਂ ਫੜ ਕੇ ਜੇਲ੍ਹਾਂ ਵਿੱਚ ਰੱਖ ਦਿੱਤਾ ਗਿਆ। ਬਚਪਨ ਦਾ ਸਾਕਾ ਅਸਲ ਵਿੱਚ ਇੱਕ ਤਰ੍ਹਾਂ ਦਾ ਛੋਟਾ ਜਲਿਆਂਵਾਲਾ ਸੀ। ਬਾਬਾ ਜੀ, ਤੁਹਾਡੇ ਵਾਪਸ ਹੋਣ ਤੋਂ ਬਾਅਦ ਕੈਨੇਡਾ ਵਿੱਚ ਕੀ ਵਾਪਰਿਆ? ਬਹੁਤ ਕੁਝ ਵਾਪਰਿਆ। ਅਸੀਂ ਹਲੇ ਸਮੁੰਦਰ ਵਿੱਚ ਹੀ ਸਾਂ ਕਿ ਗੱਦਾਰ ਬੇਲਾ ਸਿੰਘ ਨੇ 5 ਸਤੰਬਰ 1914 ਨੂੰ ਸਿੱਖ ਟੈਂਪਲ ਵਿੱਚ ਅਰਦਾਸ ਕਰਦੇ ਸਮੇਂ ਭਾਈ ਭਾਗ ਸਿੰਘ ਤੇ ਬਦਨ ਸਿੰਘ ਨੂੰ ਗੋਲੀਆਂ ਨਾਲ ਮਾਰ ਦਿੱਤਾ। ਕੇਸ ਚੱਲਿਆ, ਪਰ ਪਿੱਠ ਪਿੱਛੇ ਹੌਪਕਿੰਸਨ ਦੇ ਹੋਣ ਕਾਰਨ ਉਹ ਅਦਾਲਤ ਵਿੱਚੋਂ ਬਰੀ ਹੋ ਗਿਆ। ਆਖਿਰ ਹਿੰਦੁਸਤਾਨੀਆਂ ਨੇ ਬੇਲਾ ਸਿੰਘ ਦੇ ਖਿਲਾਫ ਹਾਈ ਕੋਰਟ ਵਿੱਚ ਅਪੀਲ ਕੀਤੀ। 21 ਅਕਤੂਬਰ 1914 ਨੂੰ ਸੁਣਵਾਈ ਸਮੇਂ ਸਰਦਾਰ ਮੇਵਾ ਸਿੰਘ ਨੋਪੋਕੇ ਨੇ ਜੋ ਕੀਤਾ ਉਹ ਯਾਦ ਰੱਖਣ ਯੋਗ ਹੈ। याद रखी कि तेनू एक गुलाम ने मारा। तू भुल गया सी कि गुलाम भी एक मनुख हुंदा, उस अंदर भी अणख हुंदी है जो कदे भी जाग सकती है। मेरे विच अणख जाग पई है, एक ना एक दिन मेरी कौम विच भी जाग पवेगी। वाहेगुरु। जिस मरने ते जग डरै मेरे मन आनंद, जिस मरने ते जग डरै मेरे मन आनंद, मरने ही ने पाइया पूर्ण परमानंद। बाबा जी, गद्दार बेला सिंह ਦਾ ਬਾਅਦ ਵਿੱਚ ਕੀ ਬਣਿਆ? ਉਹੀ ਜੋ ਹੌਪਕਿੰਸਨ ਦਾ ਬਣਿਆ ਸੀ। मेरे बारे लोग पता नहीं की सोचते। उधर वैंकूवर च मेरे सिख भरा मैनू बेला सिंह गद्दार भी कहते सन। मैनू इस नाल कोई फर्क नहीं पैंदा क्योंकि मैं इस सब दे उल्ट सोचदा भाई। जब बगाने मुल्क चाहिए गया तो मौके का फायदा उठाओ, अफसरां नाल बना के रखो। मैं ना अफसरां तो बड़े फायदे ले ले, पर मेरिया ही कुछ गलतियां कर 1916 ਵਿੱਚ ਜਦੋਂ ਮੈਨੂੰ ਇੰਡੀਆ ਰਿਪੋर्ट ਕੀਤਾ ਗਿਆ ਤਾਂ ਇੱਥੇ ਆਪਾਂ ਹਿੰਦ ਸਰਕਾਰ ਨਾਲ ਪੂਰੀ ਬਣਾ ਕੇ ਰੱਖੀ। अनेक बब्बर काली फड़ाई, फांसी चढ़वाई। सरकार ने मैनू खुश होके जमीन दे 4 मुरब्बे भी दिते ने। होर तां होर पुलिस दी सिक्योरिटी भी मिली हुई है। दुश्मन इत्थे भी बथेरे ने। बब्बर काली दी अख विच मैं वाल वांगू रड़कदा हां, वाल वांगू। की हाल है बेला सिया? कौन है? पछाणिया नहीं। पछाण भी लेगा ते जान भी लेगा। हरी सिंह, की हाल है तेरा? मैं ठीक हाँ। चल अज तेरा हाल भी ठीक कर ही दिन्ने आ। की मतलब है तेरा? तेरे पापा का भार बहुत बढ़ गया है। अज सदा दी जप मुकाई दिन्ने आ। ले भी शसिया कर पुन दा काम। ओ सिपाहिया, ओ कित्थे कर गया तू? ਸਿਆ ਪੰਜੀਆਂ ਚ ਕੋਈ ਨਹੀਂ ਖਾਂਦਾ। की कर रहा है इसे तू? जो बहुत पहला कर देना चाहिए सी। गद्दारां दी कोई सजा होती है। ਜਦੋਂ ਮਰਦੇ ਪਾਪੀ ਲੱਖਾਂ ਉਦੋਂ ਜੰਮੇ ਇੱਕ ਗਦਾਰ ਰੋਂਦਾ ਹੈ ਅੰਬਰ ਚਮਚਮ ਧਰਤੀ ਹੁੰਦੀ ਸ਼ਰਮਸਾਰ। ਜੰਮੇ ਨਾ ਗਦਾਰ ਮਾਂ ਮਰੇ ਔਤ ਵੀ ਹੁੰਦੀ ਹੈ ਗਦਾਰਾਂ ਦੀ ਸਜ਼ਾਏ ਮੌਤ ਵੀ। ਜੰਮੇ ਨਾ ਗਦਾਰ ਮਾਂ ਮਰੇ ਔਤ ਵੀ ਹੁੰਦੀ ਹੈ ਗਦਾਰਾਂ ਦੀ ਸਜ਼ਾਏ ਮੌਤ ਵੀ। ਬੈਠੇ ਹੁੰਦੀ ਹੈ ਗਦਾਰਾਂ ਦੀ ਸਜ਼ਾਏ ਮੌਤ ਵੀ। ਬਾਬਾ ਜੀ, ਤੁਸੀਂ ਸਬਸਾ ਰਿਪੋਰਟ ਨਹੀਂ, ਉਸ ਬਾਰੇ ਦੱਸੋਗੇ ਕੁਝ? ਇਹ ਬਹੁਤ ਲੰਬੀ ਕਹਾਣੀ ਹੈ ਪੁੱਤਰਾ, ਬਾਕੀ ਕਹਾਣੀ ਫੇਰ ਕਦੇ।